इस वीर नूं गोली मारन दा ऑर्डर हो चुका सी। गोली गन दे विचों निकलण ही वाली सी कि पिछों आवाज़ आंदी है कि इस व्यक्ति नूं असीं मार नहीं सकते। ਆਸਟਰੀਆ ਜਾਣਾ ਸੀ, यूक्रेन पहुँच गए सिर्फ ते सिर्फ एक एजेंट की धोखेबाजी के कारण। ਪਹਿਲਾਂ ਤਾਂ ਉਹਨਾਂ ਨੇ ਯਾਨੀ ਕਿ ਥੱਪੜੇ ਚਪੇੜਾ ਚਪੂੜਾ ਹੀ ਮਾਰੀਆਂ, ਫਿਰ ਆ ਹੱਥ ਆ ਜਿਹੜੇ ਤਕਰੀਬਨ ਗੁੱਠਿਆਂ ਦੇ ਦੋ ਗੁੱਠੇ ਆ ਨਾ ਜਿਹੜੇ, ਇਹਨਾਂ ਨੂੰ ਛੱਡਿਆ ਬਸ, ਬਾਕੀ ਚਾਰੇ ਹੱਥਾਂ ਨੂੰ ਪੜ ਦਿੱਤੇ। ਹਾਂਜੀ ਮੈਡਮ, ਇੱਦਾਂ ਮਤਲਬ ਆਹ ਜਿਹੜੀਆਂ ਉਂਗਲਾਂ ਆ ਇੱਥੇ ਤਾਂ ਜਾਣੀ ਕਿ 2020 ਦੇ ਵਿੱਚ ਮਾਸ ਆਇਆ, ਮਾਸ ਭਰੀ ਜਾਂਦਾ ਸੀਗਾ। ਅੱਛਾ, ਤੁਸੀਂ ਇਹ ਵੀ ਦੱਸ ਰਹੇ ਸੀ ਕਿ ਹੱਡੀਆਂ ਬਾਹਰ ਆ ਗਈਆਂ ਸੀਗੀਆਂ। ਨੂੰ ਤਾਂ ਜਦੋਂ ਪੱਟੇ ਮੈਂ ਤਾਂ ਉਦੋਂ ਮੰਨ ਗਿਆ। ਮੈਂ ਕਿਹਾ ਜੇ ਤੁਸੀਂ ਕਹੋਗੇ ਅੱਤਵਾਦੀ, ਮੈਂ ਅੱਤਵਾਦੀ ਹਾਂ। ਜੇ ਤੁਸੀਂ ਕਹੋਗੇ ਕਿ ਕਤਲ ਕੀਤਾ, ਮੈਂ ਕਤਲ ਕੀਤਾ। ਕਹਿੰਦਾ ਨਹੀਂ ਤੂੰ ਇਹੀ ਆ ਜਿਹੜਾ ਪਾਸਪੋਰਟ 'ਤੇ ਅਸੀਂ ਲੱਭਦੇ ਪਏ ਹਾਂ। ਫਿਰ ਮੈਨੂੰ ਕੋਈ ਫੇਰ ਨਾ ਸਮਝ ਲੱਗੇ ਅਫਗਾਨਿਸਤਾਨ ਵਾਲੇ ਨੂੰ। ਮੈਂ ਕਿਹਾ ਸਹੀ ਤਰ੍ਹਾਂ ਦੱਸ। ਕਹਿੰਦਾ ਬਈ ਆਹ ਗੱਲ ਟੈਰਰਿਸਟ ਬੰਦਾ ਜਿਹੜਾ ਤੂੰ ਨਾ ਪਾਸਪੋਰਟ ਤੇਰੇ ਕੋਲ ਆ। ਮੈਂ ਕਿਹਾ ਅੱਛਾ। ਮੈਂ ਟੈਰਰਿਸਟ ਦੇ ਨਾਮ 'ਤੇ ਤੁਹਾਡਾ ਪਾਸਪੋਰਟ ਬਣਾਤਾ ਜੀ? ਉਹ ਜੀ ਅੱਤਵਾਦੀ ਕਰਾਰ ਸੀਗਾ। ਬਾਬਾ ਟਾਈਮ ਦਾ ਉਹਨੂੰ ਲੱਭਦੇ ਪਏ ਆ। ਉਹ ਮੈਡਮ ਜਿੱਦਾਂ ਸਟੀਲ ਦੀ ਜਾਲੀ ਲੱਗੀ ਹੈ, ਸਟੀਲ ਦੇ ਨਾਲ ਜਾਲੀ ਲੱਗੀ ਸੀ, ਮੋਟੀ ਤਾਰ ਸੀ ਥੋੜ੍ਹੀ ਜਿਹੀ, ਉਹਨੇ ਇੰਨੀ ਕੁ ਤਾਰ ਤੋੜੀ ਆ ਥਿਆੜ ਜੇ ਤੋਂ। ਉਹਦੀ ਕੁੰਡੀ ਬਣਾ ਕੇ ਨਾ ਆਪਣੀ ਨਬਜਾ ਵਿੱਚ ਪਾ ਕੇ ਨਾ ਖਿੱਚ ਕੇ ਨਬਜਾ ਤੋੜੀਆਂ, ਕਿਉਂਕਿ ਤਾਰ ਦਾ ਨਬਜਾ ਕਦੇ ਵੀ ਵੱਢੀਆਂ ਨਹੀਂ ਆਉਣੀਆਂ ਗਈਆਂ। ਵਿਚੜੀ ਪਾ ਖਿੱਚ ਕੇ ਨਬਜਾ ਤੋੜ ਕੇ ਖੁਦਕੁਸ਼ੀ ਕੀਤੀ। ਅਤੇ ਇੰਨੇ ਹਾਲਾਤ ਇਹੋ ਜਿਹੇ ਅਸੀਂ ਖੁਦ ਅਸੀਂ ਰੱਸਾ ਲੱਭਦੇ ਸੀਗੇ। ਹੋਰ ਦੱਸੋ, ਉੱਥੇ ਜਿਹੜੇ ਕੈਦੀ ਸੀਗੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਮਰ ਗਿਆ, ਕਿ ਮਾੜਾ ਹੋਇਆ, ਸਗੋਂ ਕਹਿਣ ਕਿ ਮਰ ਗਿਆ ਯਾਰ ਬਈ ਬੜਾ ਆਪਣੇ ਮਤਲਬ ਵੀ ਬੰਦਾ ਨਹੀਂ। ਸਾਨੂੰ ਨਹੀਂ ਦੱਸਿਆ ਕਿ ਸਾਨੂੰ ਵੀ ਮੁਕਤੀ ਮਿਲ ਜਾਂਦੀ। ਬਾਕੀ ਹੈ ਹੀ ਮੈਡਮ ਸਿਸਟਮ ਹੀ ਇਹੋ ਜਿਹਾ ਸੀਗਾ। ਮੈਂ ਤਾਂ ਤੁਹਾਨੂੰ ਦੱਸਾਂ ਨਾ, ਇਹੋ ਜਿਹੇ ਹਾਲਾਤ ਸੀ ਨਾ ਉੱਥੇ, ਛੱਡੋ ਗੱਲਾਂ। ਇੰਨੀ ਸਾਰੀ ਗੱਲਬਾਤ ਦੇ ਵਿੱਚ ਤੁਹਾਡੀ ਏਜੰਟ ਨਾਲ ਕਦੀ ਗੱਲ ਨਹੀਂ ਹੋਈ ਕਿ ਇੱਥੇ ਇੰਨਾ ਕੁਛ ਚੱਲ ਰਿਹਾ ਤੇ ਏਜੰਟ ਕੁਛ ਵੀ ਨਹੀਂ ਕਰ ਰਿਹਾ? ਮੈਡਮ ਫੋਨ ਤੱਕ ਹੀ ਖੋਲ੍ਹਿਆ, ਕੁਛ ਨਹੀਂ ਦਿੱਤਾ ਉਹਨਾਂ ਨੇ ਮੈਨੂੰ। ਕਿਸੇ ਨੂੰ ਭੜਕ ਨਹੀਂ ਲੱਗਣ ਦਿੱਤੀ ਕਿ ਮੈਂ ਕਿੱਥੇ ਆ, ਜਾਂ ਨਾ ਮੈਨੂੰ ਪਤਾ ਮੈਂ ਕਿੱਥੇ ਆ। ਅਤੇ ਮੈਨੂੰ ਬਾਰਡਰ ਪੁਲਿਸ ਨੇ ਫੜ ਲਿਆ। ਪਹਿਲਾਂ ਤਾਂ ਮੈਂ ਡਰ ਗਿਆ, ਮੈਂ ਭੱਜਣ ਲੱਗਾ ਸੀਗਾ। ਉਹਨੇ ਮਨਪ੍ਰੀਤ ਸਿੰਘ ਕਿਹਾ ਨਾ ਜਦੋਂ ਜਿੱਦਾਂ ਆਪਣੀ ਟੁੱਟੀ ਜ਼ਬਾਨ ਦੇ ਵਿੱਚ ਕੀ ਜਾਣੀ ਕਿ ਹੁਣ ਮਨਪ੍ਰੀਤ ਉਹਨੇ ਕਿਹਾ ਪਕੜ, ਮੈਂ ਚੁੱਪ ਕਰ ਜਾ। ਮੈਂ ਕਿਹਾ ਮੇਰਾ ਨਾਂ ਪਤਾ ਇਹਨਾਂ ਨੂੰ। ਚੁੱਪ ਕਰ ਗਿਆ। ਉਹਨੇ ਮੈਨੂੰ ਫੜ ਲਿਆ ਕੋਰਟ ਦੇ ਵਿੱਚ। ਉਹ ਅਫਗਾਨਿਸਤਾਨ ਵਾਲਾ ਆਇਆ ਮੇਰੇ ਕੋਲ, ਕਹਿੰਦਾ ਕੀ ਕਰਨ ਲੱਗਾ? ਗੋਲੀ ਦੇਣਾ ਪੁੱਛਿਆ ਉਹਨੇ, ਪਾਣੀ ਦੇਣ ਦੇ ਬਹਾਨੇ। ਕਹਿੰਦਾ ਕੀ ਕਰਨ ਲੱਗਾ ਤੂੰ? ਮੈਂ ਕਿਹਾ ਵੀ ਮੈਂ ਆਰਮੀ ਦੇ ਖਿਲਾਫ ਗਵਾਹੀ ਦੇਣ ਲੱਗਾ। ਕਹਿੰਦਾ ਕਿਉਂ? ਮੈਂ ਕਿਹਾ ਯਾਰ ਮੈਨੂੰ ਤਾਂ ਮਾਰ ਦੇਣਗੇ ਇਹ, ਅਤੇ ਮੈਂ ਬਚਣਾ ਆ ਯਾਰ, ਕਿਉਂਕਿ ਉਦੋਂ ਸੀ ਆਸ ਕਿ ਮੈਂ ਬਚ ਜੂੰਗਾ। ਆਹ ਗੱਲ ਬਾਤ ਆ। ਅਤੇ ਉਹ ਕਹਿੰਦਾ ਬਈ ਗੱਲ ਹੈਗੀ ਇੱਦਾਂ, ਜੇ ਤੂੰ ਆਰਮੀ ਦੇ ਖਿਲਾਫ ਗਵਾਹੀ ਦੇਣੀ ਹੈ ਨਾ, ਕਹਿੰਦਾ ਇਹਨਾਂ ਨੇ ਚੱਲ ਤੈਨੂੰ ਟੌਰਚਰ ਕੀਤਾ, ਉਹਨਾਂ ਨੇ ਤੈਨੂੰ ਗੋਲੀ ਮਾਰ ਦੇਣੀ ਸੀ। ਜੱਜ ਨੇ ਕਿਹਾ ਕਿ ਯਾਰ ਤੂੰ ਹੁਣ ਇਹ ਕੁਛ ਪਹਿਲਾਂ ਤੇਰੇ ਬਿਆਨ ਹੋਇਆ, ਤੂੰ ਉੱਚ ਲਿਖਾਇਆ ਕਿ ਮੇਰਾ ਪਾਸਪੋਰਟ ਆਰਮੀ ਨੇ ਬਣਾਇਆ। ਮੈਂ ਫਿਰ ਆਪਣੇ ਹੱਥ ਜਿਹੜਾ ਪੱਟੀਆਂ ਢਿੱਲੀਆਂ ਕੀਤੀਆਂ ਗਈਆਂ। ਉਹ ਮੈਂ ਨਾ ਪੱਟੀਆਂ ਖਿੱਚੀਆਂ, ਆਪਣੀਆਂ ਅੱਗੇ ਹੱਥ ਕਰਤੇ, ਕਿਉਂਕਿ ਖੂਨ ਜਿੱਦਾਂ ਹੀ ਮੈਂ ਪੱਟੀਆਂ ਖਿੱਚੀਆਂ ਨਾ, ਪੱਟੀਆਂ ਨਾਲ ਜੁੜੀਆਂ, ਖੂਨ ਉਸੇ ਟਾਈਮ ਨਿਕਲਣ ਲੱਗ ਪਿਆ ਹੈਗਾ। ਮੈਂ ਕਿਹਾ ਦੇਖੋ, ਮੈਂ ਕਿਹਾ ਜਿੰਨਾ ਜਾਨਵਰ ਦਾ ਇੱਦਾਂ ਕਰਦੇ ਉਹ ਵੀ ਬੋਲ। ਮੈਂ ਕਿਹਾ ਮੇਰਾ ਬਣਾਇਆ ਕੀ ਇਹਨਾਂ ਨੇ? ਮੈਂ ਤਾਂ ਬਚਣਾ ਸੀਗਾ। ਮੇਰਾ ਪਾਸਪੋਰਟ ਏਜੰਟ ਨੇ ਬਣਾਇਆ, ਇਹਨਾਂ ਨੂੰ ਪਤਾ ਹੋਵੇ। ਹੈਂ, ਇੰਨੀ ਗੱਲਬਾਤ ਹੋਈ ਆ। ਅਤੇ ਚਲੋ ਜੀ ਜਾਣੀ ਕਿ ਡਰ ਗਏ ਉਹ ਸਾਰੇ ਰੰਗ ਉੱਡ ਗਏ। ਅਤੇ ਮੈਂ ਕਿਹਾ ਬਈ ਮੈਂ ਰੋਣ ਲੱਗ ਪਿਆ, ਚੀਖ ਦਰਦ ਵੀ ਬੜੀ ਹੁੰਦੀ ਸੀ। ਮੈਂ ਕਿਹਾ ਨਹੀਂ ਜੀ, ਮੈਂ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਘਰ ਗੱਲ ਹੋਣੀ ਚਾਹੀਦੀ ਹੈ ਮੇਰੀ, ਅਤੇ ਮੈਂ ਘਰ ਜਾਣਾ। ਤੁਸੀਂ ਇਹ ਸੋਚਿਆ ਸੀਗਾ ਕਿ 7 ਸਾਲ ਦੀ ਸਜ਼ਾ ਕੱਟ ਕੇ ਮੈਂ ਬਾਹਰ ਨਿਕਲ ਜਾਊਂਗਾ, ਅਤੇ ਉਦੋਂ ਤੁਹਾਡਾ ਹੌਸਲਾ ਟੁੱਟ ਗਿਆ ਜਦੋਂ 3 ਸਾਲ ਕੱਟਣ ਵਾਲਾ ਵੀ 20 ਸਾਲ ਕੱਟ ਰਿਹਾ ਸੀ। ਉਹ ਆਇਆ ਫਿਰ ਅਫਸਰ ਬਾਹਰ ਵਿੱਚ ਪੌਣੇ ਕੇ 4 ਸਾਲ ਬਾਅਦ। ਫਿਰ ਦੂਜੀ ਗੱਲ ਕਹੀ, ਕਹਿੰਦਾ ਇੱਕ ਗੇਮ ਚਲਾਉਣੀ ਹੈ। ਗੇਮ ਦਾ ਮਤਲਬ ਕਹਿੰਦਾ ਤੈਨੂੰ ਘਰ ਪਹੁੰਚਾਉਣਾ। ਕਹਿੰਦਾ ਜਿੱਥੇ ਗੇਮ ਅੜਦੀ ਪਤਾ ਲੱਗੀ ਨਾ ਕਿ ਇੱਥੇ ਖਤਰਾ ਆ, ਹੁਣ ਨਹੀਂ ਗੇਮ ਫਸ ਸਕਦੇ ਆਪਾਂ, ਕਹਿੰਦਾ ਉੱਥੇ ਤੈਨੂੰ ਮੈਂ ਗੋਲੀ ਮਾਰ ਦੇਣੀ। ਜਾਣੀ ਕਿ ਹੁਣ ਵੀ ਇਹ ਕਹਿ ਦੇਵਾਂ ਨਾ ਕਿ ਮੈਂ ਇਹ ਕਹਿ ਦੇਵਾਂ ਕਿ ਹੁਣ ਬਾਹਰ ਜਾਣਾ, ਮੈਂ ਕਹਿੰਦਾ ਵੀ ਜੋ ਕੁਛ ਹੈਗਾ ਨਾ ਮਾਂ ਪਿਓ ਹੀ ਆ। ਸਤਿ ਸ਼੍ਰੀ ਅਕਾਲ, ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਅੱਜ ਸਾਡੇ ਨਾਲ ਇੱਕ ਵੀਰ ਜੀ ਮੌਜੂਦ ਨੇ, ਮਨਪ੍ਰੀਤ ਸਿੰਘ ਇਹਨਾਂ ਦਾ ਨਾਮ ਹੈ। ਇਸ ਵੀਰ ਨੂੰ ਗੋਲੀ ਮਾਰਨ ਦਾ ਆਰਡਰ ਹੋ ਚੁੱਕਾ ਸੀ। ਗੋਲੀ ਗਨ ਦੇ ਵਿੱਚੋਂ ਨਿਕਲਣ ਹੀ ਵਾਲੀ ਸੀ ਕਿ ਪਿੱਛੋਂ ਆਵਾਜ਼ ਆਉਂਦੀ ਹੈ ਕਿ ਇਸ ਵਿਅਕਤੀ ਨੂੰ ਅਸੀਂ ਮਾਰ ਨਹੀਂ ਸਕਦੇ। ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਇਹ ਨੌਜਵਾਨ ਅੱਜ ਸਹੀ ਸਲਾਮਤ ਆਪਣੇ ਘਰ ਪਹੁੰਚਾ ਹੋਇਆ ਹੈ। ਕੀ ਕਹਾਣੀ ਹੈ ਇਹ ਬਾਅਦ 'ਚ ਦੱਸਦੇ ਹਾਂ। ਪਹਿਲਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦੇ ਕੀ ਜਜ਼ਬਾਤ ਨੇ, ਕੀ ਫੀਲਿੰਗਸ ਨੇ। ਵੀਰ ਜੀ, ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਏ ਹੋ, ਕਿਵੇਂ ਦਾ ਲੱਗ ਰਿਹਾ? ਬਹੁਤ ਜਾਣੀ ਕਿ ਜਿੱਦਾਂ ਕਹੋ ਨਾ ਕਿ ਜਿੱਦਾਂ ਇੱਕ ਆਪਾਂ ਦਿਮਾਗ ਤੋਂ ਸੋਚਦੇ ਹਾਂ ਕਿ
ਵਧੀਆ ਲੱਗ ਰਿਹਾ, ਪਰ ਇੱਕ ਮੈਂ ਇਦਾਂ ਲੱਗਦਾ ਜਿੱਦਾਂ ਹੁਣ ਸੁੱਤਾ ਹੁੰਨਾ, ਮੈਨੂੰ ਇਦਾਂ ਲੱਗਦਾ ਜਿੱਦਾਂ ਮੈਂ ਸੁਪਨਾ ਲੈ ਰਿਹਾ, ਜਾਣੀ ਕਿ ਉਮੀਦ ਨਹੀਂ ਸੀ ਕੋਈ, ਜਾਣੀ ਕਿ ਇਦਾਂ ਮਤਲਬ ਜਾਣੀ ਕਿ ਜੱਕ ਤਾਂ ਉਮੀਦ ਬਣ ਗਈ, ਜਾਣੀ ਕਿ ਲੱਗ ਰਿਹਾ ਇਦਾਂ ਕਿ ਨਹੀਂ ਹੋਰ ਵੀ ਕੈਦੀ ਸੀ, ਹੋਰ ਨਹੀਂ ਛੁੱਟ ਗਏ, ਜਾਣੀ ਕਿ ਇੱਕ ਜਿੱਦਾਂ ਕਹਿੰਦੇ ਨੇ ਸੁਪਨਾ ਜਿਹਾ ਹੁੰਦਾ ਕਿ ਜਾਣੀ ਕਿ ਬਹੁਤ ਵਧੀਆ ਲੱਗਦਾ ਪਰਿਵਾਰ ਦੇ ਵਿੱਚ, ਜਾਣੀ ਕਿ ਮੈਂ ਗੱਲਾਂ ਬਾਤਾਂ ਕਰਦਾ ਮਾਂ ਨਾਲ, ਪਿਓ ਨਾਲ, ਡੈਡੀ ਨਾਲ, ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ, ਹੱਸਦੇ ਖੇਡਦੇ ਅਸੀਂ, ਜਾਣੀ ਕਿ ਬਹੁਤ ਵਧੀਆ ਲੱਗ ਰਿਹਾ ਜ਼ਿੰਦਗੀ ਵਿੱਚ, ਜਾਣੀ ਕਿ ਜਿੱਦਾਂ ਕਹਿੰਦੇ ਨਾ ਪਹਿਲੀ ਖੁਸ਼ੀ ਹੋਣੀ ਆ ਜਿਹੜੀ ਮੈਨੂੰ ਇਸ ਟਾਈਮ ਨਵਾਂ ਜਨਮ ਮਿਲ ਗਿਆ ਤੁਹਾਨੂੰ। ਹਾਂਜੀ, ਜਾਣੀ ਕਿ ਪਹਿਲੀ ਖੁਸ਼ੀ ਇਹੋ ਜਿਹੀ ਨਹੀਂ ਇੰਨੀ ਖੁਸ਼ੀ ਨਾ ਕਦੀ, ਜਿੱਦਾਂ ਕਹਿੰਦੇ ਨਾ ਕਿ ਸਕੂਲੇ ਜਿੱਦਾਂ ਆਪਾਂ ਰਿਜ਼ਲਟ ਸੁਣ ਜਾਈਦਾ, ਉਹ ਆਪਣੀ ਫੀਲਿੰਗ ਮੈਂ ਕਰਦਾ ਜਿੱਦਾਂ ਜਾਣੀ ਕਿ ਮੈਨੂੰ ਮਹਿਸੂਸ ਹੋ ਰਿਹਾ, ਜਦੋਂ ਰਿਜ਼ਲਟ ਸੁਣ ਜਾਂਦੇ ਪਾਸ ਹੋ ਜਾਈਦਾ, ਰੌਲਾ ਪਾਉਂਦੇ ਜਾਈਦਾ, ਉਹੋ ਜਿਹੀ ਫੀਲਿੰਗ ਹਰ ਟਾਈਮ ਮੈਨੂੰ ਆਉਂਦੀ ਆ। ਇੱਥੇ ਇਹ ਗੱਲ ਕਰਨ ਦਾ ਇਹ ਮਕਸਦ ਸੀਗਾ ਕਿਉਂਕਿ ਇਹ ਜਿਹੜਾ ਨੌਜਵਾਨ ਹੈ, ਜਿੱਦਾਂ ਇੱਕ ਮੌਤ ਤੋਂ ਬਾਅਦ ਬੰਦਾ ਦੁਬਾਰਾ ਜਨਮ ਲੈਂਦਾ, ਉਸ ਤਰੀਕੇ ਦੀ ਜ਼ਿੰਦਗੀ ਦੇ ਵਿੱਚੋਂ, ਉਸ ਤਰੀਕੇ ਦੇ ਨਰਕ ਦੇ ਵਿੱਚੋਂ ਇਹ ਨੌਜਵਾਨ ਨਿਕਲਿਆ। ਹਰ ਇੱਕ ਤੀਜੇ ਬੰਦੇ ਦਾ, ਹਰ ਇੱਕ ਤੀਜੇ ਨੌਜਵਾਨ ਦਾ ਇਹ ਸੁਪਨਾ ਹੈ ਕਿ ਉਹ ਵਿਦੇਸ਼ ਜਾ ਕੇ ਗਰੀਬੀ ਜਿਹੜੀ ਆਪਣੇ ਘਰਦਿਆਂ ਦੀ ਖਤਮ ਕਰ ਦੇਵੇ, ਅਤੇ ਹਰ ਇੱਕ ਨੌਜਵਾਨ ਇਹ ਸੋਚਦਾ ਹੈ, ਇਸ ਸੁਪਨੇ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾਂਦਾ ਹੈ। ਮਨਪ੍ਰੀਤ ਸਿੰਘ ਦਾ ਵੀ ਇਹੀ ਸੁਪਨਾ ਸੀ, ਇਹ ਸੁਪਨਾ ਲੈ ਕੇ ਉਹ ਵਿਦੇਸ਼ ਗਏ ਸੀ, ਜਿੱਥੇ ਉਹਨਾਂ ਨੇ ਸੋਚਿਆ ਕਿ ਬਾਹਰ ਜਾਊਂਗਾ, ਘਰ ਦੀ ਗਰੀਬੀ ਕੱਟੀ ਜਾਊਗੀ, ਹਾਲਾਤ ਚੰਗੇ ਹੋਣਗੇ, ਪਰ ਕੁਝ ਐਦਾਂ ਨਹੀਂ ਹੋਇਆ ਜੋ ਇਹਨਾਂ ਨੇ ਸੋਚਿਆ। ਆਸਟਰੀਆ ਜਾਣਾ ਸੀ, ਯੂਕਰੇਨ ਪਹੁੰਚ ਗਏ, ਸਿਰਫ ਤੇ ਸਿਰਫ ਇੱਕ ਏਜੰਟ ਦੀ ਧੋਖੇਬਾਜ਼ੀ ਦੇ ਕਾਰਨ। ਕੀ ਹੋਈ ਪੂਰੀ ਕਹਾਣੀ ਆਪਾਂ ਮਨਪ੍ਰੀਤ ਦੀ ਜ਼ੁਬਾਨੀ ਸੁਣਦੇ ਹਾਂ। ਮਨਪ੍ਰੀਤ, ਆਸਟਰੀਆ ਜਾਣਾ ਸੀਗਾ, ਮਾਪਿਆਂ ਨੇ ਬੜੀ ਸੱਧਰਾਂ ਦੇ ਨਾਲ, ਉਮੀਦਾਂ ਦੇ ਨਾਲ ਵਿਦੇਸ਼ ਲਈ ਰਵਾਨਾ ਕੀਤਾ ਸੀ, ਪਰ ਆਸਟਰੀਆ ਜਾਣ ਦੀ ਬਜਾਏ ਯੂਕਰੇਨ ਕਿਵੇਂ ਪਹੁੰਚ ਗਏ? ਜਿੱਦਾਂ ਮੈਡਮ ਇਹਨਾਂ ਆਸਟਰੀਆ ਦਾ ਜਾਣੀ ਕਿ ਤੁਹਾਨੂੰ ਕਿਹਾ ਸੀਗਾ, ਠੀਕ ਹੈ ਜੀ, ਇਹਨਾਂ ਨੇ ਕਿਹਾ ਆਸਟਰੀਆ ਭੇਜਣਾ ਤੈਨੂੰ ਬਾਏ ਏਅਰ, ਜਾਣੀ ਕਿ ਕੋਈ ਵੀ 2 ਨੰਬਰ ਦਾ ਕੰਮ ਨਹੀਂ ਸਾਡਾ, ਜਾਣੀ ਕਿ ਡੋਂਕੀ ਨਹੀਂ ਲਵਾਉਣੀ, ਇਹ ਬਾਏ ਏਅਰ ਹੀ ਜਾਊਗਾ, ਅਤੇ ਬਾਏ ਏਅਰ ਦੇ ਪੈਸੇ ਲੈਣੇ ਆ, ਪੈਸੇ ਇਹਨਾਂ ਨੇ ਸਾਰੇ ਲੈ ਲਏ। ਇਹਨਾਂ ਯੂਕਰੇਨ ਜਦੋਂ ਪਹੁੰਚਾਇਆ ਨਾ ਉਹ ਸਾਰੇ ਪੈਸੇ ਲੈ ਲਏ, ਕਿਉਂਕਿ ਜਾਣੀ ਕਿ ਯੂਕਰੇਨ ਇੱਕ ਇਹੋ ਜਿਹੀ ਕੰਟਰੀ ਹੈ ਜਿਹਨੂੰ ਨਾ ਜਾਣੀ ਕਿ ਯੂਰਪ ਦਾ ਬਾਰਡਰ ਲੱਗਦੇ ਆ ਚਾਰੇ ਬੰਨਿਓ, ਠੀਕ ਹੈ ਜੀ, ਅਤੇ ਉੱਥੇ ਪਹੁੰਚ ਗਿਆ, ਅਤੇ ਇਹਨਾਂ ਨੇ ਕਿਹਾ ਕਿ ਲੈ ਜੇ ਤੈਨੂੰ ਯੂਕਰੇਨ ਪਹੁੰਚਾ ਦਿੱਤਾ ਆ ਤਾਂ ਫਿਰ ਤੈਨੂੰ ਅੱਗੇ ਵੀ ਪਹੁੰਚਾ ਹੀ ਦੇਣਾ, ਬਸ ਇੰਨੀ ਗੱਲ, ਸਾਡੇ ਕੋਲ ਪੈਸੇ ਹੈ ਨਹੀਂ ਕਿ ਤੁਹਾਨੂੰ ਪੈਸੇ ਦਿਓ। ਇਹਨਾਂ ਨੇ ਘਰਦਿਆਂ ਨੇ ਸਾਰੇ ਪੈਸੇ ਦੇ ਦਿੱਤੇ, ਇਹਨਾਂ ਨੇ ਯੂਕਰੇਨ ਹੀ ਛੱਡ ਦਿੱਤਾ ਮੈਨੂੰ। ਉੱਥੇ ਨਾ ਜੀ ਇੱਦਾਂ ਔਨ-ਅਰਾਈਵਲ ਵੀਜ਼ਾ ਸੀਗਾ ਮੇਰਾ, 15 ਦਿਨਾਂ ਦਾ ਵੀਜ਼ਾ ਲੰਘ ਗਿਆ ਸੀਗਾ, ਫਿਰ ਜਾਣੀ ਕਿ ਜਿੱਦਾਂ ਕਹਿੰਦੇ ਨਾ ਵੀਜ਼ਾ ਲੰਘ ਜਾਂਦਾ, ਫਿਰ ਉਮੀਦ ਨਹੀਂ ਹੁੰਦੀ ਕਿ ਵੀਜ਼ਾ ਤੁਸੀਂ ਗਾਂਹ ਲੈ ਕੇ ਚੱਲ ਜਾਵੇਂ, ਕਿਉਂਕਿ ਜੇ ਲੀਗਲ ਬੰਦਾ ਚਲੋ 100 ਰਾਸਤੇ ਹੁੰਦੇ ਆ। ਇਹ ਜੀ ਇਹਨਾਂ ਨੇ ਇੱਦਾਂ ਕੀਤਾ, ਅਤੇ ਮੈਂ ਫਿਰ ਵਾਪਸੀ ਆਉਣ ਦੀ ਇਹਦੀ ਕੀਤੀ, ਮੈਂ ਜਾਣਾ ਵਾਪਸ। ਪਹਿਲਾਂ ਵੀ 1-2 ਜਗ੍ਹਾ ਇਹਨਾਂ ਨੇ ਫੜਾਇਆ ਸਾਨੂੰ, ਉਦੋਂ ਵੀ ਡੈਡੀ ਹੁਣ ਨੇ ਪੈਸੇ ਦਿੱਤੇ ਜਾ ਕੇ, ਪਰ ਉਦੋਂ ਸਮਝ ਨਹੀਂ ਆਈ ਸੀਗੀ, ਅਸੀਂ ਕਿਹਾ ਚੱਲ ਅਚਾਨਕ ਫੜੇ ਗਏ ਹੋਏ, ਚੱਲ ਕੋਈ ਗੱਲ ਨਹੀਂ, ਅਤੇ ਪਰ ਨਾ ਉੱਥੇ ਯੂਕਰੇਨ ਫੜਨ ਤੋਂ ਪਹਿਲਾਂ ਵੀ 1-2 ਵਾਰੀ ਫੜਾਇਆ। ਹਾਂਜੀ, ਸਾਨੂੰ ਨਾ ਇਹ ਉਜਗਰੋ ਸ਼ਹਿਰ ਲੈ ਗਏ ਸੀਗੇ, ਉਜਗਰੋ ਸ਼ਹਿਰ ਪੈਂਦਾ ਆ ਬਿਲਕੁਲ ਸਲਵਾਕ ਦੇ ਬਾਰਡਰ 'ਤੇ, ਜਿਹਦਾ ਸਲਵਾਕ ਕੰਟਰੀ 'ਚ ਛਣ ਜਾਂਦੀ, ਉਜਗਰੋ ਸ਼ਹਿਰ ਲੈ ਗਏ ਸੀਗੇ। ਉੱਥੇ ਜਾ ਕੇ ਇਹਨਾਂ ਨੇ ਸਾਨੂੰ ਕਮਰੇ 'ਚ ਰੱਖਿਆ, ਉੱਤੋਂ ਫਿਰ ਉਹਨਾਂ ਨੇ ਜਿਹੜੇ ਮਾਫੀ ਵਾਲੇ ਹੁੰਦੇ ਉਹਨਾਂ ਨੂੰ ਦੱਸਤਾ ਇੱਦਾਂ ਅਨਲੀਗਲ ਮੁੰਡੇ ਰਹਿੰਦੇ ਪਏ ਆ। ਅੱਛਾ, ਆਪ ਹੀ ਦੱਸਤਾ ਸੀਗਾ, ਪਰ ਅਸੀਂ ਹੈਰਾਨ ਸੀਗੇ, ਇਹਨਾਂ ਨੂੰ ਪਤਾ ਕਿੱਦਾਂ ਲੱਗ ਗਿਆ, ਜਾਣੀ ਕਿ ਜਿੱਦਾਂ ਅਸੀਂ ਅਸੀਂ ਰਹਿੰਦੇ ਪਏ 2 ਦਿਨ ਹੋਏ ਆਏ ਨੂੰ, ਅਤੇ ਕਿੱਦਾਂ ਪਤਾ ਲੱਗ ਗਿਆ ਇਹਨਾਂ ਨੂੰ 2-3 ਦਿਨ ਹੋਏ ਆਏ ਨੂੰ, ਜਾਣੀ ਕਿ ਉੱਥੇ ਪਹਿਲੇ ਹੀ ਕਰਦੇ ਚੱਲ ਕੋਈ ਨਹੀਂ ਗੱਲ ਨਹੀਂ, ਘਰ ਚੇਂਜ ਕਰਦੇ ਰਹੇ, ਕਿ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ। ਫਿਰ ਥੱਲੇ ਬੁੱਢੀ ਬੈਠੀ ਹੁੰਦੀ, ਸਾਨੂੰ ਉੱਤੇ ਸ਼ੱਕ ਸੀਗਾ ਕਿ ਨਹੀਂ ਵੀ ਉਹ ਬੁੱਢੀ ਨੇ ਸ਼ਾਇਦ ਦੱਸ ਦਿੱਤਾ, ਕੋਈ ਉੱਪਰੇ ਜੇ ਨਾ ਮੁੰਡੇ ਆ ਕੇ ਚੈੱਕ ਕਰੋ ਸ਼ਹਿਰ, ਮੈਂ ਕਿਹਾ ਉਹਨੇ ਦੱਸਤਾ, ਚਲੋ ਸਾਨੂੰ ਗੱਲ ਨਹੀਂ ਗੋਰੀ। ਫਿਰ ਮੈਂ ਵਾਪਸ ਆਉਣ ਲੱਗਾ, ਅਤੇ ਇਹਨਾਂ ਨੇ ਮੇਰਾ ਇੰਡੀਆ ਦਾ ਪਾਸਪੋਰਟ ਪਾੜ ਦਿੱਤਾ, ਅਤੇ ਪਹਿਲਾਂ ਤਾਂ ਮੈਂ ਕਹਿੰਦਾ ਖਰੇ ਜਾਣੀ ਕਿ ਮੁੰਡੇ ਵਾਹਵਾ ਰਹਿੰਦੇ ਹੁੰਦੇ ਸੀ ਉੱਥੇ, ਜਾਂ ਸਟੂਡੈਂਟ ਮੁੰਡੇ ਵੀ ਰਹਿੰਦੇ ਸੀਗੇ, ਮੈਂ ਕਿਹਾ ਉਹਨਾਂ ਵਿੱਚ ਕਿਸੇ ਨੇ ਪਾੜ ਦਿੱਤਾ, ਇਹੀ ਸੀਗਾ ਤਾਂ ਉਦੋਂ ਜਾਣੀ ਕਿ ਏਜੰਟ ਦੇ ਉੱਤੇ ਪੂਰਾ ਜਾਣੀ ਕਿ ਨਹੀਂ ਆਇਆ। ਫਿਰ ਉਹ ਕੁਛ ਜਾਣੀ ਕਿ ਹੋਈ ਸਾਡੀ ਇੱਕ ਦੂਜੇ ਨਾਲ ਗਾਲੀ ਗਲੋਚ ਹੋਏ ਅਸੀਂ। ਫਿਰ ਏਜੰਟ ਦਾ ਕੋਈ ਮੰਨ ਲਓ ਖਰੇ ਰਿਸ਼ਤੇਦਾਰ ਸੀਗਾ, ਰੱਬ ਹੀ ਜਾਣਦਾ, ਉਹਨੇ ਮੈਨੂੰ ਸਾਰੀ ਗੱਲਬਾਤ ਦੱਸਤੀ, ਕਹਿੰਦਾ ਤੇਰਾ ਪਾਸਪੋਰਟ ਜਿਹੜਾ ਹੈਗਾ ਨਾ ਕਿਸੇ ਮੁੰਡੇ ਨੇ ਪਾੜਿਆ, ਤੇਰਾ ਪਾਸਪੋਰਟ ਏਜੰਟ ਨੇ ਪਾੜਿਆ। ਹਾਂਜੀ, ਉਹ ਫਿਰ ਇੱਦਾਂ ਸੀਗੀ, ਅਤੇ ਫਿਰ ਮੈਨੂੰ ਵੀ ਯਕੀਨ ਇੱਦਾਂ ਹੋ ਗਿਆ, ਕਿਉਂਕਿ ਮੈਨੂੰ ਸ਼ੱਕ ਤਾਂ ਪਹਿਲੇ ਸੀਗਾ, ਫਿਰ ਮੇਰਾ ਯਕੀਨ ਹੋ ਗਿਆ। ਉਹ ਇੱਦਾਂ ਸੀਗਾ ਜੀ, ਕਿਉਂਕਿ ਜਿੱਥੇ ਪਾਸਪੋਰਟ ਰੱਖਿਆ ਸੀ ਨਾ ਉਹਨੂੰ ਛੋਟਾ ਜਿਹਾ ਲੋਕ ਲੱਗਦਾ ਸੀ ਬੈਗ ਨੂੰ, ਉਹਦੇ ਵਿੱਚ ਪਾਸਪੋਰਟ ਰੱਖਿਆ, ਚਾਬੀ ਅਤੇ ਲੋਕ ਬਾਰੇ ਅਤੇ ਮੇਰਾ ਬੈਗ 'ਤੇ ਪਾਸਪੋਰਟ ਪਿਆ, ਏਜੰਟ ਨੂੰ ਪਤਾ ਸੀਗਾ, ਹੋਰ ਕਿਸੇ ਨੂੰ ਨਹੀਂ ਪਤਾ ਸੀਗਾ। ਨਹੀਂ ਜੀ, ਉਹ ਮੇਰਾ ਪਾਸਪੋਰਟ ਇਹਨੇ ਪਾੜਤਾ। ਫਿਰ ਮੈਂ ਜਦੋਂ ਘਰ ਕਿਹਾ ਤਾਂ ਇਹਨਾਂ ਨੇ ਕਿਹਾ ਕਿ ਨਹੀਂ ਅਸੀਂ ਪੈਸੇ ਲਏ ਆ, ਅਸੀਂ ਆਪਾਂ ਯੂਕਰੇਨ ਦਾ ਪਾਸਪੋਰਟ ਬਣਾਉਣਾ ਇਹਦਾ। ਇਹਨਾਂ ਨੇ ਯੂਕਰੇਨ ਦਾ ਪਾਸਪੋਰਟ ਬਣਾ ਤਾ, ਜਦ ਕਿ 2-3 ਦਿਨਾਂ ਦੇ ਵਿੱਚ ਹੀ। ਏਜੰਟ 'ਤੇ ਸ਼ੱਕ ਉਦੋਂ ਹੋਇਆ ਜਦੋਂ ਤੁਸੀਂ ਇੱਥੋਂ ਰਵਾਨਾ ਹੋ ਗਏ ਸੀਗੇ, ਕਿ ਪਹਿਲਾਂ ਸ਼ੱਕ ਸੀਗਾ? ਨਹੀਂ ਜੀ, ਉਹ ਜਦੋਂ ਇੱਥੋਂ ਤਾਂ ਕੋਈ ਸ਼ੱਕ ਨਹੀਂ ਸੀਗਾ, ਇੱਥੋਂ ਕਹਿੰਦੇ ਨਹੀਂ ਵੀ ਬੰਦਾ 1 ਨੰਬਰ ਦਾ ਐਵੇਂ ਕਹੀਏ ਹੀ ਹੈ, ਇੱਥੋਂ ਕੋਈ ਨਹੀਂ ਪਤਾ ਲੱਗਾ ਨਾ, ਉੱਥੇ ਜਾ ਕੇ ਪਤਾ ਲੱਗਾ, ਉੱਥੇ ਜਾ ਕੇ ਉਦੋਂ ਪਤਾ ਲੱਗਾ ਜਦੋਂ ਰਿਸ਼ਤੇਦਾਰ ਨੇ ਦੱਸਿਆ ਕਿ ਤੇਰਾ ਪਾਸਪੋਰਟ ਏਜੰਟ ਨੇ ਪਾੜਿਆ। ਅਤੇ ਜਾਂ ਫਿਰ ਜਦੋਂ ਮੈਨੂੰ ਇਹਨਾਂ ਨੇ ਪਾਸਪੋਰਟ ਬਣਾਇਆ ਮੇਰਾ, ਅਤੇ ਮੈਂ ਇਹਨੂੰ ਫੋਟੋ ਪਾਤੀ ਵਟਸਐਪ 'ਤੇ, ਜਦੋਂ ਦੇਖੀ ਨਾ ਕੋਈ ਨਾਮ ਸਹੀ, ਨਾ ਕੋਈ ਡੇਟ ਆਫ ਬਰਥ ਸਹੀ, ਕੁਛ ਨਹੀਂ ਸਹੀ ਸੀਗਾ, 2 ਨੰਬਰ ਦਾ। ਮੈਂ ਉਦੋਂ ਦਿਲ ਲੱਗ ਗਿਆ, ਮੈਂ ਕਿਹਾ ਨਹੀਂ ਵੀ ਮੈਂ ਨਹੀਂ ਰਹਿਣਾ ਹੈਗਾ, ਅਤੇ ਨਾ ਹੀ ਮੈਂ ਇਹ ਕੰਮ ਕਰਨਾ। ਏਜੰਟ ਨੂੰ ਪਤਾ ਲੱਗ ਗਿਆ, ਇਹ ਕਹਿੰਦੇ ਘਰ ਚੇਂਜ ਕਰਨਾ ਅਸੀਂ,
ਪਹਿਲਾਂ ਤਾਂ ਬਾਹਰ ਹੀ ਰਿਹਾ ਘਰੋਂ ਕਿੰਨਾ ਚਿਰ, ਏਜੰਟ ਤਾਂ ਬਾਹਰ ਵਿੱਚ ਆਇਆ, ਕਹਿੰਦਾ ਘਰ ਚੇਂਜ ਕਰਨਾ ਕੱਲ੍ਹ ਨੂੰ ਆਪਾਂ ਸਵੇਰੇ ਮੈਂ ਕਿਹਾ ਚਲੋ ਠੀਕ ਆ ਕਰ ਲੈਣਗੇ। ਘਰ ਚੇਂਜ ਕਰਨ ਲੱਗੇ ਇਹਨੇ 2 ਮੁੰਡੇ ਕਰਕੇ ਭੇਜੇ। ਮੇਰੇ ਨਾਲ ਇੱਕ ਹੋਰ ਮੁੰਡਾ ਸੀਗਾ, ਸਟੂਡੈਂਟ ਸੀਗਾ ਵੀ, ਉਹ ਵੀ ਖਰੇ ਉਹਨੂੰ ਵੀ ਨਾਲ ਭੇਜ ਦਿੱਤਾ ਜਿਹੜਾ ਰਿਸ਼ਤੇਦਾਰ ਸੀਗਾ ਉਹਦਾ। ਤੇ ਉਹਦੇ ਕੋਲ ਬੈਗ ਸੀਗਾ, ਉਹ ਕਹਿੰਦੇ ਇੱਦਾਂ ਕਹਿੰਦੇ ਮੈਟਰੋ ਵਿੱਚ ਇਕੱਲੇ ਪੜਨਾ ਆਪਾਂ, ਠੀਕ ਆ 2 ਜਣੇ ਇਕੱਠੇ ਨਾ ਪੜੀਏ, ਪੇਪਰ ਜਾਣਗੇ, ਕੋਈ ਡਾਕੂਮੈਂਟ ਹੈ ਨਹੀਂਗੇ, ਚੱਲ ਪਹਿਲਾਂ ਮੈਂ ਜਾਣਾ ਬੈਗ ਲੈ ਕੇ। ਉਹ ਪਹਿਲਾਂ ਜਿੱਦਾਂ ਹੀ ਮੈਟਰੋ ਵੱਲ ਨੂੰ ਅੰਦਰ ਹੋਇਆ ਤੇ ਇਮੀਗ੍ਰੇਸ਼ਨ ਵਾਲਿਆਂ ਦੀ ਗੱਡੀ ਆ ਗਈ, ਪੁਲਿਸ ਵਾਲਿਆਂ ਦੀ। ਉਹਨਾਂ ਨੇ ਆ ਕੇ ਪੁੱਛਿਆ, ਕਹਿੰਦਾ ਉਹਨਾਂ ਇੰਗਲਿਸ਼ 'ਚ ਪੁੱਛਿਆ, ਕਹਿੰਦਾ ਯੂ ਹੈਵ ਡਾਕੂਮੈਂਟ। ਮੈਂ ਚੁੱਪ ਕਰ ਗਿਆ, ਮੈਂ ਬੋਲਿਆ ਨਹੀਂ ਗਾ, ਤੇ ਕਿਉਂਕਿ ਮੈਨੂੰ ਇੰਗਲਿਸ਼ ਵੀ ਇੱਦਾਂ ਦੀ ਹੁੰਦੀ ਸੀਗੀ। ਤੇ ਉਹਨਾਂ ਨੇ ਫੜ ਕੇ ਗੱਡੀ ਵਿੱਚ ਪਾ ਲਿਆ। ਕੋਈ ਦੂਜੀ ਗੱਲ, ਕਹਿੰਦਾ ਯੂ ਨੋ ਹੈਵ ਡਾਕੂਮੈਂਟ, ਕਹਿੰਦਾ ਉਹਨੇ ਇੱਦਾਂ ਕਹਿ ਕੇ ਮੈਨੂੰ ਹੁਣ ਵਿੱਚ ਗੱਡੀ 'ਤੇ ਸਿੱਟ ਲਿਆ ਸੀਗਾ ਕਿ ਤੇਰੇ ਕੋਲ ਡਾਕੂਮੈਂਟ ਹੈ ਨਹੀਂਗੇ, ਇੰਗਲਿਸ਼ 'ਚ ਕਿਹਾ ਉਹਨੇ। ਤੇ ਫਿਰ ਜਾਣੀ ਕਿ ਜਿੱਦਾਂ ਕਹਿੰਦੇ ਨਾ, ਕੁਛ ਖਾਸ ਵੱਡਾ ਵੀ ਨਹੀਂ ਸੀਗਾ ਜਿਹੜੇ ਪੁਲਿਸ ਸਟੇਸ਼ਨ ਖੜਿਆ, ਕੁਛ ਖਾਸ ਵੱਡਾ ਨਹੀਂ, ਛੋਟਾ ਜਿਹਾ ਕੀ ਸ਼ਹਿਰ ਦੇ ਅੰਦਰ ਸੀਗਾ। ਤੇ ਹੁਣ ਕੁਛ ਏਡਾ ਵੱਡਾ ਨਹੀਂ, ਛੋਟਾ ਜਿਹਾ ਸੀਗਾ। ਉੱਥੇ ਲੈ ਗਏ, ਉੱਥੇ ਕੰਪਿਊਟਰ ਵਗੈਰਾ ਪਏ ਸੀਗੇ ਵੈਸੇ, ਉੱਥੇ ਲੈ ਗਏ। ਤੇ ਉੱਥੇ ਜਾਂਦਿਆਂ ਨੂੰ ਇੱਕ ਅਫਗਾਨਿਸਤਾਨ ਟਰਾਂਸਲੇਟਰ ਬੈਠਾ ਸੀਗਾ, ਕਿਉਂਕਿ ਉਹ ਉਹਨਾਂ ਨੇ ਰੱਖਿਆ ਹੁੰਦਾ, ਯਾਨੀ ਕਿ ਇੱਦਾਂ ਕੋਈ ਹੁਣ ਆਪਣਾ ਕੋਈ ਪਾਕਿਸਤਾਨ ਦਾ ਫੜ ਲਓ ਜਾਂ ਇੰਡੀਆ ਦਾ ਫੜ ਲੈਂਦੇ ਆ, ਕਿਉਂਕਿ ਇੰਡੀਅਨ ਪਾਕਿਸਤਾਨ 'ਤੇ ਜਾ ਰਹੇ ਆ ਉੱਥੇ। ਉਹ ਟਰਾਂਸਲੇਟਰ ਹੀ ਕਰਦਾ, ਉਹਨੂੰ ਭਾਸ਼ਾ ਆਉਂਦੀ ਸੀਗੀ। ਉਹ ਪਹਿਲਾਂ ਸਟੂਡੈਂਟ ਰਿਹਾ ਆ ਅਫਗਾਨਿਸਤਾਨ ਦਾ। ਉਹਨੇ ਮੈਨੂੰ ਜਾਂਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਮੈਨੂੰ ਕਹਿੰਦਾ ਕਿ ਹਿੰਦੀ ਆਤੀ ਹੈ ਆਪਕੋ? ਮੈਂ ਕਿਹਾ ਹਾਂਜੀ ਹਿੰਦੀ ਆਉਂਦੀ ਹੈ ਮੈਨੂੰ, ਕੋਈ ਗੱਲ ਨਹੀਂ ਮੈਂ ਸਮਝ ਲੂ ਤੇਰੀ। ਕਹਿੰਦਾ ਕਿ ਆਹ ਗੱਲਬਾਤ ਆ ਬਾਈ, ਤੈਨੂੰ ਹੈ ਨਾ ਫੜਿਆ ਗਿਆ ਇਸ ਟਾਈਮ, ਤੇ ਕੋਈ ਡਾਕੂਮੈਂਟ ਹੈ ਨਹੀਂਗੇ। ਮੈਂ ਕਿਹਾ ਡਾਕੂਮੈਂਟ ਮੇਰੇ ਤੋਂ ਹੈਗਾ, ਮੈਂ ਲੀਗਲ ਤਰੀਕੇ ਲਾਇਆ। ਜਿੱਦਾਂ ਮਤਲਬ ਕਿ ਮੇਰੇ ਕੋਲ ਪਾਸਪੋਰਟ ਦੀ ਫੋਟੋ ਕਾਪੀ ਹੈਗੀ ਆ, ਤੁਸੀਂ ਏਅਰਪੋਰਟ ਤੋਂ ਚੈੱਕ ਕਰ ਸਕਦੇ ਆ। ਹਾਂ ਵੈਸੇ ਜੇ ਤੁਹਾਨੂੰ ਲੱਗਦਾ ਹੋਇਆ ਕਿ ਕਿਤੇ ਗੱਲਬਾਤ, ਮੈਨੂੰ ਰਿਪੋਰਟ ਕਰ ਦਿਓ, ਕੋਈ ਗੱਲ ਨਹੀਂ, ਆਹ ਗੱਲਬਾਤ ਆ। ਉਹ ਕਹਿੰਦਾ ਕੋਈ ਗੱਲ ਨਹੀਂ। ਮੈਂ ਕਿਹਾ ਮੇਰੇ ਕੋਲ ਹੈ ਡਾਕੂਮੈਂਟ? ਕਹਿੰਦਾ ਨਹੀਂ ਬਈ ਤੇਰੇ ਤੋਂ ਡਾਕੂਮੈਂਟ ਹੈ ਨਹੀਂਗੇ। ਕਹਿੰਦਾ ਮੈਨੂੰ ਹੁਣ ਉਹਨੇ ਦੱਸਿਆ, ਫਿਰ ਸਹੀ ਗੱਲ ਦੱਸੀ ਉਹਨੇ। ਕਹਿੰਦਾ ਮੈਨੂੰ ਫੋਨ ਆਇਆ ਸੀਗਾ ਕਿ ਟਰਾਂਸਲੇਟਰ ਕਰਨੀ ਆ, ਕਿ ਮੁੰਡੇ ਕੋਲ ਡੁਪਲੀਕੇਟ ਪਾਸਪੋਰਟ ਆ ਤੇਰੇ ਤੋਂ। ਮੈਂ ਚੁੱਪ ਹੋ ਗਿਆ। ਮੈਂ ਕਿਹਾ ਯਾਰ ਡੁਪਲੀਕੇਟ ਪਾਸਪੋਰਟ ਦਾ ਇਹਨਾਂ ਨੂੰ ਕਿੱਦਾਂ ਪਤਾ? ਮੈਨੂੰ ਤਾਂ ਏਜੰਟ ਹਾਂਜੀ ਮੈਂ ਨਾ ਮੰਨਿਆ ਹੀ ਨਹੀਂ। ਮੈਂ ਕਿਹਾ ਉਹ ਦਿਖਾਉਣਗੇ, ਫੋਟੋ ਕਾਪੀ ਦਿਖਾਉਣਗੇ, ਇੱਦਾਂ ਕੁਛ ਵੀ ਹੁੰਦਾ ਨਹੀਂ। ਪਰ ਉਹਨਾਂ ਨੇ ਓਰੀਜਨਲ ਪਾਸਪੋਰਟ ਪੂਰੇ ਦਾ ਪੂਰਾ ਨਾ ਯੂਕਰੇਨ ਦਾ ਮੇਰੇ ਅੱਗੇ ਰੱਖ ਦਿੱਤਾ। ਕਹਿੰਦੇ ਖੋਲ ਇਹਨੂੰ। ਜੋ ਖੋਲ ਕੇ ਦੇਖਿਆ, ਉਹ ਪਾਸਪੋਰਟ ਜਿਹੜੀ ਫੋਟੋ ਆਈ ਸੀਗੀ। ਮੈਂ ਫਿਰ ਚੁੱਪ ਹੋ ਗਿਆ। ਮੈਂ ਫਿਰ ਦਿਮਾਗ ਵਿੱਚ ਇਹੀ ਚੱਲੀ ਯਾਰ ਇਹਨਾਂ ਕੋਲ ਪਾਸਪੋਰਟ ਕਿੱਦਾਂ ਪਹੁੰਚ ਗਿਆ। ਫਿਰ ਅਫਗਾਨਿਸਤਾਨ ਵਾਲੇ ਨੂੰ ਮੈਂ ਪੁੱਛਿਆ, ਚਲੋ ਵੀ ਉਹਨੇ ਦੇਖਿਆ ਮੇਰੇ ਵੱਲ ਦੇਖ ਕੇ, ਪਤਾ ਕੀ ਕਹਿੰਦਾ ਇਹ ਬਈ ਤੁਹਾਡੇ ਵਰਗੇ ਕਈ ਕਬੂਤਰ ਆਉਂਦੇ ਇੱਦਾਂ। ਕਹਿੰਦਾ ਏਜੰਟ ਜ਼ਿਆਦਾਤਰ ਇਹ ਨਹੀਂ ਗੱਲ ਕਿ ਇੰਡੀਆ ਦੇ ਹੀ ਆ, ਕਹਿੰਦਾ ਪਾਕਿਸਤਾਨ ਅਫਗਾਨਿਸਤਾਨ ਦੇ ਹੋ ਗਏ, ਹੋਰ ਕੰਟਰੀਆਂ ਦੇ ਹੋ ਗਏ, ਕਹਿੰਦਾ ਏਜੰਟ ਇੱਦਾਂ ਹੀ ਕਰਦੇ ਆ। ਬੰਦਾ ਨਿਕਲਿਆ ਠੀਕ ਹੈ, ਜੇ ਨਾ ਬੰਦਾ ਨਿਕਲਿਆ ਨਾ ਪਤਾ ਲੱਗ ਗਿਆ ਹੁਣ ਬੰਦਾ ਹੁਣ ਪੱਲਾ ਝੜਨ ਦਿਆ, ਜਾਣੀ ਕਿ ਕਹਿੰਦਾ ਕਿ ਮੈਂ ਹੈ ਨਾ ਘਰ ਜਾਣਾ ਆ ਜਾਂ ਪੈਸਾ ਕੋਈ ਨਹੀਂ ਦੇਣਾ। ਫਿਰ ਕਹਿੰਦਾ ਆਪ ਹੀ ਇਹ ਇਮੀਗ੍ਰੇਸ਼ਨ ਨੂੰ ਫੜਾ ਦਿੰਦੇ ਆ। ਮੈਂ ਕਿਹਾ ਠੀਕ ਆ। ਫਿਰ ਕਹਿੰਦਾ ਜੀ ਉਹ $2,000-1500 ਦਿੰਦੇ ਆ, ਅੱਧੇ ਪੈਸੇ ਏਜੰਟ ਨੇ ਲੈਣੇ ਆ ਤੇ ਅੱਧੇ ਪੈਸੇ ਇਹਨਾਂ ਨੇ ਖਾਣੇ ਆ। ਤੇ ਆਹ ਗੱਲਬਾਤ ਆ ਕਿ ਬਾਕੀ ਕੋਈ ਗੱਲ ਨਹੀਂ, ਪੈਸੇ ਲੈਣੇ ਇਹਨਾਂ ਨੇ। ਪਹਿਲਾਂ 2000 ਕਿਹਾ, ਫਿਰ ਕਹਿੰਦਾ ਨਹੀਂ ਮੈਂ 1500 ਦੇ ਵਿੱਚ ਮੇੜ ਦੇਣਾ। ਮੈਂ ਕਿਹਾ ਕੋਈ ਗੱਲ ਨਹੀਂ ਯਾਰ ਮੈਂ ਪਾਉਂਗਾ, ਮੈਂ ਭਲਾ ਇੱਕ ਗੱਲ ਮੈਂ ਡਿਪੋਰਟ ਹੋਣਾ ਇੱਥੋਂ। ਕਹਿੰਦਾ ਤੈਨੂੰ ਛੱਡ ਦੇਣਗੇ ਪੇਪਰ ਜਿਹਾ ਦੇ ਕੇ ਹਫਤੇ ਦਾ, ਕਿ ਹਫਤੇ ਬਾਅਦ ਕੰਟਰੀ ਵੋਟ ਕਰਦਾ। ਮੈਂ ਕਿਹਾ ਚੱਲ ਠੀਕ ਆ। ਤੇ ਮੈਂ ਉਹ ਗੱਲ ਹੋਈ, ਬੈਠੇ ਆਰਾਮ ਨਾਲ ਸਾਰਾ ਕੰਮ ਗੱਲਬਾਤ ਹੋ ਗਈ ਆ ਸਾਰੇ। ਕੋਈ ਨਾ ਗੱਡੀ ਆਈ ਆ, ਲਾਣੀ ਬੱਤੀਆਂ ਲੱਗੀਆਂ ਤੇ ਨਾ ਇੱਕ ਦੂਜੇ ਦੇ ਮੂੰਹ ਵੱਲ ਦੇਖਿਆ, ਜਾਣੀ ਕਿ ਜਿੱਦਾਂ ਕਹਿੰਦੇ ਨਾ ਆਪਣੇ ਸਹੀ ਜਗ੍ਹਾ 'ਤੇ ਚਲ ਗਏ ਸਾਰੇ ਇਮੀਗ੍ਰੇਸ਼ਨ ਵਾਲੇ। ਪਹਿਲਾਂ ਤਾਂ ਉੱਦਾਂ ਇਕੱਠੇ ਹੋ ਖੜੇ, ਕੋਈ ਵੱਡਾ ਅਫਸਰ ਆਇਆ, ਉਹ ਤੋਂ ਡਰ ਕੇ ਨਾ ਜਾਣੀ ਕਿ ਆਪਣੀ ਕੁਰਸੀਆਂ 'ਤੇ ਹੋਏ, ਕੋਈ ਕੰਪਿਊਟਰ। ਉਹਨਾਂ ਨੂੰ ਨਹੀਂ ਪਤਾ ਸੀਗਾ ਇਹ ਕੁਝ ਚੱਲ ਰਿਹਾ ਅੰਦਰ। ਹਾਂਜੀ ਉਹ ਵੱਡੇ ਅਫਸਰ ਨੂੰ ਨਹੀਂ ਪਤਾ ਸੀਗਾ। ਉਹ ਆਇਆ, ਉਹ ਪਹਿਲਾਂ ਦੇਖਿਆ ਮੇਰੇ ਵੱਲ, ਉਹਨੇ ਪੁੱਛਿਆ ਕੀ ਗੱਲਬਾਤ, ਫਿਰ ਸਿੱਧਾ ਹੀ ਲੰਘ ਗਿਆ ਅੰਦਰ। ਦੇਖ ਕੇ ਸਿੱਧਾ ਲੰਘ ਗਿਆ। ਫਿਰ ਆਉਂਦੇ ਜੇ ਇਹ ਫਿਰ ਫੋਟੋ ਜੀ ਮੇਰੀ ਖਿੱਚੀ ਆ ਤੇ ਪੇਪਰ 'ਤੇ ਸਾਈਨ ਜੇ ਕਰਾ ਕੇ ਉਹ ਕੰਪਿਊਟਰ ਉੱਤੇ ਲੈ ਗਿਆ ਆ। ਜਿਹੜਾ ਸਾਡਾ ਪਾਸਪੋਰਟ ਜਿਹੜਾ ਸਾਹਮਣੇ ਪਿਆ ਸੀ ਨਾ, ਉਹ ਨਹੀਂ ਖਰੇ ਇਹਨਾਂ ਨੇ ਚੱਕਿਆ, ਰੱਬ ਹੀ ਜਾਣਦਾ, ਖਰੇ ਇਹਨਾਂ ਨੇ ਆਪ ਰੱਖਿਆ ਸੀਗਾ, ਪਤਾ ਨਹੀਂ ਕੀ ਗੱਲ ਆ। ਉਹਨੂੰ ਚੱਕਣਾ ਚਾਹੀਦਾ ਸੀਗਾ ਇਹਨਾਂ ਨੂੰ, ਜਿਹੜੇ ਛੋਟੇ ਸੀ ਜਿਹਨਾਂ ਫੜ ਕੇ ਲਿਆਂਦਾ ਸੀਗਾ। ਉਹ ਅਫਸਰ ਨੇ ਪਾਸਪੋਰਟ ਚੱਕਿਆ, ਦੇਖਿਆ, ਦੇਖਦਾ ਰਿਹਾ, ਫਿਰ ਹੱਸਣ ਲੱਗ ਪਿਆ ਮਾੜਾ ਜਿਹਾ, ਪਤਾ ਨਹੀਂ ਮੈਨੂੰ ਕੀ ਕਿਹਾ। ਅਫਗਾਨਿਸਤਾਨ ਨੇ ਟਰਾਂਸਲੇਟਰ ਨਹੀਂ ਜਾਣੀ ਕਿ ਕੀਤੀ। ਉਹ ਜਾ ਕੇ ਕੰਪਿਊਟਰ 'ਤੇ ਬਹਿ ਗਿਆ। ਉਹਨੇ ਪਾਸਪੋਰਟ ਦਾ ਜਿਹੜਾ ਪੁਰਾਣਾ ਪਾਸਪੋਰਟ ਸੀਗਾ, ਉਹਦਾ ਨੰਬਰ ਹੈ ਨਾ, ਜਾਣੀ ਕਿ ਜੋ ਵੀ ਨਾਮ ਵਗੈਰਾ ਲਿਖ ਕੇ ਸਰਚ ਮਾਰਿਆ। ਤੇ ਫਿਰ ਯਕਦਮ ਹੈ ਨਾ ਐਨਕਾਈਆਂ ਲਾ ਕੇ ਨਾ ਪਛਾਣ ਬੜੇ ਜ਼ੋਰ ਨਾਲ ਹੈ ਨਾ ਮੇਰੇ ਵੱਲ ਦੇਖਿਆ ਇਹਨੇ। ਦੇਖਿਆ ਤੇ ਫਿਰ ਜਾਣੀ ਕਿ ਕੰਪਿਊਟਰ ਵੱਲ ਨੂੰ ਦੇਖ ਲਾ, ਫਿਰ ਮੇਰੇ ਵੱਲ ਦੇਖਿਆ, ਫਿਰ ਉਹਨੇ ਫੋਨ ਲਾ ਲਿਆ ਇਕੱਲੇ। ਉਹਨੇ ਫਿਰ ਬਾਕੀਆਂ ਨੂੰ ਕਹਿੰਦਾ, ਆਵਾਜ਼ ਮਾਰੀ, ਸਾਰੇ ਇਕੱਠੇ ਹੋ ਕੇ, ਪਤਾ ਨਹੀਂ ਉਹਨੂੰ ਕੀ ਕਿਹਾ, ਮੈਨੂੰ ਭਾਸ਼ਾ ਨਹੀਂ ਹੁੰਦੀ ਸੀ ਟਾਈਮ ਗਈ। ਇਹਨਾਂ ਨੂੰ 4-5 ਗੱਡੀਆਂ ਹੋਰ ਆ ਗਈਆਂ। ਉਹ ਫਿਰ 4-5 ਗੱਡੀਆਂ ਹੋਰ ਆਈਆਂ, ਫਿਰ ਗੱਡੀਆਂ ਹੀ ਗੱਡੀਆਂ ਹੋ ਗਈਆਂ, ਫਿਰ ਗੱਡੀਆਂ ਹੀ ਆਈ ਜਾਣ। ਕੋਈ ਇੱਧਰੋਂ ਫੋਟੋ ਖਿੱਚੇ, ਕੋਈ ਕੰਪਿਊਟਰ ਲੈਪਟਾਪ 'ਚ ਚੱਕ ਕੇ ਲਿਆਇਆ ਕਰੇ ਮੇਰੇ ਅੱਗੇ ਕਿ ਆਹ ਆਈਡੀ ਆ, ਇਹ ਪਾਸਵਰਡ। ਮੈਨੂੰ ਕੀ ਪਤਾ ਮੈਂ ਹੁਣ ਕੀ ਕਰਦਾ। ਕਿ ਕੋਈ ਜਿੱਦਾਂ ਕਹੇ, ਜਿੱਦਾਂ ਉੱਧਰ ਹੁਣ ਰਸ਼ੀਆ ਜਲਦੀ ਆ, ਜਿੱਦਾਂ ਆਪਾਂ ਕਹਿੰਦੇ ਕਿ ਤੈਨੂੰ ਭਾਸ਼ਾ ਆਉਂਦੀ, ਉਹ ਪਾਣੀ ਮਾਰ ਰੂਸਕੀ, ਜਾਣੀ ਕਿ ਜਿਹੜਾ ਵੀ ਰੂਸਕੀ ਪਾਣੀ ਮਾਸ। ਮੈਂ ਕਿਹਾ ਨਹੀਂ ਪਤਾ ਮੈਨੂੰ ਕੀ ਕਹਿੰਦੇ ਪਏ ਤੁਸੀਂ।
ਕਰਦੇ ਕਰਾਉਂਦੇ ਤੇ ਫਿਰ ਉਹ ਹੌਲੀ ਹੌਲੀ ਨਾ ਸਾਰੇ ਕੈਮਰੇ ਵਾਲੇ ਉਹਨਾਂ ਨੇ ਪਾਸੇ ਕਰ ਦਿੱਤੇ, ਕੈਮਰੇ ਕੁਮਰੇ ਬੰਦ ਕਰਤੇ। ਫਿਰ ਆਪ 4-5 ਜਣੇ ਆ ਗਏ ਮੇਰੇ ਲਾਗੇ। ਪਹਿਲਾਂ ਤਾਂ ਮੈਨੂੰ ਕਹਿਣ ਤੂੰ ਉਹ ਬੰਦਾ ਜਿਹੜਾ ਪਾਸਪੋਰਟ ਆ, ਇਹ ਤੇਰਾ ਪਾਸਪੋਰਟ ਆ? ਮੈਂ ਕਿਹਾ ਨਹੀਂ ਮੇਰਾ ਪਾਸਪੋਰਟ ਨਹੀਂ ਗਾ। ਕਹਿੰਦਾ ਨਹੀਂ ਤੂੰ ਇਹ ਹੀ ਆ ਜਿਹੜਾ ਪਾਸਪੋਰਟ ਤੈਨੂੰ ਤਾਂ ਅਸੀਂ ਲੱਭਦੇ ਪਏ ਆ। ਫਿਰ ਮੈਨੂੰ ਕੋਈ ਫੇਰ ਨਾ ਸਮਝ ਲੱਗੇ, ਅਫਗਾਨਿਸਤਾਨ ਵਾਲੇ ਨੂੰ ਕਹਿੰਦਾ ਮੈਂ ਕਿਹਾ ਸਹੀ ਤਰ੍ਹਾਂ ਦੱਸ। ਕਹਿੰਦਾ ਬਈ ਆਹ ਗੱਲ ਟੈਰਰਿਸਟ ਬੰਦਾ ਜਿਹੜਾ ਤੂੰ ਨਾ ਪਾਸਪੋਰਟ ਤੇਰੇ ਕੋਲ ਆ। ਮੈਂ ਕਿਹਾ ਅੱਛਾ। ਮੈਂ ਟੈਰਰਿਸਟ ਦੇ ਨਾਮ ਤੇ ਤੁਹਾਡਾ ਪਾਸਪੋਰਟ ਬਣਾਤਾ? ਹਾਂਜੀ, ਉਹ ਜੀ ਅੱਤਵਾਦੀ ਕਰਾਰ ਸੀਗਾ, ਬਾਬਾ ਟਾਈਮ ਦਾ ਉਹਨੂੰ ਲੱਭਦੇ ਪਏ ਆ। ਤੇ ਮੈਂ ਕਿਹਾ ਯਾਰ ਮੈਨੂੰ ਕੀ ਪਤਾ ਯਾਰ ਕੀ ਕਿਹੜਾ ਬੰਦਾ ਜੋ ਮੈਂ ਭਰਾਵਾ, ਮੈਨੂੰ ਤਾਂ ਤਕਰੀਬਨ ਹੋਏ ਯਾਨੀ ਕਿ 3.5 ਮਹੀਨੇ ਹੋਏ ਆਏ ਨੂੰ, ਮੈਨੂੰ ਤਾਂ ਪਤਾ ਵੀ ਨਹੀਂ ਯਾਰ। ਨਾ ਤਾਂ ਗੁੰਡੇ ਕੋਈ ਵੀ ਜਿੱਦਾਂ ਇਹ ਟੈਰਰਿਸਟ ਦੀ ਗੱਲ ਕਰਦੇ, ਨਾ ਮੈਂ ਕੋਈ ਇੰਡੀਆ ਦੇਖਿਆ ਤੇ ਨਾ ਇੱਥੇ ਮੈਂ ਕੀ ਕਰਦਾ, ਮੇਰਾ ਇੰਡੀਆ ਨਹੀਂ ਮੈਂ ਕਿਸੇ ਨੂੰ ਜਾਣਦਾ। ਲੈ ਵੀ ਸਾਰੀ ਗੱਲਬਾਤ ਹੋਈ ਆ, ਨਹੀਂ ਮੰਨੇ ਉਹ। ਕਹਿੰਦੇ ਚਲੋ ਮੰਨ ਲਓ ਉਹ ਅਸੀਂ ਐਗਜ਼ਾਮਪਲ ਮੰਨਦੇ ਤੂੰ ਉਹ ਬੰਦਾ ਹੈ ਨਹੀਂ ਗਾ। ਕਹਿੰਦੇ ਤੂੰ ਉਹਦਾ ਬੰਦਾ ਹੋ ਸਕਦਾ, ਉਰੇ ਪੈਸੇ ਕਢਾਉਣ ਆਇਆ। ਮੈਂ ਪੈਸੇ ਮੈਂ ਕਿੱਦਾਂ ਕਢਾ ਲੈਣੇ ਉਹਦੇ? ਕਹਿੰਦੇ ਉਰੇ 100 ਉਰੇ ਖਾਤੇ ਆ, ਠੀਕ ਹੈ ਨਾ, ਕਈ ਨਾਮ ਉਹਨੇ ਰੱਖੇ ਆ, 100 ਖਾਤੇ ਉਹਦੇ ਸ਼ੇਅਰ ਕੁਛ ਨਾ ਕੁਛ ਹੋਊਗਾ ਤਾਂ ਹੀ ਆ। ਨਹੀਂ ਮੰਨਿਆ, ਮੈਂ ਨਹੀਂ ਮੰਨਿਆ। ਮੈਂ ਕਿਹਾ ਨਹੀਂ। ਪਾਸਪੋਰਟ ਦੀ ਹੱਕ 'ਚ ਗੱਲ ਹੋਈ ਤੇ ਪਾਸਪੋਰਟ ਉਹ ਫਿਰ ਮੈਨੂੰ ਅਫਗਾਨਿਸਤਾਨ ਵਾਲੇ ਨੇ ਦੱਸਿਆ, ਕਹਿੰਦਾ ਇਹ ਪਾਸਪੋਰਟ ਜਿਹੜੇ ਹੈਗੇ ਨਾ ਪੁਰਾਣੇ, ਇਹ ਜਦੋਂ ਏਜੰਟ ਡੋਂਕੀ ਲਵਾਉਂਦੇ ਆ ਨਾ ਬਾਏ ਟੈਕਸੀ, ਆਰਮੀ ਵਾਲਿਆਂ ਨਾਲ ਸੈਟਿੰਗ ਹੁੰਦੀ ਆ, ਆਰਮੀ ਵਾਲਿਆਂ ਨੂੰ ਪਤਾ ਹੁੰਦਾ ਕਿ ਬੰਦਾ ਲੰਘਣਾ ਆ, ਉਹ ਫਿਰ ਪੁਰਾਣੇ ਪਾਸਪੋਰਟ 'ਤੇ ਮੋਹਰ ਲਗਾ ਕੇ ਲੰਘਾ ਦਿੰਦੇ ਹੁੰਦੇ ਆ। ਉਹ ਜਿਹੜਾ ਟੈਕਸੀ ਵਾਲਾ ਹੁੰਦਾ ਆ, ਉਹ ਭਾਵੇਂ ਜੇ ਜਰਮਨ ਛੱਡਣਾ ਜਰਮਨ ਛੱਡ ਦੇਵੇ, ਜੇ ਪੋਲੈਂਡ ਛੱਡਣਾ ਪੋਲੈਂਡ ਛੱਡ ਦੇਵੇ, ਛੱਡ ਕੇ ਉਹ ਪਾਸਪੋਰਟ ਉਹਨੇ ਵਾਪਸ ਲੈ ਆਉਣਾ ਤੇ ਉਸ ਪਾਸਪੋਰਟ 'ਤੇ ਦੁਬਾਰਾ ਬੰਦਾ ਛੱਡ ਦੇਣਾ। ਤੇ ਇਹ ਜਿਹੜਾ ਪਾਸਪੋਰਟ ਤੇਰਾ ਜਿਹੜਾ ਹੈ ਨਾ ਮੇਰਾ, ਇਹ ਮੈਡਮ ਹੈ ਪੁਰਾਣਾ ਸੀਗਾ, ਪਰ ਬੰਦ ਨਹੀਂ ਹੋਇਆ ਸੀਗਾ। ਜਿੱਦਾਂ ਪੁਰਾਣੇ ਪਾਸਪੋਰਟ ਜਿਹੜੇ ਯੂਜ਼ ਕਰਦੇ ਨਾ ਬੰਦ ਹੋਏ ਹੁੰਦੇ ਆ, ਕਿਉਂਕਿ ਉਦੋਂ ਕੰਪਿਊਟਰ ਜ਼ਮਾਨਾ ਤਾਂ ਹੁਣ ਜੇ ਆਇਆ ਆ, ਪਹਿਲਾਂ ਨਹੀਂ ਹੁੰਦਾ ਸੀਗਾ ਸਿਸਟਮ। ਉਹ ਥੋੜ੍ਹਾ ਬੈਕਵਰਡ ਆ, ਪਿੱਛੇ ਆ ਸਾਡੇ ਤੋਂ। ਤੇ ਉਹ ਕਹਿੰਦਾ ਇਹ ਪਾਸਪੋਰਟ ਕਹਿੰਦਾ ਇਹਨਾਂ ਨੇ ਸਪੈਸ਼ਲ ਨੈਟ ਤੇ ਚਾੜਿਆ ਕਿ ਕੋਈ ਬੰਦੇ ਦਾ ਕਿਤੇ ਯੂਜ਼ ਹੋਵੇ, ਕੋਈ ਵੀ ਆਈਡੀ ਉਹਦੀ ਹਰ ਇੱਕ ਦੀ ਆਈਡੀ ਯੂਜ਼ ਚਾਲੀ ਆ, ਬੰਦ ਨਹੀਂ ਕੀਤੀ। ਉਹ ਆਈਡੀ ਜਿਹੜੀ ਚੱਲਦੀ ਪਈ ਸੀ, ਅਫਸਰ ਨੇ ਦੇਖ ਲਈ ਆ ਤੇ ਆਹ ਗੱਲਬਾਤ ਆ ਤੇ ਤੂੰ ਉਹਦਾ ਬੰਦਾ ਆ। ਮੈਂ ਕਰ ਲਓ। ਫਿਰ ਉਹਨਾਂ ਨੇ ਮੈਡਮ ਜ਼ੋਰ ਲਾਇਆ, ਪੂਰਾ ਜ਼ੋਰ ਪੂਰਾ ਲਾਇਆ ਤੇ ਨਹੀਂ ਗੱਲ ਬਣੀ, ਉਹਨਾਂ ਕੋਲ ਗੱਲ ਨਹੀਂ ਬਣੀ। ਤੇ ਫਿਰ ਸਾਰੀ ਜਾਣੀ ਕਿਉਂਕਿ ਉਹ ਜਿੱਦਾਂ ਕਹਿੰਦੇ ਆ ਨਾ ਕਿ ਉਹਨਾਂ ਨੂੰ ਇੱਦਾਂ ਨਾ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਸੀਗੀ। ਵੱਡੇ ਅਫਸਰਾਂ ਨੇ ਫੜਿਆ, ਉਹਨਾਂ ਨੂੰ ਪਹਿਲਾਂ ਕਲੀਅਰ ਕਰਨਾ ਚਾਹੀਦਾ ਕਿ ਮੈਂ ਉਹ ਹਾਂ ਜਾਂ ਮੈਂ ਹੈ ਨਾ ਬੇਕਸੂਰ ਆ ਜਾਂ ਕਸੂਰਵਾਰ ਆ। ਇਹ ਨਹੀਂ ਕੀਤਾ ਮੈਡਮ। ਉਹ ਬੰਦੇ ਪਿੱਛੇ ਇੰਨੇ ਹੀ ਹੱਥ ਧੋ ਕੇ ਪੈ ਸੀਗੇ, ਉਹਨਾਂ ਨੇ ਜੋ ਵੀ ਤਾਂ ਫੋਨ ਕਰ ਦਿੱਤਾ। ਫਿਰ ਜਾਣੀ ਕਿ ਪਿੱਛੇ ਕਦਮ ਚੱਕਣਾ ਉਹਨਾਂ ਲਈ ਔਖਾ ਹੋ ਗਿਆ ਹੈਗਾ। ਚਲੋ ਗੱਲਬਾਤ ਹੋਈ ਤੇ ਮੈਨੂੰ ਕਹਿੰਦੇ ਤੂੰ ਇੱਕ ਕੰਮ ਆ। ਫਿਰ ਜਾਣੀ ਕਿ ਪਹਿਲਾਂ ਆਪਸ ਵਿੱਚ ਸਲਾਹ ਕੀਤੀ, ਫਿਰ ਮੇਰੇ ਕੋਲ ਆਏ, ਫਿਰ ਟਰਾਂਸਲੇਟਰ ਪੈ ਗਿਆ ਕੋਲ। ਮੈਨੂੰ ਕਹਿੰਦੇ ਇੱਕ ਕੰਮ ਆ, ਇਹ ਪਾਸਪੋਰਟ ਆਰਮੀ ਦੇ ਅੰਡਰ ਜਮ੍ਹਾਂ ਹੁੰਦਾ ਆ ਤੇ ਸਾਡੇ ਕੋਲ ਬੰਦਾ ਵੀ ਹੈਗਾ ਆ ਜਿਨ੍ਹਾਂ ਕੋਲ ਇਹ ਆਰਮੀ ਦੇ ਪਾਸਪੋਰਟ ਜਮ੍ਹਾਂ ਹੁੰਦੇ ਆ, ਤੇ ਤੂੰ ਉਹਦੇ ਖਿਲਾਫ ਗਵਾਹੀ ਦੇਣੀ। ਬਸ ਇਹ ਨਹੀਂ ਕਹਿਣਾ ਕਿ ਉਹਦੇ ਖਿਲਾਫ ਗਵਾਹੀ ਦੇਣੀ, ਯਾਨੀ ਕਿ ਉਹਨਾਂ ਦੇ ਖਿਲਾਫ ਗਵਾਹੀ ਦੇਣੀ, ਇੱਕ ਦੇ ਖਿਲਾਫ ਨਹੀਂ, ਸਾਰਿਆਂ ਦੇ ਖਿਲਾਫ ਗਵਾਹੀ ਦੇਣੀ। ਕਿ ਇੰਨਾ ਕਹਿਣਾ ਕਿ ਮੈਂ ਉਹ ਆਰਮੀ ਵਾਲੇ ਨੂੰ ਨਹੀਂ ਜਾਣਦਾ, ਹੈ ਆਰਮੀ ਵਾਲਾ ਬੰਦਾ ਸੀਗਾ, ਠੀਕ ਹੈ ਨਾ। ਆਰਮੀ ਤੇ ਮੇਰਾ ਜਿਹੜਾ ਪਾਸਪੋਰਟ ਬਣਾ ਕੇ ਦਿੱਤਾ। ਮੈਂ ਕਿਹਾ ਚਲੋ ਠੀਕ। ਮੈਂ ਨਾ ਚੁੱਪ ਕਰ ਗਿਆ। ਮੈਨੂੰ ਕੋਈ ਸਮਝ ਨਹੀਂ ਲੱਗਦੀ ਮੈਡਮ, ਪਹਿਲੀ ਵਾਰੀ ਹੋਇਆ ਮੇਲਾ। ਮੈਂ ਕਿਹਾ ਜੀ ਮੈਂ ਨਹੀਂ ਜਾਣੀ ਕਿ ਦੇਣਾ, ਗਵਾਹੀ ਨਹੀਂ ਦੇਣੀ। ਕਿ ਉਹਨੇ 2-3 ਵਾਰੀ ਪੁੱਛਿਆ, ਨਹੀਂ ਦੇਣੀ। ਉਹ ਬਾਹਰ ਵਿੱਚ ਉੱਠਿਆ, ਉਹ ਕਹਿੰਦਾ ਕਿ ਸਾਡੇ ਕੋਲ ਤਾਂ ਫਿਰ ਕੁੱਤੇ ਵੀ ਬੋਲਦੇ ਆ, ਜਾਨਵਰ ਵੀ ਬੋਲਦੇ ਆ। ਕਹਿੰਦਾ ਜਾਨਵਰਾਂ ਦੀ ਗਵਾਹੀ ਦੇਣ ਤੇ ਆ ਗਏ, ਜੇ ਜਾਨਵਰ ਵੀ ਗਵਾਹੀ ਦੇਣਗੇ। ਇੰਨੀ ਗੱਲ ਕਹਿ ਕੇ ਚਲੇ ਗਏ ਆ। ਤੇ ਅਫਗਾਨਿਸਤਾਨ ਵਾਲਾ ਜਾਣੀ ਕਿ ਉੱਠ ਕੇ ਉਹਨੇ ਸਾਈਨ ਕੀਤੇ ਪੇਪਰ ਜੇ ਇਹਦੇ ਵਿੱਚ ਹਾਜ਼ਰੀ ਜੀ ਲਾਈ ਆ, ਤੇ ਆਪਣੇ ਜੋ ਵੀ ਆਪਣਾ ਬਣਦਾ ਕਰੀਬਨ ਚੱਲਦੇ ਆ, ਜੋ ਵੀ ਉਹਨੂੰ ਟਰਾਂਸਲੇਟਰ ਕਰਨ ਦੇ ਪੈਸੇ ਦੇਣੇ ਉਹਨਾਂ ਨੇ ਦੇ ਤੇ ਉਹ ਚਲਾ ਗਿਆ ਅਫਗਾਨਿਸਤਾਨ ਵਾਲਾ। ਅਗਲੇ ਦਿਨ ਇਹਨਾਂ ਰਿਮਾਂਡ ਤੇ ਲੈ ਲਿਆ। ਇੰਨੀ ਸਾਰੀ ਗੱਲਬਾਤ ਦੇ ਵਿੱਚ ਤੁਹਾਡੀ ਏਜੰਟ ਨਾਲ ਕਦੀ ਗੱਲ ਨਹੀਂ ਹੋਈ ਕਿ ਇੱਥੇ ਇੰਨਾ ਕੁਝ ਚੱਲ ਰਿਹਾ ਤੇ ਏਜੰਟ ਕੁਝ ਵੀ ਨਹੀਂ ਕਰ ਰਿਹਾ? ਮੈਡਮ ਫੋਨ ਤੱਕ ਹੀ ਖੋਲਿਆ, ਕੁਛ ਨਹੀਂ ਦਿੱਤਾ ਉਹਨਾਂ ਨੇ ਮੈਨੂੰ। ਕਿਸੇ ਨੂੰ ਭੜਕ ਨਹੀਂ ਲੱਗਣ ਦਿੱਤੀ ਕਿ ਮੈਂ ਕਿੱਥੇ ਆ, ਜਾਂ ਨਾ ਮੈਨੂੰ ਪਤਾ ਮੈਂ ਕਿੱਥੇ ਆ। ਉਹ ਦਫ਼ਤਰ ਜਿਹਾ ਇਹੋ ਜਿਹਾ, ਜਦੋਂ ਰਿਮਾਂਡ ਤੇ ਲੈ ਕੇ ਗਏ ਫਿਰ ਘਰ ਜਿਹਾ ਚੇਂਜ ਕੀਤਾ ਉਹਨਾਂ ਨੇ। ਦਫ਼ਤਰ ਜਿਹਾ ਉਹ ਭੇੜਾ ਜਿਹਾ ਦਫ਼ਤਰ ਉੱਥੇ ਲੈ ਗਿਆ, ਅੰਦਰ ਇੱਕ ਹਨੇਰਾ ਜਿਹਾ ਕਮਰਾ ਉੱਥੇ ਬਿਠਾ ਲਿਆ ਉਹਨਾਂ ਨੇ। ਵਾਹਵਾ ਚੀਜ਼ਾਂ ਉੱਥੇ ਪਈਆਂ ਸੀਗੀਆਂ। ਉਹਨਾਂ ਨੇ ਫਿਰ ਜਾ ਕੇ ਟੋਰਚਰ ਕੀਤਾ ਉਹਨਾਂ ਨੇ। ਪਹਿਲਾਂ ਤਾਂ ਉਹਨਾਂ ਨੇ ਜਾਣੀ ਕਿ ਥੱਪੜੇ ਚਪੇੜਾ ਚਪੂੜਾ ਹੀ ਮਾਰੀਆਂ, ਤੇ ਮੈਂ ਜਾਣੀ ਕਿ ਚਪੇੜਾ ਚਪੂੜਾ ਨੂੰ ਮੈਂ ਨਹੀਂ ਪਰਵਾਹ ਕੀਤੀ। ਮੈਂ ਕੋਈ ਗੱਲ ਨਹੀਂ, ਮੈਂ ਕਿਹਾ ਮੈਂ ਜਾਣਦਾ ਹੀ ਨਹੀਂ ਗਾ। ਬਾਅਦ ਵਿੱਚ ਮੈਡਮ ਉਹਨਾਂ ਨੇ ਫਿਰ ਜ਼ਿਆਦਾ ਕੁੱਟਣਾ ਸ਼ੁਰੂ ਕਰਤਾ। ਫਿਰ ਆਹ ਹੱਥ ਆ ਜਿਹੜੇ ਤਕਰੀਬਨ ਗੁੱਠਿਆਂ ਦੇ 2 ਗੁੱਠੇ ਆ ਨਾ ਜਿਹੜੇ, ਇਹਨਾਂ ਨੂੰ ਛੱਡਿਆ ਬਸ, ਬਾਕੀ 4 ਹੱਥ ਵਾਲੇ ਨੂੰ ਪੜ ਦਿੱਤੇ। ਆ ਜਿਹੜੇ ਨਿਸ਼ਾਨ ਪਏ ਇਹ ਵੀ ਉਹੀ ਤਸ਼ੱਦਦ ਦੇ ਜਿੱਦਾਂ ਆ ਬਣੇ ਹੋਏ ਆ ਤੁਹਾਡੇ ਹੱਥ ਦੇ ਉੱਤੇ ਨਿਸ਼ਾਨ ਪਿਆ? ਹਾਂਜੀ ਮੈਡਮ, ਉਹ ਤਾਂ ਜਿੱਦਾਂ ਮਤਲਬ ਆਹ ਜਿਹੜੀਆਂ ਉਂਗਲਾਂ ਆ ਇੱਥੇ ਤਾਂ ਜਾਣੀ ਕਿ 2020 ਦੇ ਵਿੱਚ ਮਾਸ ਆਇਆ, ਮਾਸ ਭਰੀ ਜਾਂਦਾ ਸੀਗਾ। ਅੱਛਾ, ਤੁਸੀਂ ਇਹ ਵੀ ਦੱਸ ਰਹੇ ਸੀ ਕਿ ਹੱਡੀਆਂ ਬਾਹਰ ਆ ਗਈਆਂ ਸੀਗੀਆਂ? ਹਾਂਜੀ, ਉਹ ਜਾਣੀ ਕਿ ਜਿੱਦਾਂ ਇੱਕ ਫਾਈਬਰ, ਜਿੱਦਾਂ ਆਪਾਂ ਕਹਿੰਦੇ ਨੇ ਚਾਦਰਾਂ ਆਪਾਂ ਕੋਠੇ ਤੇ ਪਾਈਏ, ਇੱਦਾਂ ਇੱਕ ਤਾਂ ਸੀਮਟ ਦੀਆਂ ਲੋਹੇ ਦੀਆਂ ਫਾਈਬਰ ਦੀਆਂ ਹੁੰਦੀਆਂ, ਉੱਦਾਂ ਹੀ ਇੱਕ ਜਾਣੀ ਕਿ ਬਣਿਆ ਸੀਗਾ। ਉਹ ਪੱਤੀਆਂ ਜਿਹੀਆਂ ਲੱਗੀਆਂ ਸੀ ਗੋਲ ਜੀਆਂ, ਉਹਦੇ ਵਿੱਚ ਜਾਣੀ ਕਿ ਉਹਨਾਂ ਨੇ ਮੇਰੀਆਂ ਉਂਗਲਾਂ ਕੱਸ ਦਿੱਤੀਆਂ ਸੀਗੀਆਂ।
ਤੇ ਫਿਰ ਇੱਧਰ ਹੀ ਸਾਈਡ ਤੋਂ ਸਟਾਰਟ ਹੋਏ ਪੱਟਣਾ, ਉਹਨੇ ਕੱਲਾ ਕੱਲਾ ਕਰਕੇ ਨਹੁੰ ਪੱਟਿਆ ਉਹਨਾਂ ਨੇ। ਤੇ ਯਾਨੀ ਕਿ ਜਦੋਂ ਤਾਂ 2 ਨਹੁੰ ਪੱਟੇ ਮੈਂ ਉਦੋਂ ਹੀ ਮੰਨ ਗਿਆ ਸੀ। ਮੈਂ ਕਿਹਾ ਜਿੱਦਾਂ ਤੁਸੀਂ ਕਹੋਗੇ ਉੱਦਾਂ ਕਰੂੰਗਾ ਮੈਂ। ਮਤਲਬ ਇੰਨਾ ਤਸ਼ੱਦਦ ਕੀਤਾ ਵੀ ਮਾਸ ਜਿਹੜਾ ਹੈ ਉਹਨੂੰ ਵੀ ਆਉਣ ਵਿੱਚ 6 ਤੋਂ 7 ਮਹੀਨੇ ਲੱਗ ਗਏ ਹੈ ਨਾ ਆਉਣ ਦੇ ਲਈ। 2018 ਦੇ ਵਿੱਚ ਮੈਂ ਫੜਿਆ ਗਿਆ 18 ਦੇ ਵਿੱਚ ਜਾਣੀ ਕਿ ਫੜਿਆ ਗਿਆ ਸੀਗਾ। ਜਾਣੀ ਕਿ 3 ਕੁ ਮਹੀਨਿਆਂ ਬਾਅਦ ਮੈਂ ਜਦੋਂ ਉੱਥੇ ਜਾ ਰਿਹਾ ਤੇ ਫਿਰ ਮੈਂ ਫੜਿਆ ਗਿਆ ਸੀਗਾ। ਜਾਣੀ ਕਿ ਬਾਅਦ ਵਿੱਚ ਸਾਰੇ ਉਦੋਂ ਦਾ ਫੜਿਆ ਗਿਆ, ਜਾਣੀ ਕਿ ਬਾਅਦ ਵਿੱਚ 2020 1.5 ਕੁ ਸਾਲ ਬਾਅਦ ਜਾਣੀ ਕਿ ਮਾਸ ਜਿਹੜਾ ਹੈ ਨਾ ਆਉਂਦਾ ਸੀ ਭੁਰ ਜਾਂਦਾ ਸੀ ਜਿੱਦਾਂ ਮਤਲਬ ਆਉਂਦਾ ਸੀਗਾ, ਜਾਣੀ ਕਿ ਜਿੱਦਾਂ ਖੁਸ਼ਕੀ ਟਾਈਪ ਨਹੀਂ ਹੋ ਜਾਂਦੀ ਜਿੱਦਾਂ ਉਹ ਭੁਰ ਜਾਂਦਾ ਸੀਗਾ ਮਾਸ। ਉਹ ਫਿਰ ਜਦੋਂ ਪਾਣੀ ਪੂਣੀ ਵਿੱਚ ਇੱਦਾਂ ਹੱਥ ਧੋਈ ਦੇ ਕੇ ਫਿਰ ਦਰਦ ਬਹੁਤ ਹੁੰਦੀ ਸੀਗੀ, ਜਾਂ ਹਵਾ ਹੀ ਲੱਗਦੀ ਸੀ ਤੇ ਉਦੋਂ ਦਰਦ ਕਰਨ ਲੱਗ ਪੈਂਦੀਆਂ ਉਂਗਲਾਂ। ਤੇ ਆਹ ਗੱਲਬਾਤ ਹੋਈ ਆ ਜੀ ਉਹਨਾਂ ਨੂੰ। ਤਾਂ ਜਦੋਂ ਪੱਟੇ ਮੈਂ ਤਾਂ ਉਦੋਂ ਹੀ ਮੰਨ ਗਿਆ। ਮੈਂ ਕਿਹਾ ਜੇ ਤੁਸੀਂ ਕਹੋਗੇ ਅੱਤਵਾਦੀ ਮੈਂ ਅੱਤਵਾਦੀ ਹਾਂ, ਜੇ ਤੁਸੀਂ ਕਹੋਗੇ ਕਿ ਕਤਲ ਕੀਤਾ ਮੈਂ ਕਤਲ ਕੀਤਾ। ਪਰ ਉਹ ਅਫਗਾਨਿਸਤਾਨ ਵਾਲਾ ਟਰਾਂਸਲੇਟਰ ਨਹੀਂ ਸੀਗਾ ਕੋਲ। ਉਹ ਮੈਡਮ ਤਕਰੀਬਨ ਆਇਆ 4 ਕੁ ਵਜੇ ਦਾ 4 ਕੁ ਵਜੇ ਦਾ ਕੋਲ ਆਇਆ ਉਹ। ਤੇ ਉਹਨੇ ਆ ਕੇ ਫਿਰ ਉਹਨੇ ਫਿਰ ਛੱਡ ਦਿੱਤਾ ਉਹਨਾਂ ਨੇ। ਜਾਣੀ ਕਿ ਸਰੀਰ ਦਾ ਬੁਰਾ ਹਾਲ ਕਰ ਦਿੱਤਾ ਸੀਗਾ ਉਹਨਾਂ ਨੇ। ਕੁਛ ਲਾਈਟ ਜਿਹੜੀ ਅੱਖਾਂ ਵਿੱਚ ਗੋਲ ਜੀ ਲਾਈਟ ਸੀਗੀ, ਬੜੀ ਤੇਜ਼ ਰੋਸ਼ਨੀ ਸੀਗੀ। ਤੇ ਕੱਟ ਵਾਲੀਆਂ ਜਾਣੀ ਕਿ ਚੀਪੀਆਂ ਹੀ ਆਈਆਂ, ਜਿਹੜੀ ਆਮ ਚੀਪੀ ਤੋਂ ਜਿਹੜੀ ਸੈਲੋ ਟੇਪ ਨਹੀਂ ਹੁੰਦੀ ਆਮ ਸੈਲੋ ਟੇਪ, ਉਹ ਤੋਂ ਜਾਣੀ ਕਿ ਮੋਟੀ ਸੀ ਥੋੜ੍ਹੀ। ਉਹ ਅੱਖਾਂ ਉੱਤੇ ਲਾ ਦਿੱਤੀ ਸੀ, ਜਾਣੀ ਕਿ ਅੱਖਾਂ ਝਮੱਕੀਆਂ ਨਹੀਂ ਜਾਂਦੀਆਂ ਸੀਆਂ। ਤੇ ਉਹ ਗੋਲ ਟੈਪ ਦੀ ਲਾਈਟ ਸੀਗੀ, ਉਹ ਲਿਆਉਂਦੇ ਸੀ ਅੱਖਾਂ ਦੇ ਕੋਲ। ਉਹਦੀ ਰੋਸ਼ਨੀ ਬਹੁਤ ਤੇਜ਼ ਸੀ, ਬਿਲਕੁਲ ਕੋਲ ਲੈ ਆਉਂਦੇ ਸੀਗੇ ਉਹ। ਤੇ ਜਾਂ ਫਿਰ ਇੱਕ ਕੁਰਸੀ ਜਿਹੀ ਬਣਾਈ ਸੀਗੀ ਉਹਨਾਂ ਨੇ, ਉਹਦੇ ਵਿੱਚ ਨਾ ਥੱਲੇ ਜਿੱਦਾਂ ਸਿਲਵਰ ਦੀ ਪਲੇਟ ਲੱਗੀ ਸੀ ਇਸ ਟੈਪ ਕਰਕੇ। ਉਹਦੇ ਉੱਤੇ ਨੰਗਾ ਪੈਰਾਂ ਤੋਂ ਕਰਕੇ ਨਾ ਉਹਨਾਂ ਨੇ ਤੇ ਕੈਪਰੀ ਜਿਹੀ ਪਾਈ ਸੀ ਇਕੱਲੀ। ਤੇ ਉਹਦੇ ਉੱਤੇ ਪੈਰ ਰਖਾ ਕੇ ਨਾ ਜਿਹੜੀਆਂ ਬਾਹਾਂ ਜਿਹੜੀਆਂ ਸੀ ਨਾ ਦੋਵੇਂ, ਤੇ ਇੱਦਾਂ ਪਿੱਛੇ ਕੁਰਸੀ ਲਾ ਕਰਕੇ ਨਾ ਉਹਨਾਂ ਨੇ ਮੈਡਮ ਤੇ ਬੈਲਟਾਂ ਹੀ ਲਾਤੀਆਂ, ਬੰਨ੍ਹਤੀਆਂ ਸੀ, ਜਾਣੀ ਕਿ ਉੱਠੇ ਨਾ ਤੇ ਨਾ ਵੀ ਹਿੱਲੇ, ਜਾਣੀ ਕਿ ਹਿੱਲਣ। ਉਹ ਫਿਰ ਥੱਲੇ ਜੋ ਝਟਕਾ ਵੱਜਦਾ ਸੀਗਾ ਉਹਦਾ ਕਰੰਟ ਜਿਹਾ ਰਹਿੰਦਾ, ਉਹ ਮੋਹਰਾਂ ਜਿਹੜੀਆਂ ਨਾ ਖਿੱਚੀਆਂ ਜਾਂਦੀਆਂ ਸੀ ਪੂਰਾ, ਜਾਣੀ ਕਿ ਪੂਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਦਰਦ ਨਿਕਲਦੀ ਸੀ। ਜਾਣੀ ਕਿ ਬੁਰਾ ਹਾਲ ਕਰ ਦਿੱਤਾ ਜੀ ਉਹਨਾਂ ਨੇ। ਉਹ ਫਿਰ ਸੈਣ ਜੇ ਕਰਾਏ, ਅਫਗਾਨਿਸਤਾਨ ਵਾਲਾ ਟਰਾਂਸਲੇਟਰ ਆ ਗਿਆ। ਮੈਂ ਕਿਹਾ ਜਿੱਦਾਂ ਇਹ ਕਹੋਗੇ ਉੱਦਾਂ ਕਰੂੰਗਾ। ਬਾਅਦ 'ਚ ਵਾਲੀ ਗੱਲਬਾਤ ਨਹੀਂ ਹੋਈ, ਚਲੋ ਹੋ ਗਈ। ਇਹਨਾਂ ਨੇ ਫਿਰ ਕੋਰਟ 'ਤੇ ਖੜਿਆ ਮੈਡਮ ਮੈਨੂੰ, ਕੋਰਟ ਦੇ ਵਿੱਚ ਖੜਿਆ। ਤੇ ਕੋਰਟ ਦੇ ਵਿੱਚ ਮੈਂ ਵੀਲ ਚੇਅਰ 'ਤੇ ਪਾ ਕੇ ਰਹਿੰਦਾ। ਮੈਂ ਕਿਹਾ ਤੁਰਿਆ ਨਹੀਂ ਕਿਹਾ ਮੈਡਮ, ਤੁਰਿਆ ਨਹੀਂ ਕਿਹਾ। ਪਤਾ ਕੀ ਜਦੋਂ ਝਟਕਾ ਲੱਗਦਾ ਪੈਰ ਸੁੱਜ ਗਏ ਸੀਗੇ, ਪੈਰ ਸੁੱਜ ਗਏ ਸੀਗੇ। ਤੇ ਉਹ ਲੈ ਕੇ ਗਏ ਉੱਥੇ। ਤੇ ਕੋਰਟ ਦੇ ਵਿੱਚ ਉਹ ਅਫਗਾਨਿਸਤਾਨ ਵਾਲਾ ਆਇਆ ਮੇਰੇ ਕੋਲ, ਕਹਿੰਦਾ ਕੀ ਕਰਨ ਲੱਗਾ। ਹੋਲੀ ਦੇਣਾ ਪੁੱਛਿਆ ਉਹਨੇ ਪਾਣੀ ਦੇਣ ਦੇ ਬਹਾਨੇ। ਕਹਿੰਦਾ ਕੀ ਕਰਨ ਲੱਗਾ ਤੂੰ। ਮੈਂ ਕਿਹਾ ਵੀ ਮੈਂ ਆਰਮੀ ਦੇ ਖਿਲਾਫ ਗਵਾਹੀ ਦੇਣ ਲੱਗਾ। ਕਹਿੰਦਾ ਕਿਉਂ। ਮੈਂ ਕਿਹਾ ਯਾਰ ਮੈਨੂੰ ਤਾਂ ਮਾਰ ਦੇਣਗੇ ਇਹ, ਤੇ ਮੈਂ ਬਚਣਾ ਆ ਯਾਰ, ਕਿਉਂਕਿ ਉਦੋਂ ਸੀ ਆਸ ਕਿ ਮੈਂ ਬਚ ਜਾਊਂਗਾ। ਆਹ ਗੱਲਬਾਤ ਆ। ਤੇ ਉਹ ਕਹਿੰਦਾ ਬਈ ਗੱਲ ਹੈਗੀ ਇੱਦਾਂ, ਜੇ ਤੂੰ ਆਰਮੀ ਦੇ ਖਿਲਾਫ ਗਵਾਹੀ ਦੇਣੀ ਹੈ ਨਾ, ਕਹਿੰਦਾ ਇਹਨਾਂ ਨੇ ਚੱਲ ਤੈਨੂੰ ਟੌਰਚਰ ਕੀਤਾ, ਉਹਨਾਂ ਨੇ ਤੈਨੂੰ ਗੋਲੀ ਮਾਰ ਦੇਣੀ ਸਿੱਧੀ। ਮੈਂ ਕਿਹਾ ਕੀ ਆ। ਕਹਿੰਦਾ ਇੱਥੇ ਆਰਮੀ ਦਾ ਹੀ ਰਾਜ ਆ, ਆਰਮੀ ਸਭ ਕੁਛ ਕਰਦੀ। ਕਹਿੰਦਾ ਉਹ ਉਹਨਾਂ ਦਾ ਵੱਡਾ ਮਾਫੀਆ ਕਹਿੰਦਾ ਹੈ ਜੀ ਉਹ ਆ। ਕਹਿੰਦਾ ਇਹ ਤਾਂ ਕੁਛ ਵੀ ਨਹੀਂ ਗੇ, ਇਹ ਨਹੀਂ ਕਹਿੰਦਾ ਕੁਛ ਵੀ। ਕਹਿੰਦਾ ਉਹਨੇ ਉਸੇ ਵੇਲੇ ਗੋਲੀ ਮਾਰ ਦੇਣੀ ਆ। ਤੇ ਆਹ ਗੱਲਬਾਤ ਯਾਰ ਇੰਨੀ ਗੱਲ ਕਹਿ ਕੇ ਚਲਾ ਗਿਆ ਉਹ। ਤੇ ਫਿਰ ਯਕਦਮ ਮੈਂ ਫਿਰ ਸੋਚਿਆ, ਮੈਂ ਕਿਹਾ ਯਾਰ ਇੰਨੇ ਖਤਰਨਾਕ, ਇੰਨੇ ਚਿਰ ਨੂੰ ਆਰਮੀ ਵਾਲੇ ਦੀ ਗੱਡੀਆਂ ਆ ਗਈਆਂ। ਗੱਡੀਆਂ ਆਈਆਂ ਮੈਡਮ, ਜਾਣੀ ਕਿ ਵਾਹਵਾ ਲੰਮੇ ਸੀਗੇ, ਜਾਣੀ ਕਿ ਇੱਦਾਂ ਕਹਿੰਦੇ ਨਾ ਜਿੱਦਾਂ ਆਮ ਬੰਦੇ ਤੋਂ ਨਾ ਕਾਫੀ ਲੰਮੇ ਸੀਗੇ, ਜਾਣੀ ਕਿ ਉੱਚੇ ਲੰਮੇ ਮੈਡਮ, ਚੌੜੇ ਬਹੁਤ ਤਗੜੇ ਤਗੜੇ ਚੌੜੇ ਸੀਗੇ, ਵਰਦੀਆਂ ਪਾਈਆਂ। ਉਹ ਜਦੋਂ ਆਇਆ ਨਾ ਤਾਂ ਜਾਣੀ ਕਿ ਮੈਂ ਤਕਰੀਬਨ ਸਾਰੇ ਬੰਨੇ ਇੱਦਾਂ ਨਾ ਦਰਦ ਹੁੰਦੇ ਸੀ। ਮੈਂ ਇੱਦਾਂ ਇਕੱਲੇ ਇਕੱਲੇ ਇਮੀਗ੍ਰੇਸ਼ਨ ਦੇ ਮੂੰਹ ਵੱਲ ਦੇਖਿਆ, ਸਾਰੇ ਜਾਣੀ ਕਿ ਰੰਗ ਜੇ ਨਹੀਂ ਇੱਦਾਂ ਉੱਡ ਕੇ ਹੁੰਦੇ, ਇੱਦਾਂ ਮੈਡਮ ਖੜ੍ਹੇ ਹੋ ਗਏ ਸੀਗੇ। ਤੇ ਜਾਣੀ ਕਿ ਕੋਰਟ ਸਟਾਰਟ ਕੀਤੀ। ਪਹਿਲਾਂ ਉਹ ਜੱਜ ਨੇ ਸਵਾਲ ਪੁੱਛਿਆ ਕਿ ਜਿਹੜਾ ਟਰਾਂਸਲੇਟਰ ਤੇਰਾ ਕਰ ਲਿਆ, ਤੈਨੂੰ ਇਹ ਤੋਂ ਇਤਬਾਰ ਹੈਗਾ। ਤੇ ਉਹਨੇ ਮੈਨੂੰ ਦੱਸਿਆ ਟਰਾਂਸਲੇਟਰ ਨੇ ਕਿ ਤੈਨੂੰ ਮੇਰੇ 'ਤੇ ਇਤਬਾਰ ਆ। ਮੈਂ ਕਿਹਾ ਇਤਬਾਰ ਆ ਬਈ ਮੈਨੂੰ ਤੇਰੇ 'ਤੇ, ਕੋਈ ਗੱਲ ਨਹੀਂ ਤੂੰ ਕਰ ਸਕਦਾ। ਪਰ ਇੱਕ ਕੰਮ ਇਹੋ ਜਿਹਾ ਹੋ ਗਿਆ ਕਿ ਜੇ ਮੈਂ ਗਵਾਹੀ ਦਿੰਦਾ ਮੈਂ ਤਾਂ ਵੀ ਮਰਦਾ ਸੀ, ਨਾ ਦੇਵਾਂ ਮੈਂ ਤਾਂ ਵੀ ਮਰਦਾ ਸੀਗਾ। ਤੇ ਇੱਕ ਤਾਂ ਉੱਦਾਂ ਵੀ ਮੈਂ ਮਰ ਜਾਣਾ ਸੀਗਾ ਜਿੱਦਾਂ ਮੇਰੇ ਦਰਦ ਹੁੰਦੇ ਸੀਗੇ, ਕਿਉਂਕਿ ਠੰਡਾ ਏਰੀਆ ਸੀਗਾ। ਕਰਦੇ ਰਹੇ ਮੈਂ ਫਿਰ ਸੋਚਿਆ, ਮੈਂ ਕਿਹਾ ਵੀ ਮਰੇ ਤਾਂ ਹੈਗੇ ਆ, ਹੁਣ ਬਚਣਾ ਤਾਂ ਹੈ ਨਹੀਂ ਗਾ, ਕਿਉਂਕਿ ਉਦੋਂ ਮੈਂ ਬਿਲਕੁਲ ਟੁੱਟ ਗਿਆ ਸੀ, ਯਾਨੀ ਕਿ 0 ਆਸ ਹੋ ਗਈ ਸੀਗੀ ਕਿ ਨਹੀਂ ਹੁਣ ਨਹੀਂ ਬਚਣਾ। ਤੇ ਮੈਂ ਨਾ ਕਰਦੇ ਰਹੇ, ਮੈਂ ਕੋਈ ਗੱਲ ਨਹੀਂ ਮਰਨ ਵਾਲਾ ਹੈਗਾ, ਹੁਣ ਕੋਈ ਗੱਲ ਨਹੀਂ। ਜਿੱਦਾਂ ਹੁਣ ਮੈਂ ਜੇ ਕਹਾਂ ਕਿ ਮੈਂ ਸੱਚ ਬੋਲਿਆ, ਨਹੀਂ ਆਟੋਮੈਟਿਕ ਹੀ ਅੰਦਰੋਂ ਯਾਨੀ ਕਿ ਆਵਾਜ਼ ਆਈ, ਨਹੀਂ ਵੀ ਮਰਿਆ ਤਾਂ ਹੈਗਾ, ਹੁਣ ਜੋ ਹੁੰਦਾ ਨਾ ਜੋ ਸਹੀ ਆ ਉਹ ਦੱਸ ਦੇ ਕਿ ਚੱਲ ਕੋਈ ਗੱਲ ਨਹੀਂ, ਕਿਤੇ ਨਾ ਕਿਤੇ ਤਾਂ ਪਰਮਾਤਮਾ ਰੱਖ ਹੀ ਲੈਂਦਾ। ਉਹਨੇ ਪੁੱਛਿਆ ਕਿ ਤੇਰਾ ਪਾਸਪੋਰਟ ਆਰਮੀ ਨੇ ਬਣਾਇਆ। ਮੈਂ ਕਿਹਾ ਨਹੀਂ ਜੀ ਆਰਮੀ ਨੇ ਨਹੀਂ ਬਣਾਇਆ, ਮੈਂ ਮੁੱਕਰ ਗਿਆ। ਉਹਨੇ ਇੰਨੀ ਗੱਲ ਸੁਣ ਕੇ ਜਿਹੜੇ ਆਰਮੀ ਵਾਲੇ ਨਾ ਆਪਣੀ ਕੁਰਸੀ ਤੋਂ ਜਾਣੀ ਕਿ ਜਿਹੜੇ ਟੇਬਲ ਲੱਗੇ ਉੱਥੋਂ ਖੜ੍ਹੇ ਹੋ ਗਏ। ਪਹਿਲਾਂ ਇੱਕ ਖੜ੍ਹਾ, ਫਿਰ 2 ਸਾਰੇ ਖੜ੍ਹੇ ਹੋ ਗਏ, ਫਿਰ ਸਾਰੇ ਖੜ੍ਹੇ ਹੋ ਗਏ। ਅਤੇ ਬਾਅਦ ਵਿੱਚ ਜੱਜ ਨੇ ਕਿਹਾ ਕਿ ਯਾਰ ਤੂੰ ਹੁਣ ਇਹ ਕੁਛ ਪਹਿਲਾਂ ਤੇਰੇ ਬਿਆਨ ਹੋਇਆ, ਤੂੰ 'ਚ ਲਿਖਾਇਆ ਕਿ ਮੇਰਾ ਪਾਸਪੋਰਟ ਆਰਮੀ ਨੇ ਬਣਾਇਆ। ਮੈਂ ਫਿਰ ਆਪਣੇ ਹੱਥ ਜਿਹੜਾ ਪੱਟੀਆਂ ਢਿੱਲੀਆਂ ਕੀਤੀਆਂ ਸੀਗੀਆਂ, ਉਹ ਮੈਂ ਨਾ ਪੱਟੀਆਂ ਖਿੱਚੀਆਂ, ਆਪਣੀਆਂ ਅੱਗੇ ਹੱਥ ਕਰਤੇ, ਕਿਉਂਕਿ ਖੂਨ ਜਿੱਦਾਂ ਹੀ ਮੈਂ ਪੱਟੀਆਂ ਖਿੱਚੀਆਂ ਨਾ, ਪੱਟੀਆਂ ਨਾਲ ਜੁੜੀਆਂ ਹੀ, ਖੂਨ ਉਸੇ ਟਾਈਮ ਨਿਕਲਣ ਲੱਗ ਪਿਆ ਹੈਗਾ। ਮੈਂ ਕਿਹਾ ਦੇਖੋ, ਮੈਂ ਕਿਹਾ ਜਿੰਨਾ ਜਾਨਵਰ ਦਾ ਇੱਦਾਂ ਕਰਦੇ ਉਹ ਵੀ ਬੋਲ। ਮੈਂ ਕਿਹਾ ਮੇਰਾ ਬਣਾਇਆ ਕੀ ਇਹਨਾਂ ਨੇ, ਮੇਰਾ ਬਚਣਾ ਸੀਗਾ, ਮੇਰਾ ਪਾਸਪੋਰਟ ਏਜੰਟ ਨੇ ਬਣਾਇਆ, ਇਹਨਾਂ ਨੂੰ ਪਤਾ ਹੋਵੇ ਹੈਂ।
ਇੰਨੀ ਗੱਲਬਾਤ ਹੋਈ ਆ ਤੇ ਚਲੋ ਜੀ ਜਾਣੀ ਕਿ ਡਰ ਗਏ ਹੀ ਗਏ, ਉਹ ਸਾਰੇ ਰੰਗ ਉੱਡ ਗਏ। ਤੇ ਜੱਜ ਨੇ ਕੁਛ ਨਹੀਂ ਕੀ ਸੁਣਿਆ, ਨਾ ਕੋਈ ਗੱਲਬਾਤ, ਇੰਨਾ ਕੀ ਪੁੱਛਿਆ ਕਿ ਹਾਂ ਵੀ ਕਾਹਤੋਂ ਤੂੰ ਇਹ ਝੂਠ ਬੋਲਿਆ। ਉਹ ਦੱਸਿਆ, ਉਹਨੇ ਸਭ ਕੁਝ ਨੋਟ ਕੀਤਾ ਉੱਤੇ, ਤੇ ਉਸੇ ਵੇਲੇ ਸਭ ਕੁਝ ਕਰਕੇ ਬਾਹਰ ਵਿੱਚ ਦੱਸਿਆ ਉਹਨੇ ਕਿਉਂਕਿ ਉਹਨਾਂ ਦੀ ਭਾਸ਼ਾ ਤਾਂ ਮੈਨੂੰ ਪਤਾ ਨਹੀਂ ਲੱਗਾ। ਟਰਾਂਸਲੇਟਰ ਨੇ ਦੱਸਿਆ ਵੀ ਉਹਨਾਂ ਨੇ, ਜੱਜ ਨੇ ਕਿਹਾ ਕਿ ਆਰਮੀ ਵਾਲਿਆਂ ਦੇ ਵਿੱਚ ਕੋਈ ਹੱਥ ਨਹੀਂ ਗਾ, ਠੀਕ ਹੈ ਨਾ, ਆਹ ਗੱਲਬਾਤ ਹੈ। ਤੈਨੂੰ ਉਹਨਾਂ ਨੇ 7 ਸਾਲ ਦੀ ਸਜ਼ਾ ਕਰਤੀ ਆ। ਉਹ 7 ਸਾਲ ਦੀ ਸਜ਼ਾ ਜਿੱਦਾਂ ਹੁਣ ਕਹਿ ਦਈਏ ਆਪਾਂ ਕਿ ਉਹ ਮੈਂ ਤਾਂ ਹੈ ਹੀ ਨਹੀਂ ਸੀਗਾ, ਮੈਨੂੰ ਕਾਹਤੋਂ ਕਰਤੀ। ਮੈਡਮ ਸਾਰੇ ਸਬੂਤ ਹੀ ਮੇਰੇ ਖਿਲਾਫ ਸੀ, ਕਿਉਂਕਿ ਜਿਹੜਾ ਪਾਸਪੋਰਟ ਉਹਨਾਂ ਤੋਂ ਪਹਿਲਾਂ ਆਇਆ ਸੀ ਨਾ, ਉਹ ਵੀ ਉਹਨਾਂ ਨੇ ਇਹ ਇਸ਼ੂ ਕੀਤਾ ਹੈਗਾ, ਬਣਾਇਆ ਹੈਗਾ ਕਿ ਇਹ ਜਿਹੜਾ ਪਾਸਪੋਰਟ ਇਹਦੇ ਕੋਲ ਹੀ ਫੜਿਆ। ਵੱਡੀ ਗੱਲ ਹੈਗੀ ਪਾਸਪੋਰਟ ਦੀ, ਪਾਸਪੋਰਟ ਜਿਹੜਾ ਫੜਿਆ ਇਹਦੇ ਕੋਲ ਹੀ ਫੜਿਆ, ਇਹਦੀ ਜੇਬ 'ਚ ਨਿਕਲਿਆ। ਆਹ ਗੱਲ ਮੇਨ ਜਿਹੜੀ ਹੈ ਨਾ, ਮੇਨ ਉਹਨਾਂ ਨੇ ਸੀਗੀ। ਕੋਹ ਪੇਪਰ ਵਗੈਰਾ ਬਹੁਤ ਲਾਏ ਸੀ ਉਹਨਾਂ ਨੇ, ਤੇ ਉਹ ਜੀ ਕਰਤੀ। ਤੇ ਜਾਣੀ ਕਿ ਮੈਂ ਕਿਹਾ ਚੁੱਪ ਹੋ ਗਿਆ। ਮੈਂ ਕਿਹਾ ਲੈ ਵੀ ਹੁਣ ਤਾਂ ਬਚਾਅ ਔਖਾ ਹੀ ਆ, ਪਰ ਇੰਨੀ ਗੱਲ ਹੋਈ। ਤਾਂ ਉਹਨੇ ਨਾ ਪੇਪਰ ਜਾਂ ਲੈਟਰ ਜੀ ਲਿਖ ਕੇ ਦਿੱਤੀ ਸੀਗੀ ਆਰਮੀ ਵਾਲਿਆਂ ਨੇ। ਕਹਿੰਦਾ ਉਹ ਫਿਰ ਅਫਗਾਨਿਸਤਾਨ ਬਾਰੇ ਦੱਸਿਆ, ਕਹਿੰਦਾ ਲੈਟਰ ਜੀ ਜਿਹੜੇ ਲਿਖ ਕੇ ਦਿੱਤੀ ਆ ਉਹਨਾਂ ਨੇ ਕਿਹਾ ਕਿ ਇਹ ਮੁੰਡੇ ਨੂੰ ਜਿਹੜੀ 7 ਸਾਲ ਆ ਉਹ ਸਾਡੀ ਪ੍ਰਾਈਵੇਟ ਜੇਲ੍ਹ 'ਚ ਕੱਟੂਗਾ। ਠੀਕ ਆ, ਇੰਨੀ ਗੱਲ ਕਹੀ ਆ। ਤੇ ਬਾਅਦ ਵਿੱਚ ਉਹ ਜਿਹੜੇ ਪੁਲਿਸ ਵਾਲੇ ਸੀਗੇ ਕਾਲੀਆਂ ਵਰਦੀਆਂ 'ਚ ਜਿਹੜੇ ਹੈਗੇ, ਉਹ ਪਾਸੇ ਹੋ ਗਿਆ ਤੇ ਆਰਮੀ ਵਾਲੇ ਅੱਗੇ ਆ ਗਿਆ। ਉਹਨਾਂ ਨੇ ਮੈਨੂੰ ਪਹਿਲਾਂ ਚੱਕਿਆ, ਉਹਨਾਂ ਨੇ ਮੈਨੂੰ ਕਹਿੰਦੇ ਤੁਰ ਸਕਦਾ, ਮੈਂ ਕਿਹਾ ਨਹੀਂ ਤੁਰ ਸਕਦਾ। ਫਿਰ ਉਹਨਾਂ ਨੇ ਮੈਨੂੰ ਚਾਹੇ ਜਿੱਦਾਂ ਮਰਜ਼ੀ ਗੱਡੀ ਤੱਕ ਉਹਨਾਂ ਨੇ ਮੈਨੂੰ ਵੀਲ ਚੇਅਰ 'ਚ ਪਾ ਕੇ ਖੜਿਆ, ਗੱਡੀ ਵਿੱਚ ਬਿਠਾਈ ਆ। ਗੱਡੀ ਫਿਰ ਚਾਰੇ ਬਾਨੇ ਬੰਦ ਹੋ ਗਈ। ਮੈਨੂੰ ਨਹੀਂ ਪਤਾ ਵੀ ਕਿਵੇਂ ਦੀ ਲੈ ਕੇ ਗਏ, ਹਨੇਰਾ ਸੀਗਾ, ਪਰ ਉਹ ਬੈਠਾ ਰਿਹਾ ਤੇ ਖਾਧਾ ਪੀਤਾ ਮੈਂ ਕੁਛ ਨਹੀਂ ਸੀਗਾ। ਤੇ ਤਕਰੀਬਨ ਵਾਹਵਾ ਚਿਰ ਗੱਡੀ ਚੱਲਦੀ ਰਹੀ ਮੈਡਮ, ਜਿੱਦਾਂ ਕਿ ਹੁਣ ਘੜੀ ਵੀ ਹੈ ਨਹੀਂ ਸੀ ਮੇਰੇ ਤੋਂ। ਜਾਣੀ ਕਿ ਉਦੋਂ ਦੁਪਹਿਰ ਦਾ ਟਾਈਮ ਸੀਗਾ ਜਦੋਂ ਮੈਂ ਉੱਥੇ ਪਹੁੰਚਿਆ, ਉਦੋਂ ਰਾਤ ਦਾ ਟਾਈਮ ਹੋ ਗਿਆ ਸੀਗਾ। ਜਦੋਂ ਉਹ ਜੇਲ੍ਹ ਦੇ ਲਾਗੇ ਪਹੁੰਚਿਆ ਤਕਰੀਬਨ ਮਾੜਾ ਦਿਨ ਸੀਗਾ। ਜਾਣੀ ਕਿ ਬੰਦੇ ਨੂੰ ਜਾਂ ਤਕਰੀਬਨ ਵਾਹਵਾ ਦੀਦਾ ਸੀਗਾ ਕਿ ਨਹੀਂ ਦੇਣੇ ਆ। ਤੇ ਉਦੋਂ ਜਦੋਂ ਮੈਨੂੰ ਕੱਢਿਆ ਨਾ ਉੱਥੇ ਬਾਹਰ, ਉਹਦੇ ਦਰਿਆ ਟੈਪ ਜਿੱਦਾਂ ਹੁੰਦਾ ਨਾ, ਜਿੱਦਾਂ ਦਰਿਆ ਆ, ਦਰਿਆ ਦਾ ਪਾਣੀ ਇਸ ਤਰੀਕੇ ਦਾ ਸੀਗਾ। ਤੇ ਉਹਦੇ ਵਿੱਚ ਸਾਹਮਣੇ ਕੋਠਾ ਜਿਹਾ ਹੈਗਾ, ਜਿੱਦਾਂ ਮਤਲਬ ਉਹ ਜਿੱਦਾਂ ਫੁੱਟਬਾਲ ਦੇ ਵਿੱਚ ਰੰਗ ਨਹੀਂ ਭਰਿਆ ਡੱਬੀਆਂ ਵਾਲਾ, ਸਫੇਦ ਰੰਗ ਦਾ ਹੈਗਾ ਉਹ ਡੱਬੀਆਂ ਵਾਲਾ ਨਾ, ਇੱਦਾਂ ਰੰਗ ਭਰਿਆ ਜਿੱਦਾਂ ਫੁੱਟਬਾਲ। ਤੇ ਉਹਦੇ ਵਿੱਚੋਂ ਮੈਡਮ ਫਿਰ ਉਹ ਉਧਰੋਂ ਵਿੱਚੋਂ ਫਿਰ ਬੂਹਾ ਖੁੱਲਿਆ ਨਾ ਜਦੋਂ ਸ਼ਟਰ ਜਿਹਾ, ਉਹਦੇ ਵਿੱਚ ਫਿਰ ਗੱਡੀ ਆਈ ਆ। ਤੇ ਗੱਡੀ ਵਿੱਚੋਂ ਆਏ ਆ, ਗੱਡੀ ਵਾਲਿਆਂ ਨੇ ਬਾਹਰ ਨਿਕਲੇ ਆਰਮੀ ਵਾਲੇ, ਉਹਨਾਂ ਨੇ ਫਿਰ ਆਪਣੀ ਗੱਡੀ ਵਿੱਚ ਪਾਇਆ। ਉਹਦੇ ਵਿੱਚ ਗੱਡੀ ਵਿੱਚ ਪਾ ਕੇ ਤੇ ਫਿਰ ਮੈਨੂੰ ਜੇਲ੍ਹ ਦੇ ਅੰਦਰ ਲੈ ਕੇ ਗਏ ਆ। ਜੇਲ੍ਹ ਮਤਲਬ ਜਿੱਦਾਂ ਹੁਣ ਬੈਠਾ ਪਾਣੀ ਦੇ ਵਿੱਚ ਸੀਗੀ ਉਹ। ਹਾਂਜੀ, ਆਲੇ ਦੁਆਲੇ ਪਾਣੀ ਦੇਖਿਆ ਜਿੱਦਾਂ ਤੇ ਜਿੰਨਾ ਕੁ ਮੈਂ ਇੱਕ ਤਾਂ ਮੈਂ ਉਦੋਂ ਦੇਖਿਆ ਸੀਗਾ ਪਾਣੀ ਜਦੋਂ ਮੈਂ ਅੰਦਰ ਗਿਆ, ਜਦੋਂ ਮੈਨੂੰ ਉਹਨੇ ਬਾਹਰ ਕੱਢਿਆ ਤੇ ਉਦੋਂ ਦੇਖਿਆ। ਠੀਕ ਹੈ ਨਾ, ਜਦੋਂ ਮੈਨੂੰ ਬਾਹਰ ਕੱਢਿਆ ਸੀਗਾ ਜਦੋਂ ਉਦੋਂ ਵੀ ਮੈਡਮ ਜਾਣੀ ਕਿ ਸਵੇਰ ਦਾ ਟਾਈਮ ਸੀਗਾ, ਜਾਣੀ ਕਿ ਦੁਪਹਿਰ ਦਾ ਟਾਈਮ ਸੀਗਾ, ਜਾਣੀ ਕਿ 10 ਦਾ ਟਾਈਮ ਹੋਣਾ। ਪਰਿਵਾਰ ਦੇ ਨਾਲ ਵੀ ਗੱਲਬਾਤ ਕਰਦੇ ਸੀਗੇ, ਉਹ ਕਹਿੰਦੇ ਸੀਗੇ ਕਿ ਪਤਾ ਹੀ ਨਹੀਂ ਲੱਗਦਾ ਸੀਗਾ ਕਿ ਦਿਨ ਕਦੋਂ ਚੜਿਆ, ਸੂਰਜ ਕਦੋਂ ਨਿਕਲਿਆ, ਕਦੋਂ ਡੁੱਬਿਆ। ਮੈਡਮ ਪਤਾ ਕਿੱਦਾਂ, ਜਦੋਂ ਹੁਣ ਮੈਂ ਅੰਦਰ ਚਲ ਗਿਆ ਸੀਗਾ, ਜਾਣ ਕੇ ਉਹ ਮੈਂ ਬੇਕਸੂਰ ਸੀਗਾ। ਇਹ ਗੱਲ ਉਹ ਜਿਹੜਾ ਅੰਦਰ ਅਫਸਰ ਸੀ ਨਾ ਵੱਡਾ ਮੈਡਮ, ਉਹ ਜਾਣਦਾ ਹੈਗਾ, ਉਹਨੂੰ ਸਭ ਪਤਾ ਹੈਗਾ। ਫਿਰ ਵੀ ਉਹ ਜਾਣੀ ਕਿ ਕੀਤਾ ਉਹਨੇ, ਭਲਾ ਇੰਨੀ ਗੱਲ ਜਾਂਦੇ ਦੱਸਦੀ ਸੀ, ਕਹਿੰਦਾ ਜਿੱਦਾਂ ਦੇ ਤੂੰ ਕੈਦੀ ਦੇਖਦਾ ਨਾ ਇੱਥੇ ਜਿੰਨੇ ਵੀ ਕੈਦੀ ਦੇ, ਇਹ ਨਾ ਕਿ ਸਜ਼ਾ ਕੱਟ ਰਿਹਾ, ਇਹਨਾਂ ਕੋਈ ਨਾ ਕੋਈ ਜ਼ੁਲਮ ਕੀਤਾ। ਕਹਿੰਦਾ ਭਾਵੇਂ ਇਹ ਤੈਨੂੰ ਆਰਮੀ ਵਾਲੇ ਵੀ ਲੱਭਣਗੇ, ਇਹਦੇ ਵਿੱਚੋਂ ਕਈ ਤਰ੍ਹਾਂ ਦੇ ਬੰਦੇ ਲੱਭਣਗੇ ਤੈਨੂੰ, ਕਹਿੰਦਾ ਸਾਰਿਆਂ ਨੇ ਕੋਈ ਨਾ ਕੋਈ ਜ਼ੁਲਮ ਕੀਤਾ ਆ, ਉਹਦੀ ਸਜ਼ਾ ਭੁਗਤ ਰਹੇ ਇਹ। ਉਹ ਬੰਦਾ ਜੈਨੂਨ ਸੀਗਾ ਜਿਹਨੇ ਤੁਹਾਨੂੰ ਤੁਹਾਡੀ ਮਦਦ ਕੀਤੀ ਹੈ ਨਾ, ਕਿ ਜਿੰਨੇ ਵੀ ਉੱਥੇ ਕੈਦੀ ਸੀਗੇ ਉਹਨਾਂ ਦੀ ਹੈਲਪ ਨਹੀਂ ਕਰਦਾ ਸੀਗਾ ਜਿਹਨੇ ਕੋਈ ਨਾ ਕੋਈ ਕ੍ਰਾਈਮ ਕੀਤਾ। ਪਤਾ ਕੀ ਗੱਲ, ਉਹ ਬੰਦੇ ਦਾ ਰਹਿਣ ਦਾ ਤਰੀਕਾ ਖੌਫ ਹੀ ਇਹੋ ਜਿਹਾ ਸੀਗਾ ਨਾ, ਜਿੱਦਾਂ ਮਤਲਬ ਕਹਿੰਦੇ ਸਾਰੇ ਕੈਦੀਆਂ ਵਿੱਚ, ਜਿੱਦਾਂ ਮੰਨ ਲਓ ਅਸੀਂ ਇੰਡੀਆ ਵਿੱਚ, ਮੰਨ ਲਓ ਇੱਕ ਗੱਲ ਹੈ ਐਗਜ਼ਾਮਪਲ ਆ, ਕੋਈ ਇੰਡੀਆ ਵਿੱਚ ਸਜ਼ਾ ਕੱਟ ਰਿਹਾ, ਜਿਹੜਾ ਬੰਦਾ ਸਜ਼ਾ ਕੱਟ ਰਿਹਾ ਜੇਲ੍ਹ ਦੇ ਵਿੱਚ, ਉਹ ਕਦੀ ਵੀ ਜੇਲ੍ਹ ਦੇ ਅਫਸਰ ਨੂੰ ਚੰਗਾ ਨਹੀਂ ਕਰੂਗਾ, ਉਹਨੂੰ ਕਹਿਣਾ ਬਹੁਤ ਮਾੜਾ ਆ ਯਾਰ ਸਜ਼ਾ ਦੇ ਰਿਹਾ। ਪਰ ਉਹ ਸਾਰੇ ਲੋਕੀ ਨਹੀਂ ਮੰਨਦੇ ਸੀਗੇ, ਨਹੀਂ ਵੀ ਇਹ ਬੰਦਾ ਹੈਗਾ ਆ। ਤੇ ਉਹ ਬੰਦੇ ਨੇ ਕਿਹਾ, ਕਹਿੰਦਾ ਵੀ ਮੈਂ ਰੋਈ ਜਾਂਦਾ ਸੀਗਾ। ਫਿਰ ਇੱਕ ਨਾ ਸ਼੍ਰੀਲੰਕਾ ਦਾ ਬੰਦਾ ਲਿਆਂਦਾ ਮੇਰੇ ਕੋਲ, ਉਹਨੇ ਬਾਈ ਨਮਸਕਾਰ, ਮੈਂ ਦੇਖਿਆ ਉਹਦੇ ਵੱਲ, ਮੈਂ ਕਿਹਾ ਨਮਸਕਾਰ। ਮੈਂ ਪਹਿਲਾਂ ਕਿਹਾ, ਮੈਂ ਕਿਹਾ ਇੰਡੀਆ ਦਾ ਹੋਊਗਾ। ਮੈਂ ਕਿਹਾ ਭਾਈ ਕਹਾਂ ਕੇ ਰਹਿਣੇ ਵਾਲੇ ਆ? ਉਹ ਕਹਿੰਦਾ ਬਈ ਮੈਂ ਸ਼੍ਰੀਲੰਕਾ ਦਾ ਹਾਂ। ਠੀਕ ਹੈ ਨਾ, ਮੇਰਾ ਰੀਅਲ ਕੰਟਰੀ ਮੇਰੀ ਸ੍ਰੀ ਰੱਖਿਆ, ਵੈਸੇ ਮੈਂ ਅਮਰੀਕਾ ਦਾ ਸਿਟੀਜ਼ਨ ਆ। ਫਿਰ ਦੱਸੇ, ਕਹਿੰਦਾ ਫਿਰ ਮੈਂ ਨਾ ਉਹਦੀ ਸਿਟੀਜ਼ਨ ਹੋਇਆ ਸੀ ਨਾ ਜਦੋਂ ਮੈਂ, ਉਦੋਂ ਮੈਂ ਇਹਦੀ ਅਮਰੀਕਾ ਦੀ ਫੋਰਸ ਜੁਆਇਨ ਕੀਤੀ। ਅਤੇ ਆਹ ਗੱਲਬਾਤ ਆ। ਅਤੇ ਮੈਂ ਰਸ਼ੀਆ ਤੋਂ ਫੜਿਆ ਗਿਆ, ਜਾਣੀ ਕਿ ਉਹਨੇ ਸਟੋਰੀ ਦੱਸੀ ਕਿ ਰਸ਼ੀਆ ਤੋਂ ਮੈਨੂੰ ਮੈਂ ਆਇਆ ਸੀਗਾ, ਕਿਸੇ ਬੰਦੇ ਦੀ ਜਾਣੀ ਕਿ ਕੋਈ ਪਤਾ ਲੱਗਾ ਭੇਜਿਆ ਸੀਗਾ ਅਮਰੀਕਾ ਵਾਲਿਆਂ ਨੇ, ਜਾਸੂਸੀ ਜੰਪ ਵਗੈਰਾ ਜਿਹੜੇ ਕਰਦੇ, ਕਹਿੰਦਾ ਉਦੋਂ ਇਹਨਾਂ ਨੇ ਮੈਨੂੰ ਫੜਿਆ ਸੀਗਾ। ਅਤੇ ਮੈਨੂੰ ਆਇਆ ਫਿਰ ਆਰਮੀ ਵਾਲਾ, ਕਹਿੰਦਾ ਤੇਰੀ ਆਪਣੀ ਖਵਾਹਿਸ਼ ਦੱਸ ਕੀ ਆ? ਕਹਿੰਦਾ ਤੇਰੀ ਇੱਕ ਖਵਾਹਿਸ਼ ਪੂਰੀ ਕਰੂੰਗਾ। ਕਹਿੰਦਾ ਚੱਲ ਮੈਂ ਮੰਨਦਾ, ਕਹਿੰਦਾ ਤੂੰ ਇਹ ਬੱਚਾ ਆ, ਇੰਨੀ ਗੱਲ ਤੋਂ ਹੋਇਆ ਧੱਕਾ ਹੀ ਆ, ਅਤੇ ਆਹ ਤੂੰ ਨਾ ਜੇ ਘੁੰਮ ਸਾਰੀ, ਜਿਹੜੇ ਵੱਖੋ ਵੱਖਰੇ ਪੁੱਛਣੇ ਆ, ਵੱਖੋ ਵੱਖਰੇ ਕਮਰੇ ਆ, ਹੋਰ ਟਾਈਪ ਦੇ ਕਮਰੇ ਆ, ਜਿਹੜਾ ਵੀ ਕਮਰਾ ਵਧੀਆ ਲੱਗਦਾ, ਜਾਂ ਜੇ ਕਮਰੇ ਜਿਹੜੀ ਵੀ ਸਹੂਲਤ ਚਾਹੀਦੀ ਹੈ ਨਾ ਤੈਨੂੰ ਮਿਲੂਗੀ, ਤੂੰ ਘੁੰਮ ਲਾ। ਪਰ ਮੈਂ ਟੁੱਟਿਆ ਸੀਗਾ, ਮੈਂ ਦਰਅਸਲ ਤਾਂ ਹਿੱਲ ਗਿਆ ਸੀਗਾ
ਮੈਂ ਕਿਹਾ ਮੈਂ ਜਦੋਂ ਉਹਨੇ ਕਿਹਾ ਨਾ ਕਿ ਉਹਨੇ ਕਿਹਾ ਬੰਦੇ ਨੇ ਕਿ ਮਰਨਾ ਜੂਣਾ ਇੱਥੇ ਹੀ ਆ। ਮੈਂ ਕਿਹਾ ਕਿਉਂ ਮਰਨਾ ਜੂਣਾ ਇੱਥੇ, ਮੈਂ 7 ਸਾਲ ਬਾਹਰ ਨਿਕਲ ਜੂ, 7 ਸਾਲ ਦੀ ਸਜ਼ਾ ਹੋਈ, ਮੈਂ ਕਿਹਾ 7 ਸਾਲ ਬਾਹਰ ਮੈਂ ਮਿਲ ਲੂੰ, ਕੋਈ ਚੱਕਰ ਨਹੀਂ। ਮੈਂ ਕਿਹਾ ਤੇ ਫਿਰ ਹੱਸਣ ਲੱਗ ਪਿਆ, ਕਹਿੰਦਾ ਸ਼੍ਰੀਲੰਕਾ ਵਾਲੇ ਨੇ ਪੁੱਛ ਤੂੰ ਕਿੰਨੇ ਸਾਲ ਦੀ। ਮੈਂ ਕਿਹਾ ਤੈਨੂੰ ਕਿੰਨੇ ਸਾਲ ਦੀ ਸਜ਼ਾ ਹੋਈ? ਕਹਿੰਦਾ ਬਈ ਮੈਨੂੰ 3 ਸਾਲ ਦੀ ਸਜ਼ਾ ਹੋ ਗਈ ਆ। ਮੈਂ ਕਿਹਾ ਸ਼ਰ, ਮੈਂ ਕਿਹਾ ਕਿੰਨਾ ਟਾਈਮ ਹੋ ਗਿਆ? ਤਾਂ ਮੈਨੂੰ 20-25 ਸਾਲ ਹੋ ਗਏ। ਉਦੋਂ ਫਿਰ ਮੈਂ ਟੁੱਟ ਗਿਆ ਹਾਂ ਇੰਨੀ ਗੱਲ ਸੁਣ ਕੇ। ਤੇ ਮੈਂ ਕਿਹਾ ਬਈ ਮੈਂ ਰੋਣ ਲੱਗ ਪਿਆ, ਚੀਖ ਦਰਦ ਵੀ ਬੜੀ ਹੁੰਦੀ ਸੀ। ਮੈਂ ਕਿਹਾ ਨਹੀਂ ਜੀ, ਮੈਂ ਕਿਹਾ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਘਰ ਗੱਲ ਹੋਣੀ ਚਾਹੀਦੀ ਹੈ ਮੇਰੀ, ਤੇ ਮੈਂ ਘਰ ਜਾਣਾ। ਤੁਸੀਂ ਇਹ ਸੋਚਿਆ ਸੀਗਾ ਕਿ 7 ਸਾਲ ਦੀ ਸਜ਼ਾ ਕੱਟ ਕੇ ਮੈਂ ਬਾਹਰ ਨਿਕਲ ਜਾਊਂਗਾ, ਤੇ ਉਦੋਂ ਤੁਹਾਡਾ ਹੌਸਲਾ ਟੁੱਟ ਗਿਆ ਜਦੋਂ 3 ਸਾਲ ਕੱਟਣ ਵਾਲਾ ਵੀ 20 ਸਾਲ ਕੱਟ ਰਿਹਾ? ਹਾਂਜੀ ਹਾਂਜੀ, ਉਦੋਂ ਜਾਣੀ ਕਿ ਮੈਂ ਬਿਲਕੁਲ ਟੁੱਟ ਗਿਆ ਸੀਗਾ। ਤੇ ਕਹਿੰਦਾ ਇੱਥੇ ਇਦਾਂ ਹੀ ਆ। ਬਾਕੀ ਮੈਡਮ ਰੋਇਆ ਮੈਂ ਬਹੁਤ ਜ਼ਿਆਦਾ। ਫਿਰ ਮੈਂ ਜੋ ਜਾਣੀ ਕਿ ਪੂਰਾ ਜ਼ੋਰ ਲਾ ਰੋਇਆ, ਤੇ ਫਿਰ ਮੈਨੂੰ ਉਹਨੇ ਆ ਕੇ ਚੁੱਪ ਕਰਾਇਆ। ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਖਵਾਇਸ਼ ਦੱਸ ਹੁਣ ਕਿਹੜੀ ਆ। ਮੈਂ ਕਿਹਾ ਵੀ ਖਵਾਇਸ਼ ਤਾਂ ਮੈਂ ਘਰ ਦੇ ਨਾਲ ਗੱਲ ਕਰਨੀ ਆ, ਤੇ ਮੈਂ ਘਰ ਜਾਣਾ। ਮੈਂ ਕਿਹਾ ਜੇ ਇਹ ਨਹੀਂ ਪੂਰੀ ਕਰ ਸਕਦਾ, ਮੈਨੂੰ ਹੋਰ ਕੋਈ ਖਵਾਇਸ਼ ਨਹੀਂ, ਮੈਂ ਮਾਰੀ ਜਾਣਾ। ਫਿਰ ਚਲ ਗਿਆ ਤੇ ਬਾਹਰ ਵਿੱਚ ਜਾਣੀ ਕਿ 20-25 ਮਿੰਟਾਂ ਬਾਅਦ ਆਇਆ। ਕਹਿੰਦਾ ਪਹਿਲਾਂ ਤਾਂ ਮੈਨੂੰ ਕਹਿੰਦਾ ਤੂੰ ਘਰ ਗੱਲ ਕਰਨੀ ਆ। ਮੈਂ ਕਿਹਾ ਹਾਂ। ਫਿਰ ਇੱਕ ਅੰਦਰ ਬੰਦਾ ਸੀਗਾ, ਉਹ ਤੁਹਾਨੂੰ ਦੱਸਦਾ ਬੰਦਾ ਮੁੰਡਾ ਆਇਆ ਸੀਗਾ, ਜਾਣੀ ਕਿ ਬਹੁਤ ਵਧੀਆ, ਜਾਣੀ ਕਿ ਉੱਚਾ ਲੰਮਾ ਸੀਗਾ, ਆਰਮੀ ਦਾ, ਅੰਦਰ ਡਿਊਟੀ ਦਿੰਦਾ ਹੁੰਦਾ। ਕਹਿੰਦਾ ਆਹ ਬੰਦਾ ਆ, ਤੇ ਹੈ ਨਾ ਉਹ ਬੰਦੇ ਦਾ ਮੈਂ ਨਾਂ ਨਹੀਂ ਆ ਵੀ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਕਿ ਨਹੀਂ ਦੱਸਣੀਆਂ ਆਪਾਂ, ਠੀਕ ਹੈ ਨਾ। 100 ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੈਂ ਨਾ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦਾ, ਕਿਉਂਕਿ ਜਦੋਂ ਉਹਨਾਂ ਨੇ ਕੱਢਿਆ ਸੀਗਾ, ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਨਹੀਂ ਦੱਸਣੀਆਂ, ਕਿ ਸ਼ਾਇਦ ਤੇਰੇ ਵਰਗਾ ਕੋਈ ਹੋਰ ਮੁੱਦਾ ਆ ਜਾਵੇ ਨਾ ਬੇਕਸੂਰਾ, ਅਸੀਂ ਉਹਨੂੰ ਵੀ ਕੱਢ ਸਕਦੇ ਹਾਂ ਜੇ ਤੂੰ ਸਾਡਾ ਰਾਜ ਦਾ ਰਾਜ ਨਾ ਰੱਖਿਆ। ਉੱਦਾਂ ਜੇ ਗੱਲ ਕਰਦਾ ਕਿ ਮੈਂ ਹਾਵੀ ਗੱਲ ਵੀ ਨਹੀਂ ਕਰਨੀ ਸੀ ਆ ਕੇ ਕਿ ਇੱਥੇ ਮੈਂ ਇੱਦਾਂ ਫੜਿਆ ਗਿਆ ਸੀ ਜਾਂ ਇੱਦਾਂ ਹੋਇਆ, ਮੈਂ ਕੁਛ ਨਹੀਂ ਦੱਸਣਾ ਸੀਗਾ। ਜਿਹੜਾ ਸਰ ਪਹਿਲਾਂ ਕੋਈ ਨਿਊਜ਼ ਵਾਲੇ ਆਏ ਸੀਗੇ, ਉਹਨਾਂ ਨੂੰ ਪਹਿਲਾਂ ਹੀ ਇਨਫੋਰਮੇਸ਼ਨ ਆਈ ਸੀਗੀ ਮੈਂ ਉਹ ਜੇਲ੍ਹ 'ਚ ਸੀਗਾ ਕਿ ਅੱਧਾ ਫਲਾਨਾ ਮਨਪ੍ਰੀਤ ਸਿੰਘ ਨਾਂ ਦਾ ਮੁੰਡਾ ਆ ਚਾੜ ਕੇ ਪਿੰਡ ਆ, ਪੋਸਟ ਆਫਿਸ ਭੋਗਪੁਰ ਆ, ਆਹ ਗੱਲਬਾਤ ਹੈ। ਕਿਉਂਕਿ ਉੱਥੇ ਕਈ ਤਰ੍ਹਾਂ ਦੇ ਬੰਦੇ ਹੁੰਦੇ ਜਿਹੜੇ ਮੈਨੂੰ ਪੁੱਛਦੇ ਹੁੰਦੇ ਕਿ ਤੁਹਾਡੇ ਉੱਥੇ ਅਖਬਾਰ ਕਿਹੜੀ ਚੱਲਦੀ ਆ, ਤੁਹਾਡੇ ਉੱਥੇ ਚੈਨਲ ਕਿਹੜਾ ਚੱਲਦਾ ਆ, ਜਿਹੜਾ ਕਿੱਦਾਂ ਹੁਣ ਵੱਖਰੀ ਭਾਸ਼ਾ ਸਾਡੇ ਦੇਸ਼ ਦੇ ਬਹੁਤ ਵੱਡੀ ਕਹਿੰਦੇ ਤੁਹਾਡੀ ਕੰਟਰੀ ਆ, ਅਲੱਗ ਅਲੱਗ ਭਾਸ਼ਾ ਚੱਲਦੀਆਂ ਜਿੱਦਾਂ। ਮੈਂ ਕਿਹਾ ਠੀਕ ਹੈ ਜੀ, ਬਿਲਕੁਲ ਇੱਦਾਂ ਹੀ ਆ। ਉਹ ਫਿਰ ਪੁੱਛਦੇ ਹੁੰਦੇ ਸੀਗੇ ਮੈਨੂੰ ਕਿ ਹਾਂ ਵੀ ਕਿਹੜੀ ਨਿਊਜ਼ ਚੱਲਦੀ ਆ, ਕੀ ਗੱਲਬਾਤ। ਕਈ ਤਰ੍ਹਾਂ ਦੇ ਬੰਦੇ ਹੁੰਦੇ ਸੀ, ਯਾਨੀ ਵੱਡੇ ਅਫਸਰ, ਕਈ ਪਾਸਟਰ ਵੀ ਹੁੰਦੇ ਹੁੰਦੇ ਸੀਗੇ। ਉਹਨਾਂ ਨੇ ਕਿਸੇ ਨੇ ਮੈਨੂੰ ਪੁੱਛਿਆ, ਮੈਨੂੰ ਤੁਹਾਨੂੰ ਕਹਿੰਦੇ ਨਾ ਜਦੋਂ ਮੈਂ ਗਿਆ ਸੀ ਜ਼ਿਆਦਾਤਰ ਮੂੰਹ ਦੇ ਵਿੱਚ ਜੱਗ ਬਾਣੀ ਹੋ ਗਿਆ ਜਾਂ ਫਿਰ ਇੱਦਾਂ ਦੀਆਂ, ਮੈਂ ਇੱਦਾਂ ਦੀਆਂ ਕੋਈ ਮੋਟੀਆਂ ਖਬਰਾਂ ਦੱਸਿਆ ਸੀਗਾ ਜਿਹੜੀਆਂ ਜਾਣੀ ਕਿ ਜਿਹੜੀਆਂ ਸਾਡੇ ਆਉਂਦੀਆਂ ਹੁੰਦੀਆਂ ਘਰ। ਤੇ ਉਹਨਾਂ ਨੇ ਫਿਰ ਕਿਤੇ ਫੋਨ ਕੀਤਾ, ਤੇ ਉਹ ਫਿਰ ਪ੍ਰੈਸ ਵਾਲੇ ਘਰ ਆਏ ਸੀਗੇ ਕਿ ਤੁਹਾਡਾ ਮੁੰਡਾ ਆਇਆ ਇੱਦਾਂ ਕਰਕੇ ਜੇਲ੍ਹ ਦੇ ਵਿੱਚ ਆ, ਸਾਨੂੰ ਪਤਾ ਲੱਗਾ। ਘਰਦਿਆਂ ਨੇ ਕਿਹਾ ਹਾਂ ਘਰ ਦੇ ਕਹਿੰਦੇ ਪਤਾ ਤਾਂ ਹੈਗਾ ਪਰ ਲੱਭਾ ਨਹੀਂ ਸਾਨੂੰ। ਉਮਰ ਕਿੰਨੀ ਕੁ ਸੀਗੀ ਉਦੋਂ? 22 ਸਾਲ ਦੀ ਉਮਰ ਸੀਗੀ ਮੈਡਮ ਉਦੋਂ। ਤੇ ਆਹ ਗੱਲਬਾਤ ਸੀ, 22 ਸਾਲ ਦੀ ਉਮਰ ਸੀ। ਮੈਂ ਤਾਂ ਕਹਿੰਦਾ ਸੀ, ਮੈਂ ਪਤਾ ਗੱਲ ਮੈਡਮ ਜਿੱਦਾਂ ਹੁਣ ਉੱਥੇ ਪਤਾ ਲੱਗ ਗਿਆ ਸੀ ਨਾ ਮੈਨੂੰ ਕਿ ਮੈਂ ਹੁਣ ਬਚਣਾ ਨੀਗਾ, ਕਿ ਇੰਨੀ ਗੱਲ ਮੈਂ ਹੈ ਨਾ ਜੀਣਾ ਇੱਥੇ ਹੀ ਆ ਹੁਣ, ਜਾਣੀ ਕਿ ਕੀ ਕਰਦੇ ਹੁਣ, ਮਜਬੂਰੀ ਹੋ ਗਈ। ਫਿਰ ਦਿਮਾਗ ਵੀ ਹੋਰ ਉਹਨਾਂ ਨੇ ਹਿਸਾਬ ਲਾ ਜਿੱਦਾਂ ਦੇ ਕੈਦੀ ਸੀਗੇ ਉਹਨਾਂ ਵਿੱਚ ਰਹਿ ਕੇ। ਫਿਰ ਇਜ਼ਰਾਈਲ ਦੇ ਕੈਦੀ ਸੀਗੇ ਬੁੱਢੇ, ਕਾਫੀ ਪੁਰਾਣੇ ਆ, ਆਰਮੀ ਵਾਲੇ ਸੀਗੇ ਉਹ। ਯੂਕਰੇਨ 'ਚ ਜਦੋਂ ਫੜੇ ਗਏ ਉਤੋਂ ਕਿੰਨਾ ਟਾਈਮ ਬਾਅਦ ਘਰਦਿਆਂ ਨਾਲ ਗੱਲ ਹੋਈ ਸੀਗੀ ਜੇਲ੍ਹ ਜਾਣ ਤੱਕ? ਉਹ ਮੈਡਮ ਉਹ ਜਿਹੜੇ ਬੰਦੇ ਡਿਊਟੀ ਲਾ ਕੇ ਆਏ ਸੀਗੇ, ਕਹਿੰਦਾ ਕਿ ਜ਼ਰੂਰੀ ਅੰਦਰ ਡਿਊਟੀ ਆਊਗੀ ਨਾ ਉਹ ਤੇਰੀ ਗੱਲ ਕਰਾਇਆ ਕਰੂਗਾ ਘਰ। ਉਹ ਤਕਰੀਬਨ ਆਇਆ ਸੀਗਾ ਉਦੋਂ 7 ਮਹੀਨਿਆਂ ਬਾਅਦ ਆਇਆ ਉਹਨੇ ਮੇਰੀ ਘਰ ਗੱਲ ਕਰਾਈ। 7 ਮਹੀਨਿਆਂ ਬਾਅਦ ਗੱਲ ਹੋਈ ਤੁਹਾਡੀ? ਪਹਿਲੀ ਵਾਰੀ ਗੱਲ ਹੋਈ, ਉਹ ਵੀ ਤੁਹਾਨੂੰ ਮੈਂ ਦੱਸਦਾ ਟਾਈਮ ਸੀਗਾ, ਉਹਨੇ ਟਾਈਮ ਲਾਇਆ ਸੀਗਾ ਉੱਤੇ, ਉਹਨੂੰ ਕਮਰੇ 'ਚ ਖੜਿਆ ਸੀਗਾ, ਪੂਰੇ ਨਾਲ ਇੱਕ ਡਾਟਾ ਕੇਬਲ ਵੀ ਲੱਗੀ ਸੀ ਫੋਨ ਦੇ ਨਾਲ, ਤੇ WhatsApp ਚੱਲਦਾ ਸੀਗਾ, ਠੀਕ ਹੈ ਨਾ। ਕਿਉਂਕਿ ਉਦੋਂ ਮੈਂ ਜਦੋਂ ਉਹਨਾਂ ਨੇ ਮੈਨੂੰ ਕਿਹਾ ਨਾ ਤੇਰੀ ਘਰ ਗੱਲ ਕਰਾਏਗਾ, ਉਦੋਂ ਕਹਿੰਦਾ 1 ਨੰਬਰ ਦੱਸ ਮੇਨ। ਉਦੋਂ ਫਿਰ ਹੈ ਨਾ ਮੈਨੂੰ ਘਰ ਦਾ ਨੰਬਰ ਚੇਤੇ ਸੀਗਾ, ਫੇਕ ਇਹਨਾਂ ਨੇ ਘਰ ਦਾ ਨੰਬਰ ਚੇਤੇ ਸੀਗਾ। ਤੇ ਜਾਣੀ ਕਿ ਜਦੋਂ ਉਹ ਵਾਲਾ ਨੰਬਰ ਲਿਖਾਇਆ ਸੀ WhatsApp ਦਾ, ਠੀਕ ਹੈ ਨਾ, ਉਹ WhatsApp ਦਾ ਨੰਬਰ ਲਿਖਾਇਆ ਸੀਗਾ, WhatsApp ਤੋਂ ਗੱਲ ਹੁੰਦੀ ਸੀਗੀ। 2 ਮਿੰਟ ਦਾ ਟਾਈਮ ਲਾਇਆ ਹੁੰਦਾ, 2 ਮਿੰਟ ਗੱਲ ਹੁੰਦੀ। ਮੈਂ ਬਸ ਇਹਦੀ ਮੰਮੀ ਮੈਂ ਠੀਕ ਆ ਕਿ ਮੈਂ 3 ਮਹੀਨਿਆਂ ਤੱਕ ਆ ਜਾਣਾ, ਉਹ ਫੜਿਆ ਆ, ਪੇਪਰ ਮਿਲ ਜਾਣੇ, ਆ ਜਾਣਾ, ਕੋਈ ਗੱਲ ਨਹੀਂ ਇੱਦਾਂ। ਘਰਦਿਆਂ ਨੂੰ ਇੱਦਾਂ ਤਸੱਲੀ ਦਿੱਤੀ ਤੁਸੀਂ? ਮੈਡਮ ਉਹ ਫਿਰ ਕੈਦੀ ਫਿਰ ਇਹੋ ਜਿਹੇ ਸੀ ਨਾ ਜਿਨ੍ਹਾਂ ਵਿੱਚ ਰਹਿਣਾ ਹੁੰਦਾ ਸੀਗਾ, ਉਹਨਾਂ ਨੇ ਇੱਕੋ ਗੱਲ ਲੱਗੀ, ਕਹਿੰਦੇ ਕਿ ਇਹ ਨਹੀਂ ਆਉਂਦੇ ਤੁਹਾਡਾ ਧਰਮ ਲੱਗ ਗਿਆ ਸਾਡਾ ਲੱਗ ਗਿਆ, ਕਹਿੰਦੇ ਅਸੀਂ ਚਲ ਜੋ ਹੋਇਆ ਮਾੜਾ ਹੋਇਆ, ਚਲੋ ਕੋਈ ਗੱਲ ਨਹੀਂ। ਪਰ ਇੰਨੀ ਗੱਲ ਕਰਦੇ ਨੂੰ ਸੱਚਾਈ ਨਾਲ ਦੱਸੀ ਆਪਣੇ ਨੂੰ। ਉਹ ਜਾਣੀ ਕਿ ਬੁੱਢੇ ਕਾਫੀ ਸੀਗੇ ਪਰ ਉਹਨਾਂ ਨੇ ਇੰਨੀ ਗੱਲ ਕਹਿੰਦੇ ਜੇ ਹੈ ਨਾ ਇਸ ਟਾਈਮ ਤੇਰੇ ਘਰ ਦੇ ਜੀਂਦੇ ਆ ਨਾ, ਇਹ ਸਮਝ ਕਿ ਤੇਰੇ ਘਰ ਦੇ ਜੀਂਦੇ ਆ, ਜੇ ਮਰ ਗਿਆ ਤੂੰ ਬਾਅਦ 'ਚ ਜੋ ਮਰਜ਼ੀ ਹੋਵੇ ਫਿਰ ਨਹੀਂ ਕਹਿੰਦਾ ਤੈਨੂੰ ਪਤਾ ਲੱਗਣਾ ਕੀ ਹੋਇਆ ਤੇਰੇ ਘਰ ਦੇ ਨਾਲ, ਇਸ ਟਾਈਮ ਤਾਂ ਜੀਂਦੇ ਆ ਨਾ। ਮੈਂ ਕਿਹਾ ਹਾਂ ਜੀਂਦੇ ਆ। ਕਹਿੰਦਾ ਜੇ ਤੇਰਾ ਦੁੱਖ ਸੁਣ ਕੇ ਤੇਰੇ ਤੋਂ ਪਹਿਲਾਂ ਤੇਰੇ ਘਰ ਦੇ ਮਰ ਗਏ ਨਾ, ਇਹ ਅਸੀਂ ਤਾਂ ਪਾਪ ਮੰਨਦੇ ਇਸ ਗੱਲ ਨੂੰ। ਫਿਰ ਉਹਨਾਂ ਵਿੱਚ ਰਹਿਣ ਲਾ ਜਾਣੀ ਹਰ ਟਾਈਮ ਉਹਨਾਂ ਰਹਿਣਾ, ਫਿਰ ਦਿਮਾਗ ਵੀ ਉਹੋ ਜਿਹਾ ਹੋ ਗਿਆ। ਕੁਛ ਪਾਣੀ ਦਿੰਦੇ ਹੁੰਦੇ ਸੀ, ਪਾਣੀ ਤਾਂ ਪਿਆਸ ਬਹੁਤ ਲੱਗਦੀ ਸੀ, ਪਰ ਪਾਣੀ ਵਿੱਚ ਤਾਂ ਮੈਂ ਉਹ ਇੱਕ ਵਾਰੀ ਗੱਲ ਸ਼ੇਅਰ ਕੀਤੀ ਉਹਨਾਂ ਨਾਲ ਕਿ ਯਾਰ ਪਾਣੀ ਯਾਰ ਜਦੋਂ ਪੀ ਲੈਂਦਾ ਨਾ ਉਦੋਂ ਯਾਨੀ ਕਿ ਦਿਲ ਉਦਾਸ ਹੀ ਹੁੰਦਾ ਨਾ, ਉਦੋਂ ਮਾੜਾ ਜਿਹਾ ਠੀਕ ਹੋ ਜਾਂਦਾ, ਯਾਨੀ ਕਿ ਪਤਾ ਨਹੀਂ ਲੱਗਦਾ ਕਿ ਕੀ ਗੱਲਬਾਤ ਹੁੰਦੀ ਆ, ਯਾਨੀ ਕਿ ਟੈਨਸ਼ਨ ਜੀ ਜਾਣੀ ਦੂਰ ਹੁੰਦੀ। ਫਿਰ ਉਹਨਾਂ ਦੱਸਿਆ ਕਹਿੰਦੇ ਇਹਦੇ ਵਿੱਚ ਡਰੋਪ ਪਾਇਆ ਜਾਂਦਾ, ਇਹਦੇ ਵਿੱਚ ਪਾਣੀ ਦੇ ਵਿੱਚ ਉਹ ਹੁੰਦੇ ਆ ਕੈਮੀਕਲ ਟਾਈਪ ਹੁੰਦਾ, ਕਹਿੰਦਾ ਉਹ ਪਾਣੀ ਵਿੱਚ ਪਾਇਆ ਜਾਂਦਾ, ਜਿੱਦਾਂ ਉਹਨਾਂ ਕੋਈ ਸ਼ਰਾਰਤ ਨਾ ਕਰੇ ਸਾਰੇ ਪੀਂਦੇ ਆ ਕਹਿੰਦੇ
ਆਹ ਗੱਲਬਾਤ ਉੱਥੇ ਜੇਲ੍ਹ ਬੁਰਾ ਹਾਲ ਸੀ। ਇੰਨਾ ਪਤਾ ਹੋਣ ਦੇ ਬਾਵਜੂਦ ਵੀ ਉਹ ਪਾਣੀ ਪੀਣਾ ਪੈਂਦਾ ਸੀਗਾ ਕਿ ਇਹਦੇ ਵਿੱਚ ਡ੍ਰੌਪ ਪਾਇਆ ਹੈ ਤੇ ਉਹਦੇ ਨਾਲ ਤੁਹਾਡੀ ਸੁੱਧ ਬੁੱਧ ਨਹੀਂ ਰਹਿਣੀ ਤੇ ਤੁਹਾਨੂੰ ਹੋਸ਼ ਰਹੂਗਾ ਪਰ ਤੁਸੀਂ ਦਿਮਾਗ ਨਹੀਂ ਲਾ ਸਕਦੇ, ਪਰ ਫਿਰ ਵੀ ਉਹ ਪਾਣੀ ਸਾਰੇ ਪੀ ਲੈਂਦੇ ਸੀ। ਮੈਡਮ ਪਤਾ ਕਿੱਦਾਂ ਉਹ ਪਾਣੀ ਪੀਣਾ ਪੈਂਦਾ, ਪਿਆਸ ਵੀ ਜਾਰੀ ਲੱਗਦੀ। ਪਤਾ ਕੀ ਗੱਲ, ਇੱਕ ਤਾਂ ਗਾਂ ਦਾ ਮੀਟ ਮਿਲਦਾ ਹੈਗਾ ਉੱਥੇ ਪਾਣੀ ਵਿੱਚ ਉਬਲਿਆ ਹੋਇਆ, ਗਾਂ ਦਾ ਮੀਟ ਮਿਲਦਾ ਸੀ ਪਾਣੀ ਵਿੱਚ ਉਬਲਿਆ ਹੋਇਆ। ਤੇ ਉਹ ਜਦੋਂ ਗਾਂ ਦਾ ਮੀਟ ਖਾਣੇ ਨਾ ਦਲੀਆ ਤੇ ਗਾਂ ਦਾ ਮੀਟ ਖਾਈਦਾ ਸੀਗਾ, ਉਹਲਾ ਪਿਆਸ ਬਹੁਤ ਲੱਗਦੀ ਹੁੰਦੀ, ਗਰਮ ਹੁੰਦਾ ਉਹ, ਪਿਆਸ ਬਹੁਤ ਲੱਗਦੀ ਹੁੰਦੀ ਹੈ ਉਹਲਾ ਪਿਆਸ, ਯਾਨੀ ਕਿ ਦਿਨ ਦੇ ਵਿੱਚ 2-3 ਵਾਰੀ ਪਾਣੀ ਪੀਦਾ ਹੈਗਾ, ਉਹ ਇੱਕ ਵਾਰੀ ਪੀ ਲਿਆ ਬਹੁਤ ਆ, ਯਾਨੀ ਕਿ ਉਹ ਪਾਣੀ ਪੀਣਾ ਹੀ ਪੈਂਦਾ ਹੁੰਦਾ ਸੀ। ਹੁਣ ਮੀਟ ਖਾਣਾ ਦਲੀਆ ਖਾਣਾ ਤੇ ਉਹ ਪਿਆਸ ਲੱਗਦੀ ਹੁੰਦੀ ਸੀ। ਤੇ ਆਹ ਗੱਲਬਾਤ ਉੱਤੇ ਬਾਕੀ ਸਾਰਾ ਕੁਝ ਜਾਣੀ ਕਿ ਜਿੱਦਾਂ ਕਹਿੰਦੇ ਨਾ ਕਿ ਹਾਂ ਕੱਲੀ ਚੀਜ਼ ਜਾਣੀ ਕਿ ਉੱਥੋਂ ਦਾ ਕਮਰਾ, ਉੱਥੋਂ ਦਾ ਪਾਣੀ, ਉੱਥੋਂ ਦਾ ਖਾਣਾ, ਉੱਥੋਂ ਦਾ ਰਹਿਣ ਸਹਿਣ, ਉੱਥੇ ਜਾਣੀ ਕਿ ਜਦੋਂ ਇਕੱਲਾ ਬਹਿ ਜਾਣਾ ਹਰ ਇੱਕ ਚੀਜ਼ ਟੌਰਚਰ ਕਰਦੀ ਸੀਗੀ ਕਿ ਦਿਮਾਗ ਇਹੋ ਜਿਹਾ ਅਪਸੈਟ ਹੋ ਜਾਂਦਾ ਸੀ ਨਾ ਛਾਡੀ ਗੱਲ ਦੇ ਜੇਲ੍ਹ ਵੱਲ ਦੇਖ ਕੇ। ਮੇਨ ਗੱਲ ਉੱਥੇ ਕੋਈ ਸੂਰਜ ਦੀ ਰੋਸ਼ਨੀ ਨਹੀਂ, ਦਿਨ ਦਾ ਕੋਈ ਨਹੀਂ ਪਤਾ, ਨਾ ਸਾਲਾ ਹੀ ਕੋਈ ਘੜੀ ਸੀਗੀ ਉੱਥੇ ਕਿ ਹਾਂ ਵੀ ਘੜੀ ਤੋਂ ਪਤਾ ਲੱਗ ਜਾਏ ਕਿੰਨਾ ਦਿਨ ਆ, ਜਾਣੀ ਇੱਕ ਅਵਤਾਰ ਪਤਾ ਲੱਗਾ ਸਾਨੂੰ ਕਿ ਅੱਜ ਦਿਨ ਆ, ਅੱਜ ਰਾਤ ਆ, ਦਿਨ ਆ, ਅੱਜ ਰਾਤ ਆ, ਬਾਅਦ 'ਚ ਪਤਾ ਚਿੱਤਾ ਭੁੱਲ ਗਿਆ। ਹੁਣ ਕੋਈ ਬਾਹਰੋਂ ਕੋਈ ਡਿਊਟੀ ਚੇਂਜ ਕਰਕੇ ਆਉਂਦੇ ਹੈਗੇ, ਕੋਈ ਕਹਿੰਦਾ ਹੈਲੋ, ਕੋਈ ਆਪਣ ਬੁਲਾਉਂਦਾ, ਬਸ ਉੱਥੇ ਜੇਲ੍ਹ ਦੇ ਵਿੱਚ ਕੋਈ ਸੀਗਾ ਜਦੋਂ ਕੋਈ ਆਇਆ ਨਾ ਹਾਂ ਵੀ ਦਿਨ ਆ ਤੇ ਰਾਤ ਆ ਦੱਸ ਸਾਨੂੰ, ਬਾਹਰ ਆਹੀ ਚੀਜ਼ ਪੁੱਛਣੀ। ਆਹ ਹਾਲਾਤ ਹੋ ਗਏ। ਕਿੰਨੇ ਸਾਲ ਬਾਅਦ ਨਿਕਲੇ ਉੱਥੋਂ, ਫਿਰ ਉੱਥੋਂ ਬਾਹਰ ਨਿਕਲਦੇ ਹੋ, ਬਾਹਰ ਨਿਕਲ ਕੇ ਗੱਲ ਵੀ ਹੁੰਦੀ ਹੈ ਇੰਡੀਆ ਐਮਬੈਸੀ ਦੇ ਨਾਲ, ਪਰ ਕੋਈ ਸਪੋਰਟ ਨਹੀਂ ਮਿਲਦੀ ਹੈ ਨਾ, ਗੋਲੀ ਤੱਕ ਦਾ ਆਰਡਰ ਦਾ ਤੁਹਾਨੂੰ ਜਿਹੜਾ ਹੈਗਾ ਸ਼ੂਟ ਕਰਨ ਤੱਕ ਦਾ ਆਰਡਰ ਨਿਕਲ ਗਿਆ ਸੀਗਾ। ਹਾਂਜੀ ਜਾਣੀ ਕਿ ਉਹ ਜਿੱਦਾਂ ਕਹਿੰਦੇ ਨਾ ਅਫਸਰ ਨੇ ਕਿਹਾ ਕਿ ਤੈਨੂੰ ਮੈਂ ਕੱਢੂੰਗਾ, ਮੈਡਮ ਜੀ ਪੌਣੇ ਕਿ 4 ਸਾਲ ਬਾਅਦ ਉਹ ਫਿਰ ਅਫਸਰ ਜਿਹੜਾ ਨਾ ਮੇਰੇ ਕੋਲ ਆਇਆ, ਆ ਕੇ ਨਾ ਜਾਣੀ ਕਿ ਤੁਹਾਨੂੰ ਦੱਸਾਂ ਨਾ ਮੈਂ ਉਹਨਾਂ ਦੇ ਬਾਲ ਵੀ ਜਾਣੀ ਕਿ ਵੱਡੇ ਹੋ ਗਏ ਸੀਗੇ, ਬਾਲ ਵੀ ਵੱਡੇ ਹੋ ਗਏ ਸੀਗੇ, ਕਿਉਂਕਿ ਮੈਂ ਉੱਥੇ ਜਿਹੜੀ ਮਸ਼ੀਨ ਜਿਹੜੀ ਸੀ ਨਾ ਵਰਤਦੇ ਸੀਗੇ ਵਾਲਾਂ ਵਾਸਤੇ, ਉਹ ਮੈਂ ਸਿਰ 'ਤੇ ਨਹੀਂ ਲਵਾਉਣਾ ਹੁੰਦਾ ਹੈਗਾ, ਜਿਹੜਾ ਥਲ ਉਹ ਹੈ ਨਾ ਕਹਿੰਦੇ ਉਹ 1-2 ਵਾਰੀ ਲਾਈ ਜਾਈਏ ਨਾ ਮਸ਼ੀਨ ਤੇ ਫਿਰ ਬਾਲ ਨਹੀਂ ਹੁੰਦੇ, ਬਾਲ ਝੜ ਜਾਂਦੇ ਆ, ਅਤੇ ਇਸ ਕਰਕੇ ਮੈਂ ਨਹੀਂ ਲਾਉਣਾ ਹੁੰਦਾ ਹੈਗਾ। ਉਹ ਜਾਣੀ ਕਿ ਦਿਮਾਗ ਵੀ ਥੋੜ੍ਹਾ ਖੁਸ਼ਕ ਜਿਹਾ ਹੋ ਗਿਆ ਹੈਗਾ, ਉਹ ਆਇਆ ਅਤੇ ਉਹ ਆ ਕੇ ਮੇਰੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਮੇਰੇ ਵੱਲ ਦੇ ਮੈਂ ਕਹਿੰਦਾ ਮੈਨੂੰ ਪਛਾਣਦਾ, ਪਰ ਮੈਂ ਉਹਨੂੰ ਪਛਾਣਿਆ ਨਹੀਂ ਉਹਨੂੰ, ਮੈਂ ਕਿਹਾ ਮੈਂ ਪਛਾਣਿਆ ਨਹੀਂ ਉਹਨੂੰ, ਮੈਂ ਕਿਹਾ ਮੈਂ ਨਹੀਂ ਜਾਣਦਾ, ਕਹਿੰਦਾ ਮੈਂ ਫਿਰ ਉਹਨੇ ਦੱਸਿਆ ਆਪਣਾ ਨਾਮ, ਕਹਿੰਦਾ ਮੈਂ ਉਹ ਹਾਂ। ਅੱਛਾ, ਉਹ ਅਫਸਰ ਤੁਹਾਨੂੰ ਫਿਰ 4 ਸਾਲ ਬਾਅਦ ਮਿਲਿਆ ਸੀਗਾ? ਹਾਂਜੀ 4 ਸਾਲ ਬਾਅਦ, ਕਦੀ ਨਹੀਂ ਮੱਥੇ ਲੱਗਾ ਮੇਰੇ। ਅੱਛਾ। ਅਤੇ ਉਹ ਉਹ ਜਿਹੜਾ ਬੰਦਾ ਹੁੰਦਾ ਸੀਗਾ ਜਿਹੜਾ ਰੋਜ਼ ਗੱਲ ਕਰਾਉਂਦਾ ਹੁੰਦਾ ਸੀ ਮੇਰੀ, ਉਹ ਤਾਂ ਚਲੋ ਕਦੀ 3 ਮਹੀਨਿਆਂ ਬਾਅਦ ਆ ਜਾਂਦਾ ਸੀਗਾ, ਕਦੀ 2 ਮਹੀਨਿਆਂ ਬਾਅਦ ਆ ਜਾਂਦਾ ਸੀਗਾ, ਕਦੀ 6 ਮਹੀਨਿਆਂ ਬਾਅਦ ਹੁੰਦਾ ਸੀਗਾ। ਆਹ ਤਾਂ ਗੱਲ ਆ ਜੀ, ਉਹ ਫਿਰ ਮੇਰੀ ਗੱਲ ਕਰਾਉਂਦਾ ਹੁੰਦਾ ਸੀਗਾ ਅਤੇ ਉਹ ਆਇਆ ਕਹਿੰਦਾ ਤੈਨੂੰ ਮੈਂ ਬਾਹਰ ਕੱਢਾਂ, ਮੈਂ ਚੁੱਪ ਕਰ ਗਿਆ, ਮੈਂ ਕਿਹਾ ਵੀ ਮੈਂ ਉਦੋਂ ਤੁਹਾਨੂੰ ਪਤਾ ਜੀ ਉੱਥੇ ਸਾਰੇ ਕਦੀ ਇੱਕ ਗਾਲਾਂ ਹੀ ਕੱਢਦੇ ਹੁੰਦੇ ਸੀ, ਅਸੀਂ ਫਿਰ ਗਾਲਾਂ ਕੱਢੀ ਦੀਆਂ ਹੁੰਦੀਆਂ ਸੀਗੀਆਂ ਕਿ ਅਸੀਂ ਤਾਂ ਗਾਲਾਂ ਕੱਢਦੇ ਹੁੰਦੇ ਸੀਗੇ ਸਾਲੇ ਕੁਝ ਮਾਰ ਹੀ ਦੇਣੇ ਆ ਭੱਜ ਜਾਣ। ਮੈਡਮ ਉੱਥੇ ਇੱਕ ਤਾਂ ਰਸਤਾ ਵੀ ਹੈ ਨਹੀਂ ਖੁਦਕੁਸ਼ੀ ਕਰਨ ਨੂੰ, ਤੁਹਾਨੂੰ ਦੱਸਦਾ ਸਾਡੇ ਉੱਥੇ ਨਾ ਇੱਕ ਨਜੀਰੀਆ ਦਾ ਸੀਗਾ ਕਾਲਾ, ਉਹ ਵੀ ਅਮਰੀਕਾ ਦਾ ਸਿਟੀਜ਼ਨ ਸੀ, ਅਮਰੀਕਾ ਦੇ ਬਹੁਤ ਜ਼ਿਆਦਾ ਆ, ਉਹਨੇ ਮੇਰੇ ਹੈ ਨਾ ਉਦੋਂ ਪਹਿਲੇ ਹੀ ਬੰਦੇ ਨੇ ਮੈਂ ਖੁਦਕੁਸ਼ੀ ਕੀਤੀ ਦੇਖੀ ਆ, ਉਹ ਖੁਦਕੁਸ਼ੀ ਕਰਨ, ਉਹ ਹੈ ਵੀ ਇੰਟੈਲੀਜੈਂਟ ਬੰਦਾ, ਯਾਨੀ ਕਿ ਆਪਣੇ ਆਪ ਨੂੰ ਘੈਂਟ ਹੁੰਦਾ ਹੈਗਾ, ਜਾਣੀ ਕਿ ਵਧੀਆ ਐਕਸਰਸਾਈਜ਼ ਕਰਦਾ ਸੀਗਾ, ਵਧੀਆ ਹੈ ਤੋਰਨ ਦੀ, ਜਾਣੀ ਕਿ ਸਾਰੇ ਉਹਨੂੰ ਕਹਿੰਦੇ ਵੀ ਨਹੀਂ ਵੀ ਬੰਦਾ ਬਹੁਤ ਵਧੀਆ ਅਤੇ ਨਾਲੋਂ ਖਤਰਨਾਕ ਜਿਹਾ ਆ, ਜਾਣੀ ਕਿ ਅਸੀਂ ਸੋਚ ਨਹੀਂ ਸਕਦੇ ਸੀ ਨਾ ਕਿ ਉਹ ਬੰਦਾ ਖੁਦਕੁਸ਼ੀ ਕਰੂਗਾ। ਉਹ ਮੈਡਮ ਜਿੱਦਾਂ ਸਟੀਲ ਦੀ ਜਾਲੀ ਲੱਗੀ ਹੈ, ਸਟੀਲ ਦੀ ਜਾਲੀ ਲੱਗੀ ਸੀ, ਮੋਟੀ ਤਾਰ ਸੀ ਥੋੜ੍ਹੀ ਜਿਹੀ, ਉਹਨੇ ਇੰਨੀ ਕੁ ਤਾਰ ਤੋੜੀ ਆ ਥਿਆੜ ਜੇ ਤੋਂ, ਉਹਦੀ ਕੁੰਡੀ ਬਣਾ ਕੇ ਨਾ ਆਪਣੀ ਨਬਜਾ ਵਿੱਚ ਪਾ ਕੇ ਨਾ ਖਿੱਚ ਕੇ ਨਬਜਾ ਤੋੜੀਆਂ, ਕਿਉਂਕਿ ਤਾਰ ਦਾ ਨਬਜਾ ਕਦੇ ਵੀ ਵੱਢੀਆਂ ਨਹੀਂ ਆਉਣੀਆਂ ਸੀਗੀਆਂ, ਵਿੱਚ ਉਹਦੀ ਪਾ ਖਿੱਚ ਕੇ ਨਬਜਾ ਤੋੜ ਕੇ ਖੁਦਕੁਸ਼ੀ ਕੀਤੀ। ਅਤੇ ਇੰਨੇ ਹਾਲਾਤ ਇਹੋ ਜਿਹੇ ਅਸੀਂ ਖੁਦ ਅਸੀਂ ਰੱਸਾ ਲੱਭਦੇ ਸੀਗੇ। ਹੋਰ ਦੱਸੋ ਉੱਥੇ ਜਿਹੜੇ ਕੈਦੀ ਸੀਗੇ ਉਹਨਾਂ ਨੇ ਇਹ ਗੱਲ ਨਹੀਂ ਕਹੀ ਮਰ ਗਿਆ ਕਿ ਮਾੜਾ ਹੋਇਆ, ਸਗੋਂ ਕਹਿਣ ਕਿ ਮਰ ਗਿਆ ਇਹ ਬਈ ਬੜਾ ਆਪਣੇ ਮਤਲਬ ਹੀ ਬੰਦਾ ਨਿਕਲਿਆ, ਸਾਨੂੰ ਨਹੀਂ ਦੱਸਿਆ ਕਿ ਸਾਨੂੰ ਵੀ ਮੁਕਤੀ ਮਿਲ ਜਾਂਦੀ। ਬਾਕੀ ਹੈ ਹੀ ਮੈਡਮ ਸਿਸਟਮ ਹੀ ਇਹੋ ਜਿਹਾ ਸੀਗਾ, ਮੈਂ ਤੁਹਾਨੂੰ ਦੱਸਾਂ ਨਾ ਇਹੋ ਜਿਹੇ ਹਾਲਾਤ ਸੀ ਨਾ ਉੱਥੇ, ਛੱਡੋ ਗੱਲਾਂ। ਉਹ ਆਇਆ ਫਿਰ ਅਫਸਰ ਬਾਹਰ ਵਿੱਚ ਪੌਣੇ ਕੇ 4 ਸਾਲ ਬਾਅਦ, ਕਹਿੰਦਾ ਤੈਨੂੰ ਮੈਂ ਕੱਢੂੰਗਾ, ਮੈਂ ਕਿਹਾ ਕੱਢਣਾ ਹੁੰਦਾ ਤੂੰ ਮੈਨੂੰ ਪਹਿਲਾਂ ਨਾ ਕੱਢ ਲੈਂਦਾ। ਪਰ ਉਹਨੇ ਹੀ ਉਹ ਕਈ ਜਿੱਦਾਂ ਹੁਣ ਆਰਮੀ ਵਾਲਿਆਂ ਨੂੰ ਗਾਲਾਂ ਕੱਢੀਆਂ ਸੀ ਨਾ, ਆਰਮੀ ਵਾਲੇ ਗੱਲ ਇੱਦਾਂ ਜਾਣੀ ਕਿ ਨਾ ਸਮਝੀ ਕਰਕੇ ਚੱਲ ਜਾਂਦੇ ਸੀਗੇ, ਨਹੀਂ ਉਹਨੇ ਮੇਰਾ ਜਵਾਬ ਦਿੱਤਾ, ਉਹ ਕਹਿੰਦਾ ਵੀ ਮੇਰੀ ਗੱਲ ਸੁਣ ਲਾ, ਸਾਡੀ ਗੌਰਮੈਂਟ ਨੇ ਤੈਨੂੰ ਅੱਤਵਾਦੀ ਬਣਾਇਆ, ਤੈਨੂੰ ਸਜ਼ਾ ਦਿੱਤੀ ਆ, ਮੇਰਾ ਕੰਮ ਤੈਨੂੰ ਸਜ਼ਾ ਦੇਣਾ, ਠੀਕ ਹੈ ਨਾ, ਪਰ ਮੈਨੂੰ ਪਤਾ ਆ ਕਿ ਤੂੰ ਕਿੰਨੀ ਕੁ ਸਜ਼ਾ ਦਾ ਹੱਕਦਾਰ ਆ, ਉਨੀ ਕੁ ਸਜ਼ਾ ਤੈਨੂੰ ਮੈਂ ਹੈ ਨਾ, ਮੈਂ ਤੈਨੂੰ ਕੱਢਣ ਨੂੰ ਕਹਿੰਦਾ ਉਦੋਂ ਵੀ ਕੱਢ ਜਾਣਾ, ਪਰ ਕਹਿੰਦਾ ਜੇ ਤੈਨੂੰ ਮੈਂ ਕੱਢਣਾ ਹੈ ਨਾ, ਇਹ ਮੈਂ ਤੇਰੀ ਗੌਰਮੈਂਟ ਤੋਂ ਇਜਾਜ਼ਤ ਨਹੀਂ ਲੈਣੀ ਹੈਗੀ, ਕਿ ਇਹ ਨਾ ਕਹੇ ਕਿ ਗੌਰਮੈਂਟ ਨੂੰ ਕਿਹਾ ਕਿ ਇਹਦੀ ਸਜ਼ਾ ਮਾਫ਼ ਕਰ ਦਿਓ, ਪੇਪਰ ਲਿਖ ਕੇ ਦੇਣਾ ਕਿ ਇਹਨੂੰ ਸਜ਼ਾ ਮਾਫ਼ ਕਰ ਦੇ, ਇਹਨੂੰ ਵਾਪਸ ਇੰਡੀਆ ਕਹਿੰਦਾ ਕਿਸੇ ਨੇ ਨਹੀਂ ਭੇਜਣਾ ਅਤੇ ਨਾ ਹੀ ਤੂੰ ਜਾਣਾ ਜੇ ਤੇਰਾ ਕੇਸ ਲੱਗਾ। ਕਹਿੰਦਾ ਉਹ ਮੈਨੂੰ ਪਤਾ ਆ, ਮੈਂ ਸਾਰਾ ਕੁਝ ਤੇਰਾ ਬਾਇਓਡਾਟਾ ਕਢਾਇਆ ਆ, ਸਾਰਾ ਯਕੀਨ ਆ ਮੈਨੂੰ, ਮੈਂ ਤਾਂ ਕਹਿੰਦਾ ਤੈਨੂੰ ਮੈਂ ਕਰਨਾ, ਕਹਿੰਦਾ ਇਹ ਜੇਲ੍ਹ ਦਾ ਹੱਕਦਾਰ ਹੈ ਨਹੀਂ ਤੂੰ, ਕਹਿੰਦਾ ਜਾਂ ਮੈਂ ਤੈਨੂੰ ਗੋਲੀ ਮਾਰ ਦੇਣੀ ਆ, ਠੀਕ ਹੈ ਨਾ, ਜਾਂ ਮੈਂ ਕਹਿੰਦਾ ਤੈਨੂੰ ਘਰ ਭੇਜ ਦੇਣਾ। ਫਿਰ ਦੂਜੀ ਗੱਲ ਕਹੀ, ਕਹਿੰਦਾ ਇੱਕ ਗੇਮ ਚਲਾਉਣੀ ਆ, ਗੇਮ ਦਾ ਮਤਲਬ ਕਹਿੰਦਾ ਤੈਨੂੰ ਘਰ ਪਹੁੰਚਾਉਣਾ,
ਕਹਿੰਦਾ ਜਿੱਥੇ ਗੇਮ ਅੜਦੀ ਪਤਾ ਲੱਗੀ ਨਾ ਕਿ ਇੱਥੇ ਖਤਰਾ ਆ, ਹੁਣ ਨਹੀਂ ਗੇਮ ਨਿਕਲ ਫਸ ਸਕਦੇ ਆਪਾਂ, ਕਹਿੰਦਾ ਉੱਥੇ ਤੈਨੂੰ ਮੈਂ ਗੋਲੀ ਮਾਰ ਦੇਣੀ ਆ। ਉਹ ਕੋਰਾ ਬੰਦਾ ਸੀਗਾ ਬਿਲਕੁਲ, ਇੰਨੀ ਗੱਲ ਕਹੀ ਸੀ ਤੇ ਬਾਹਰ ਵਿੱਚ ਉਹ ਚਲਾ ਗਿਆ। ਫਿਰ ਆਇਆ ਮੈਡਮ, ਉਹਨਾਂ ਨੇ ਗੱਡੀ 'ਚੋਂ ਕੱਢਿਆ ਮੈਨੂੰ ਇੰਨਾ ਨਹੀਂ ਦੱਸਿਆ ਕਿ ਕਿੱਦਾਂ ਕੱਢਣਾ, ਮੈਨੂੰ ਜੋ ਗੱਡੀ ਵਿੱਚ ਬਿਠਾਇਆ ਫਿਰ ਉਹਨਾਂ ਨੇ ਮੈਨੂੰ ਦੱਸਿਆ। ਗੱਡੀ ਬੰਦ ਸੀ ਚਾਰੇ ਬੰਨਿਓ, ਜਦੋਂ ਕੱਢਿਆ ਪਹਿਲਾਂ ਤਾਂ ਮੈਨੂੰ ਕੈਦੀ ਕਹਿਣ ਕਿ ਤੂੰ ਚੱਲਾ ਆ, ਕਹਿੰਦਾ ਕੈਦੀਆਂ ਨੇ ਦੱਸਿਆ ਕਿ ਆਹ ਗੱਲਬਾਤ, ਕਹਿੰਦਾ ਅੱਬਲ ਤੇ ਕੀ ਹੁਣ ਅਜਰੈਲ ਦੇ ਕੈਦੀ ਸੀ 2-4, ਉਹਨਾਂ ਨੂੰ ਆਵਾਜ਼ ਮਾਰੀ, ਸੀਨੀਅਰ ਸੀਗੇ ਜਾਣੀ ਕਿ ਜਿੱਦਾਂ ਕਹਿੰਦੇ ਨੇ ਉਮਰ ਤੋਂ ਵੱਡੇ ਸੀ, ਨਾਲ ਕਾਫੀ ਸਮਝਦਾਰ ਸੀਗੇ, ਠੀਕ ਹੈ ਨਾ। ਉਹ ਲੜਦੇ ਲੁੜਦੇ ਕਿਸੇ ਨਾਲ ਨਹੀਂ, ਮਤਲਬ ਉਹਨਾਂ ਦੀ ਬੋਲੀ ਬਾਣੀ ਇੱਦਾਂ ਦੀ ਸੀਗੀ ਜਾਣੀ ਕਿ ਸਾਰੇ ਉਹਨਾਂ ਨੂੰ ਗੱਲ ਮੰਨਦੇ, ਸੀਨੀਅਰ ਸੀਗੇ। ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਕਿਹੜੇ ਬੰਦੇ ਨਾਲ ਕਿਹੜੀ ਕੀ ਗੱਲ ਕਰਨੀ ਹੈ, ਕਿਹੜਾ ਕਿਸ ਤਰੀਕੇ ਨਾਲ ਵਿਵਹਾਰ ਕਰਨਾ, ਕਿਹੜੇ ਬੰਦੇ ਨੂੰ ਕੀ ਖਤਰਾ ਤੈਨੂੰ ਜਦੋਂ ਤੂੰ ਬਾਹਰ ਨਿਕਲਿਆ, ਕਿਹੜੇ ਬੰਦੇ ਵਾਲਾ ਤੇਰਾ ਸਾਹਮਣਾ ਹੋ ਸਕਦਾ। ਉਹਨਾਂ ਇਮੀਗ੍ਰੇਸ਼ਨ ਨਾਲ ਵੀ ਸਾਹਮਣਾ ਹੋ ਸਕਦਾ, ਪੁਲਿਸ ਵਾਲਿਆਂ ਨਾਲ ਵੀ ਹੁੰਦਾ, ਆਹ ਪੁਲਿਸ ਦਾ ਆਹ ਅਫਸਰ ਹੁੰਦਾ, ਇਹਲਾ ਵੀ ਤੇਰਾ ਸਾਹਮਣਾ ਹੋ ਸਕਦਾ। ਜਾਣੀ ਕੱਲੀ ਗੱਲ ਉਹਨਾਂ ਨੇ ਮੈਨੂੰ ਸਮਝਾਈ। ਐਂਡ ਤੇ ਫਿਰ ਚਲੇ ਗਏ। ਐਂਡ 'ਚ ਇੱਕ ਸੀਗਾ ਕਿੱਦਾਂ ਕਹਿੰਦੇ ਕਮਲਾ ਟੈਬ ਹੀ ਕਹਿੰਦੇ ਨੇ ਆਪਾਂ ਉਹਨੂੰ, ਉਹ ਆ ਗਿਆ ਮੇਰੇ ਕੋਲ। ਉਹ ਕਹਿੰਦਾ ਵੀ ਇਹ ਦੂਜੀ ਗੱਲਬਾਤ ਹੈ, ਇਹ ਬਾਹਰ ਖੜ ਕੇ ਗੋਲੀ ਮਾਰ ਦਿੰਦੇ ਆ। ਉਹ ਜਿਹੜਾ ਹੈ ਥੋੜਾ ਕੱਦ ਉਹਦਾ ਛੋਟਾ ਸੀਗਾ, ਜਾਣੀ ਕਿ ਪੁਰਾਣਾ ਸੀਗਾ, ਉਹਨੂੰ ਕਾਫੀ ਇਤਿਹਾਸ ਪਤਾ ਸੀਗਾ, ਉਹਨੂੰ ਜੇਲ੍ਹ ਦੇ ਬਾਰੇ ਕਾਫੀ ਨੌਲੇਜ ਸੀਗੀ। ਉਹ ਕਹਿੰਦਾ ਕਾਨਿਆਂ ਵਿੱਚ ਖੜ ਕੇ ਇਹਨਾਂ ਨੂੰ ਗੋਲੀ ਮਾਰ ਦਿੰਦੇ ਆ ਜਦੋਂ ਬੰਦੇ ਜ਼ਿਆਦਾ ਹੋ ਜਾਂਦੇ। ਸ਼ਾਇਦ ਤੇਲਾ ਵੀ ਇੱਦਾਂ ਹੀ ਕਰਨ। ਇੱਕ ਤੁਹਾਨੂੰ ਦੱਸਦਾ, ਜੇਕਰ ਤੈਨੂੰ ਛੱਡਿਆ ਵੀ ਨਾ, ਮੰਨ ਲਓ ਕਿਤੇ ਵੀ ਕੋਈ ਸੁਨਸਾਨ ਜਗ੍ਹਾ 'ਤੇ, ਕਾਨੇ ਟੈਬ ਦੇਖ ਕੇ ਨਾ ਕਹਿੰਦਾ ਲੰਮੇ ਪੈ ਜੀ, ਜੇ ਗੋਲੀ ਲੰਘੂਗੀ ਉੱਤੋਂ ਦੀ ਲੰਘੂਗੀ। ਜਿਹੜੀ ਉਹਨਾਂ ਨੇ ਗੱਲ ਸਮਝਾਈ ਕਿ ਜਿਹੜੀ ਕਿ ਇਕੱਲਾ ਕੀ ਗੱਲ ਕਰਨੀ, ਉਹ ਤਾਂ ਮੇਰੇ ਸਮਝ ਆਈ ਨਹੀਂ ਇੰਨੀ, ਪਰ ਜਿਹੜੀ ਇਹਨੇ ਸਮਝਾਈ ਕਿ ਸ਼ੋਰਟਕੱਟ ਤਰੀਕੇ ਨਾਲ ਕਿ ਲੰਮਾ ਪੈ ਜੀ, ਉਹ ਮੇਰੇ ਦਿਮਾਗ ਵਿੱਚ ਪੈ ਗਈ। ਨਹੀਂ ਵੀ ਬਚਾਅ ਆਪਣਾ ਜ਼ਰੂਰੀ ਆ। ਉਹੀ ਗੱਲ ਹੋਈ ਜਦੋਂ ਲੈ ਗਏ ਤੇ ਗੱਡੀ ਵਿੱਚ, ਫਿਰ ਮੇਰੇ ਦਿਲ ਦੇ ਵਿੱਚ ਪਹਿਲਾਂ ਤਾਂ ਮੈਂ ਕਹਿੰਦਾ ਸ਼ੁਕਰੀਆ ਅੱਬਲ ਤੇ ਮਾਰੀ ਜਾਈਏ, ਵਧੀਆ ਖੁਸ਼ੀ ਬੜੀ ਸੀਗੀ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਕਿਹਾ ਮੈਨੂੰ ਸਾਹਮਣੇ ਖੜਾ ਕਰਕੇ ਗੋਲੀ ਮਾਰ ਦੇਣਾ ਨਾ, ਲਾਗੇ ਮਸ਼ੀਨ ਚੱਲਣ ਦੇ ਹੀ ਆ, ਜਦੋਂ ਬੰਦਾ ਮਰ ਜਾਂਦਾ ਮਸ਼ੀਨ 'ਚ ਪਾ ਦਿੰਦੇ, ਅੱਗ ਲੱਗ ਜਾਂਦੀ ਆ। ਮੈਂ ਉਹ ਸਾਹਮਣੇ ਖੜੀ ਕਰਕੇ ਗੋਲੀ ਮਾਰਨ ਮੈਨੂੰ ਖੁਸ਼ੀ ਆ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਇਹੋ ਭਲਾ ਜਦੋਂ ਜੇਲ੍ਹ ਦੇ ਅੰਦਰ ਇੱਦਾਂ ਰਹੇ ਦਲੇਰ ਮੈਂ ਪੂਰਾ ਸੀਗਾ ਤੇ ਬਣ ਗਿਆ ਸੀਗਾ, ਇਹੋ ਜਿਹੀ ਗੱਲ ਕੋਈ ਨਹੀਂ। ਮੈਂ ਕਿਹਾ ਨਹੀਂ ਜੀ, ਮੈਂ ਹੈ ਨਾ ਕੋਈ ਗੱਲ ਨਹੀਂ ਗੋਲੀ ਖਾ ਲੂੰ। ਪਰ ਜਦੋਂ ਉਹਨਾਂ ਨੇ ਬਾਹਰ ਕੱਢਿਆ ਤੇ ਉਦੋਂ ਜਾਣੀ ਕਿ ਦਿਨ ਸੀਗਾ, ਉਹ ਜਦੋਂ ਦੇਖਿਆ ਆਲੇ ਦੁਆਲੇ ਦਿਨ ਹਰਿਆਲੀ ਦਰਖਤ ਜਿਹੇ ਲੱਗੇ, ਇੱਧਰ ਕਾਈਆਂ ਟੈਬ ਜਾਂ ਛਤਰੀ ਆਈਆਂ, ਜਾਣੀ ਕਿ ਬੜੇ ਵਧੀਆ ਸ਼ੋਅ ਵਾਲੇ ਬੂਟੇ ਲੱਗੇ। ਦਿਨ ਦੇਖਿਆ ਫੇਰ ਮਰਨ ਨੂੰ ਦਿਲ ਨਾ ਕਰੇ, ਯਾਰ ਮਰਨਾ ਕਿੱਦਾਂ ਆ। ਅੰਦਰ ਬਹੁਤ ਦਲੇਰ ਸੀਗਾ ਕਿ ਮੈਂ ਮਰ ਜੂੰਗਾ ਇੱਦਾਂ ਕਰਨਾ, ਕਿਉਂਕਿ ਉਦੋਂ ਅੰਦਰ ਸੀਗਾ। ਪਰ ਜਦੋਂ ਬਾਹਰ ਆ ਕੇ ਦਿਨ ਦੇਖਿਆ, ਯਾਰ ਕਿੱਦਾਂ ਮਰਾਂਗੇ, ਮੇਰਾ ਤਾਂ ਹੱਥ ਪੈਰ ਜਾਣੀ ਕਿ ਸੁੰਨ ਹੋ ਗਏ ਬਿਲਕੁਲ, ਜਾਣੀ ਕਿ ਦਿਮਾਗ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ ਇੱਕ ਹਿਸਾਬ ਦਾ। ਗੱਡੀ ਵਿੱਚ ਬਿਠਾਇਆ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਹਾਂ ਕਿੱਦਾਂ, ਠੀਕ ਹੈ। ਮੈਂ ਕਿਹਾ ਠੀਕ ਹੈ। ਮੈਂ ਫਿਰ ਉਹਨੂੰ ਸਵਾਲ ਪੁੱਛਿਆ, ਮੈਂ ਕਿਹਾ ਵੀ ਮੇਰੀ ਗੱਲ ਸੁਣ ਲਾ, ਜੇ ਕੱਢਣਾ ਹੁੰਦਾ ਤੂੰ ਉਦੋਂ ਕੱਢ ਦੇਣਾ, ਹੁਣ ਤੂੰ ਕਿੱਦਾਂ ਕੱਢੂ ਮੈਨੂੰ। ਤੇ ਹੱਸਿਆ ਉਹ ਮਾੜਾ ਜਿਹਾ, ਆਪਣੇ ਵੱਲੋਂ ਪੂਰੀ ਪਲੈਨਿੰਗ ਕਰਕੇ ਆਇਆ, ਪੌਣੇ 4 ਸਾਲ ਬਾਅਦ ਆਇਆ। ਉਹਨੇ ਮੈਨੂੰ ਸਰਟੀਫਿਕੇਟ ਦਿਖਾਇਆ, ਕਹਿੰਦਾ ਆਹ ਤੇਰਾ ਨਾਮ ਹੈ ਜੇਲ੍ਹ ਦਾ। ਮੈਂ ਕਿਹਾ ਹਾਂ। ਕਹਿੰਦਾ ਆਹ 'ਚ ਕੀ ਲਿਖਿਆ, ਉਹਦੇ ਵਿੱਚ ਬਸ ਬਾਕੀ ਸਾਰੀ ਰਸ਼ੀਅਨ ਭਾਸ਼ਾ ਲਿਖੀ ਗਈ, ਪਰ ਉਹ ਇੰਗਲਿਸ਼ 'ਚ ਲਿਖਿਆ ਡੈਥ ਸਰਟੀਫਿਕੇਟ। ਉਹ ਮੈਂ ਪੜ੍ਹਦਾ, ਮੈਂ ਡੈਥ ਸਰਟੀਫਿਕੇਟ ਹੈ। ਮੈਂ ਕਿਹਾ ਇਹ ਕਿਹਦਾ, ਕਹਿੰਦੇ ਤੇਰਾ। ਜਦੋਂ ਉਹਨੇ ਕਿਹਾ ਮੇਰਾ, ਤਾਂ ਫੇਰ ਮੈਂ ਡਰ ਗਿਆ। ਮੈਂ ਵੀ ਇਹਨਾਂ ਨੇ ਮਾਰ ਕੇ ਹੁਣ ਇਹਨਾਂ ਨੇ ਲਾ ਦੇਣਾ, ਲੈ ਆਹ ਹੋ ਗਿਆ। ਕਹਿੰਦਾ ਫਿਰ ਮੈਂ ਕਿਹਾ ਮੈਂ ਚੁੱਪ ਹੋ ਗਿਆ। ਫਿਰ ਮੈਂ ਕਿਹਾ ਕੋਈ ਗੱਲ ਨਹੀਂ ਕਰਨਗੇ। ਉਹ ਕਹਿੰਦਾ ਵੀ ਸਿੰਪਲ ਕੰਮ ਆ, ਕਹਿੰਦਾ ਤੈਨੂੰ ਬਾਰਡਰ 'ਤੇ ਛੱਡ ਦੇਣਾ, ਬਾਰਡਰ 'ਤੇ। ਮੈਂ ਇਹਨੂੰ ਪੁੱਛਿਆ ਵੀ ਕਿਹੜਾ ਬਾਰਡਰ, ਉਹਨੇ ਦੱਸਿਆ ਨਹੀਂ। ਕਹਿੰਦੇ ਤੈਨੂੰ ਇਹ ਮਤਲਬ ਨਹੀਂ, ਤੈਨੂੰ ਬਾਰਡਰ 'ਤੇ ਛੱਡ ਦੇਣਾ, ਉੱਥੇ ਬਾਰਡਰ ਪੁਲਿਸ ਨੇ ਤੈਨੂੰ ਫੜ ਲੈਣਾ, ਪੁਲਿਸ ਨੇ ਫੜ ਕੇ ਤੈਨੂੰ ਲੈ ਆਉਣਾ। ਅਸੀਂ ਤੇਰਾ ਕੇਸ ਬਣਾਉਣਾ ਛੁਡਾਇਆ ਕਿ ਇਹ ਬੰਦਾ ਅਸੀਂ ਅਨਲੀਗਲ ਮਨਪ੍ਰੀਤ ਸਿੰਘ ਨਾਮ ਦਾ, ਸਹੀ ਨਾਮ ਤੇਰਾ ਮਨਪ੍ਰੀਤ ਸਿੰਘ ਆ, ਇਹ ਨਾਮ ਨੈੱਟ 'ਤੇ ਚੜ੍ਹ ਦੇਣਾ ਕਿ ਇਹ ਬੰਦਾ ਅਸੀਂ ਜਾਣੀ ਕਿ ਬਾਰਡਰ ਤੋਂ ਫੜਿਆ ਅਨਲੀਗਲ, ਅਤੇ ਇਹਨੂੰ ਰਿਪੋਰਟ ਕੀਤਾ ਜਾਵੇ ਕਿ ਬਾਰਡਰ ਟੱਪਣ ਦੀ ਆਈ ਢੰਗ ਦੇ ਵਿੱਚ। ਠੀਕ ਹੈ। ਆਹ ਕੱਲ੍ਹ ਤੇ ਕਹਿੰਦਾ ਆਹ ਡੈਥ ਸਰਟੀਫਿਕੇਟ ਤੇਰਾ ਜਿੰਮੇ ਲਾ ਦੇਣਾ ਕਿ ਜੇ ਉਹ ਕਹਿਣਗੇ ਉਹ ਬੰਦਾ ਕਿੱਥੇ, ਉਹ ਬੰਦਾ ਮਰ ਗਿਆ। ਉਹ ਕਹਿੰਦਾ ਉਹਦੇ ਬਾਰੇ ਕਹਿੰਦਾ ਸਾਨੂੰ ਕੋਈ ਨਹੀਂ ਪੁੱਛੂਗਾ, ਕਹਿੰਦਾ ਸਾਡੇ ਇੱਥੇ ਨਹੀਂ ਹੁੰਦਾ, ਆਪਾਂ ਉਹ ਤੂੰ ਆਪਣੀ ਟੈਨਸ਼ਨ ਲੈ, ਸਾਡੀ ਕੋਈ ਨਹੀਂ ਟੈਨਸ਼ਨ ਲੈਣ ਦੀ ਲੋੜ। ਉਹ ਗੱਲ ਹੋਈ ਤੇ ਮੈਡਮ ਬਾਬਾ ਚਿਰ ਗੱਡੀ ਚੱਲੀ ਆ, ਉਦੋਂ ਰਾਤ ਹੋ ਗਈ ਸੀਗੀ। ਉਹਨਾਂ ਨੇ ਮੈਨੂੰ ਪਿਛਲੀ ਟਾਕੀ ਖੋਲ੍ਹ ਕੇ ਉਹਨਾਂ ਨੂੰ ਬਾਹਰ ਕੱਢਿਆ ਅਤੇ ਤਕਰੀਬਨ ਤੁਹਾਨੂੰ ਦੱਸਦਾ ਮੈਡਮ, ਮੈਂ ਜਿਹੜੀ ਵਰਦੀ ਜਿਹੜੀ ਸੀ ਨਾ, ਉਹ ਮੇਰੀ ਉਹੀ ਉਹਨਾਂ ਨੇ ਮੇਰੇ ਕੋਲ ਕੱਪੜੇ ਵੀ ਤੱਕ ਨਹੀਂ ਸੀਗੇ ਮੇਰੇ, ਕਿਉਂਕਿ ਉਹਨਾਂ ਦੀ ਵਰਦੀ ਉਹ ਆਪਣੀ ਦਿੰਦੇ ਹੁੰਦੇ ਫਿੱਕੀ ਸੰਤਰੀ ਰੰਗ ਦੀ। ਅਤੇ ਉਹਨਾਂ ਨੇ ਜਾਣੀ ਕਿ ਇੱਕ ਸ਼ਰਟ ਦਿੱਤੀ ਮੈਨੂੰ, ਇੱਕ ਪੈਂਟ ਦਿੱਤੀ ਅਤੇ ਬੂਟ ਦਿੱਤੇ, ਅਤੇ ਆਹ ਕਹਿੰਦੇ ਆਹ ਪਾ ਲਾ ਅਤੇ ਇਹ ਪਾ ਕੇ ਤੂੰ ਹੁਣ ਜਾਣਾ ਘਰ, ਕੋਈ ਗੱਲ ਨਹੀਂ, ਬਾਕੀ ਟੈਨਸ਼ਨ ਨਾ ਲੈ। ਉਹੀ ਗੱਲ ਹੋਈ ਜੋ ਬਾਰਡਰ 'ਤੇ ਆਏ ਛੱਡਿਆ ਉਹਨਾਂ ਨੇ, ਕਾਨੇ ਜਿੱਦਾਂ ਮਤਲਬ ਕਾਨੇ ਟੈਪ ਦੀਆਂ ਝਾੜੀਆਂ ਹੀ ਆ ਗਈਆਂ, ਉਹੀ ਸੀਨ ਜਿੱਦਾਂ ਮੈਨੂੰ ਉਹਨੇ ਬੰਦੇ ਨੇ ਆਖਿਆ ਸੀ ਅੰਦਰ ਜੇਲ੍ਹ ਦੇ ਵਿੱਚ। ਮੈਂ ਕਿਹਾ ਲੈ ਵੀ ਗੋਲੀ ਮਾਰਨਗੇ। ਰਫਲਾਂ ਵੀ ਮੈਡਮ ਬਹੁਤ ਵੱਡੀਆਂ ਸੀਗੀਆਂ ਉਹਨਾਂ ਤੋਂ। ਇੱਕ ਉਹ ਬੰਦਾ ਸੀ ਨਾਲ ਜਿਹੜਾ ਮੇਰੀ ਗੱਲ ਕਰਾਉਂਦਾ ਹੁੰਦਾ ਸੀਗਾ ਫੋਨ 'ਤੇ, ਉਹਦਾ ਕਾਫੀ ਮੇਰਾ ਫਰੈਂਡ ਬਣ ਗਿਆ ਸੀਗਾ, ਜਿੱਦਾਂ ਕਹਿੰਦੇ ਨਾ ਕਿ ਜਦੋਂ ਮੈਂ ਕਿਤੇ ਗੱਲ ਕਰਕੇ ਕਿਤੇ ਰੋਣ ਵੀ ਲੱਗ ਪੈਂਦਾ, ਮੈਨੂੰ ਚੁੱਪ ਕਰਾਉਣਾ, ਮੈਨੂੰ ਚੋਕਲੇਟਾਂ ਦੇਣੀਆਂ। ਜਦੋਂ ਮੰਨ ਲਓ ਮੈਂ ਹੁਣ ਘਰ ਗੱਲ ਕਰ ਰਿਹਾ ਨਾ, 2 ਮਿੰਟ ਗੱਲ ਹੋਣੀ, ਕਿਉਂਕਿ ਜਿੰਨਾ ਉਹਨੂੰ ਆਰਡਰ ਮਿਲਿਆ ਆਰਡਰ ਦੇ ਹਿਸਾਬ ਨਾਲ ਉਹਨੇ ਕੰਮ ਕਰਨਾ।
ਉਹਨੇ ਫੋਨ ਕੱਟ ਦੇਣਾ, ਫਿਰ ਮੈਂ ਰੋ ਪੈਣਾ। ਉਹਨੇ ਮੈਨੂੰ ਚੁੱਪ ਕਰਾਉਣਾ, ਕਦੀ ਚੋਕਲੇਟਾਂ ਦੇ ਦੇਣੀਆਂ, ਕਦੀ ਘਰੋਂ ਜਦੋਂ ਵੀ ਆਉਣਾ ਕੋਈ ਸੂਪ ਸਾਪ ਵਗੈਰਾ ਹੋਣਾ, ਉਹਨੇ ਮੈਨੂੰ ਭੇਜ ਦੇ ਰਹਿਣਾ ਕਿ ਨਹੀਂ ਇਹਨੂੰ ਸੂਪ ਦਿਓ, ਇਹ ਨਹੀਂ ਗਾਂ ਖਾਂਦਾ। ਜਾਣੀ ਕਿ ਜਦੋਂ ਕੋਈ ਮੰਨ ਲਓ ਕੋਈ ਬੁਖਾਰ ਵੀ ਹੁੰਦਾ ਨਾ ਮਾੜਾ ਮੋਟਾ, ਉਹ ਬੰਦਾ ਪਹਿਲਾਂ ਆ ਕੇ ਮੈਨੂੰ ਪੁੱਛਦਾ ਹੁੰਦਾ ਸੀਗਾ ਕਿ ਤੇਰਾ ਮੈਨੂੰ ਪਤਾ ਲੱਗਾ ਕਿ ਤੈਨੂੰ ਬੁਖਾਰ ਹੋਇਆ, ਕੀ ਗੱਲ ਹੁਣ ਠੀਕ ਆ। ਉਹ ਬੰਦਾ ਕਾਫੀ ਮੇਰਾ ਫਰੈਂਡ ਬਣ ਗਿਆ ਸੀਗਾ ਉਹ ਸੀਗਾ। ਤੇ ਉਹਨੇ ਤੇ ਉਹਨੇ ਆ ਕੇ ਟਾਕੀ ਖੋਲੀ ਤਾਂ ਮੈਂ ਬਾਹਰ ਨਿਕਲਿਆ, ਝਾੜੀਆਂ ਦੇਖੀਆਂ, ਤੇ ਮੈਨੂੰ ਕਹਿੰਦੇ ਜਾ ਭੱਜ ਅੱਗੇ। ਕਹਿੰਦਾ ਅੱਗੇ ਜਦੋਂ ਟੱਪੂਗਾ ਨਾ ਕੰਨੇ, ਕਹਿੰਦਾ ਅੱਗੇ ਤਾਰਾਂ ਆਉਣੀਆਂ, ਤਾਰਾਂ ਟੱਪਣੀਆਂ ਨਹੀਂ ਤੂੰ, ਤਾਰਾਂ ਦੇ ਉਰੇ ਹੀ ਰਹਿਣਾ, ਤੈਨੂੰ ਕਹਿੰਦਾ ਪੁਲਿਸ ਨੇ ਫੜ ਲੈਣਾ, ਕੋਈ ਗੋਲੀ ਨਹੀਂ ਮਾਰਦੇ, ਕੋਈ ਚੱਕਰ ਨਹੀਂ। ਮੈਂ ਜੋ ਝਾੜੀਆਂ ਦੇ ਅੰਦਰ ਵੜ ਗਿਆ ਤੇ ਮੈਂ ਲੰਮਾ ਪੈ ਗਿਆ ਜਿੱਦਾਂ ਉਹਨੇ ਕਿਹਾ ਸੀਗਾ। ਆਵਾਜ਼ ਆਉਂਦੀ ਗੋਲੀਆਂ ਦੀ, ਉਹ ਪਲ ਬਾਅਦ ਵਿੱਚ ਪਤਾ ਲੱਗਿਆ ਕਿਉਂਕਿ ਜਦੋਂ ਮੈਂ ਜੇਲ੍ਹ 'ਚ ਗਿਆ ਨਾ ਉਦੋਂ ਵੀ ਗੋਲੀਆਂ ਦੀ ਆਵਾਜ਼ ਆਉਂਦੀ ਪਈ, ਲਾਗੇ ਸੈਂਟਰ ਸੀ ਕੋਈ। ਯਾਨੀ ਕਿ ਜਿਹੜੀ ਸਹੀ ਗੱਲ ਤੁਹਾਨੂੰ ਦੱਸਾਂ ਮੈਂ ਕਿ ਗੋਲੀ ਨਹੀਂ ਚੱਲੀ ਤੇ ਹਨਾ, ਉਹ ਪਰ ਆਵਾਜ਼ ਜਿਹੜੀ ਗੋਲੀਆਂ ਦੀ ਉਹਦੀ ਲਾਗੇ ਸੈਂਟਰ ਸੀਗਾ, ਉਹਨਾਂ ਨੇ ਉਹਦੇ ਵਿੱਚ ਟ੍ਰੇਨਿੰਗ ਦਿੰਦੇ ਸੀ ਆਰਮੀ ਵਾਲਿਆਂ ਨੂੰ, ਉਹ ਮੈਨੂੰ ਬਾਅਦ 'ਚ ਪਤਾ ਲੱਗਾ। ਤੇ ਮੈਂ ਉਹ ਪਲ ਮੇਰੇ ਦਿਲ 'ਚ ਤਾਂ ਇੱਦਾਂ ਹੀ ਲੱਗਾ ਕਿ ਹਾਂ ਵੀ ਗੋਲੀ ਚੱਲ ਰਹੀ ਆ, ਗੋਲੀ ਚੱਲ ਰਹੀ ਆ, ਬਾਰ-ਬਾਰ ਚੱਲੀ ਜਾਂਦੀਆਂ ਗੋਲੀਆਂ। ਮੈਂ ਲੰਮਾ ਪਿਆ ਨਾ ਕਾਫੀ ਅੱਧਾ ਘੰਟਾ ਪੌਣਾ ਘੰਟਾ ਲੰਮੇ ਪੈਣ ਤੋਂ ਬਾਅਦ ਮੱਛਰ ਜਿਹਾ ਲੜਨ ਲੱਗ ਪਿਆ ਉੱਥੇ ਕੁੜੀ। ਮੈਂ ਉੱਠ ਕੇ ਜਿੱਦਾਂ ਹੀ ਹੋਣਾ ਮੈਨੂੰ ਵੀ ਗਾਂਹ ਵਧਿਆ ਨਾ ਤੇ ਮੈਨੂੰ ਬਾਰਡਰ ਪੁਲਿਸ ਨੇ ਫੜ ਲਿਆ। ਪਹਿਲਾਂ ਤਾਂ ਮੈਂ ਡਰ ਗਿਆ, ਮੈਂ ਭੱਜਣ ਲੱਗਾ ਸੀ। ਉਹਨੇ ਮਨਪ੍ਰੀਤ ਸਿੰਘ ਕਿਹਾ ਨਾ ਜਦੋਂ ਜਿੱਦਾਂ ਆਪਣੀ ਟੁੱਟੀ ਜ਼ਬਾਨ ਦੇ ਵਿੱਚ ਕਿ ਜਾਣੀ ਕਿ ਹੁਣ ਮਨਪ੍ਰੀਤ ਉਹਨੇ ਕਿਹਾ ਪਕਾਰ, ਮੈਂ ਚੁੱਪ ਕਰ ਗਿਆ। ਮੈਂ ਕਿਹਾ ਮੇਰਾ ਨਾਂ ਪਤਾ ਇਹਨਾਂ ਨੂੰ, ਚੁੱਪ ਕਰ ਗਿਆ। ਉਹਨੇ ਮੈਨੂੰ ਫੜ ਲਿਆ, ਕਹਿੰਦਾ ਨੋ ਪ੍ਰੋਬਲਮ, ਮੈਨੂੰ ਲੈ ਆਂਦਾ, ਕੋਈ ਗੱਲ ਨਹੀਂ ਕੀਤੀ। ਗੱਡੀ ਵਿੱਚ ਪਾ ਕੇ ਜਦੋਂ ਮੈਂ ਛੋਟੀ ਜੇਲ੍ਹ ਦੇ ਵਿੱਚ ਰਹਿੰਦਾ, ਉਹ ਜੇਲ੍ਹ ਦਾ ਨਾਂ ਸੀ ਚਰਨੀਵਿਸਕੀ, ਜਿਹੜਾ ਸਾਲਾ ਉਹ ਇੱਕ ਸ਼ਹਿਰ ਆ ਚਰਨੀਵਿਸਕੀ ਯੂਕਰੇਨ ਦੇ ਵਿੱਚ, ਠੀਕ ਹੈ ਨਾ। ਉੱਥੇ ਜੇਲ੍ਹ ਦਾ ਨਾਂ ਵੀ ਚਰਨੀਵਿਸਕੀ ਰੱਖਿਆ। ਉਹ ਜੇਲ੍ਹ 'ਚ ਲੈ ਆਂਦਾ, ਲਿਆ ਕੇ ਉਸੇ ਟਾਈਮ ਹੀ ਜਿੱਦਾਂ ਹੀ ਮੈਂ ਅੰਦਰ ਵੜਿਆ, ਜਦੋਂ ਬਾਰਡਰ ਪੁਲਿਸ ਨੇ ਮੈਨੂੰ ਲੈ ਕੇ ਗਈ ਨਾ ਅੰਦਰ, ਜਿੱਦਾਂ ਹੀ ਮੈਂ ਇੰਟਰ ਹੋਇਆ ਤੇ ਉਹ ਜਿਹੜੇ ਅਫਸਰ ਜਿਹੜੇ ਮੈਨੂੰ ਵੱਡੀ ਜੇਲ੍ਹ 'ਚ ਲੈ ਕੇ ਆਏ ਉਹ ਵੀ ਬੈਠੇ ਸੀਗੇ ਜਾਂਦਿਆਂ ਨੂੰ। ਉਹ ਵੱਡਾ ਅਫਸਰ 4-5 ਬੰਦੇ ਉਹਦੇ ਨਾਲ ਸੀਗੇ ਤੇ ਉਹ ਵੀ ਬੰਦਾ ਨਾਲ ਸੀਗਾ ਜਿਹੜਾ ਮੇਰੀ ਘਰ ਗੱਲ ਕਰਾਉਂਦਾ ਹੁੰਦਾ ਸੀਗਾ। ਉਹ ਗਏ ਆ ਤੇ ਉਹਨਾਂ ਜਿੱਦਾਂ ਹੀ ਮੈਂ ਗਿਆ ਆ, ਉਹਨਾਂ ਮੇਰੇ ਪ੍ਰੈਸ਼ਰ ਜਿਹਾ ਮਾਰਿਆ ਹੱਥਾਂ ਦੇ ਉੱਤੇ, ਹੱਥ ਸਾਫ਼ ਕੀਤੇ ਆ, ਉਹਨਾਂ ਫਿੰਗਰ ਲਏ ਆ ਤੇ ਫੋਟੋ ਉੱਦਾਂ ਕਹਿੰਦੇ ਕੈਮਰੇ ਵੱਲ ਦੇਖਦਾ, ਕੰਪਿਊਟਰ 'ਤੇ ਲੱਗਾ ਸੀਗਾ। ਮੈਂ ਦੇਖਿਆ, ਫੋਟੋ ਕੀਤੀ, ਕਹਿੰਦੇ ਓਕੇ ਹੋ ਗਿਆ। ਤੇ ਉਹਨਾਂ ਨੇ ਮੈਨੂੰ ਫੋਨ ਦਿੱਤਾ ਤੇ ਫੋਨ ਦੇ ਵਿੱਚ ਕਹਿੰਦਾ ਕਿ ਇਹਦੇ ਵਿੱਚ ਇੰਡੀਆ ਐਮਬੈਸੀ ਦਾ ਨੰਬਰ ਆ, ਤੂੰ ਇੰਡੀਆ ਐਮਬੈਸੀ ਨਾਲ ਗੱਲ ਕਰਕੇ ਮੈਨੂੰ ਆਊਟ ਪਾਸ ਚਾਹੀਦਾ ਜਲਦੀ ਤੋਂ ਜਲਦੀ ਕੀਤੇ, ਆਹ ਗੱਲਬਾਤ ਆ। ਉਹਨਾਂ ਨੇ ਫੋਨ ਲਾ ਕੇ ਫੜਾਤਾ ਮੈਨੂੰ ਤੇ ਮੈਂ ਗੱਲ ਕੀਤੀ ਇੰਡੀਆ ਐਮਬੈਸੀ ਵਾਲਿਆਂ ਨੂੰ, ਮੈਂ ਸਾਰੀ ਗੱਲ ਦੱਸੀ, ਉਹਨਾਂ ਮੇਰਾ ਨਾਮ ਪੁੱਛਿਆ, ਮੈਂ ਨਾਮ ਦੱਸਿਆ, ਆਪਣੀ ਡੇਟ ਆਫ ਬਰਥ ਦੱਸੀ, ਸਭ ਕੁਝ ਦੱਸਿਆ। ਸਾਨੂੰ ਕਹਿੰਦੇ ਇੱਥੋਂ ਲੈਟਰ ਜੀ ਲਿਖ ਕੇ ਨਾ ਸਾਨੂੰ ਸੈਂਡ ਕਰੋ, 15-20 ਦਿਨ ਲੱਗ ਜਾਣੇ ਆ, ਫਿਰ ਹੀ ਆਊਟ ਪਾਸ ਮਿਲਣਾ। ਤੇ ਉਹ ਮੇਰੇ ਮੂੰਹ 'ਚ ਕਿਤੇ ਨਿਕਲ ਗਿਆ, ਮੈਂ ਕਿਹਾ ਉਹ ਤਾਂ ਮੰਨਦੇ ਨਹੀਂ, ਉਹ ਤਾਂ 15-20 ਦਿਨ ਲੱਗਣੇ ਆ। ਉਹ ਫਿਰ ਯਕਦਮ ਜਾਣੀ ਕਿ ਸਾਰੇ ਜਾਣੇ ਇਕੱਠੇ ਜਿਹੇ ਹੋ ਗਏ, ਜਾਣੀ ਕਿ ਇੱਦਾਂ। ਫਿਰ ਵੱਡਾ ਅਫਸਰ ਕਹਿੰਦਾ ਕਿ ਜੋ ਬਾਕੀਆਂ ਨਾਲ ਕਰਦੇ ਉਹੀ ਇਹਦੇ ਨਾਲ ਕਰੋ, ਕੋਈ ਗੱਲ ਨਹੀਂ, ਨੋ ਪ੍ਰੋਬਲਮ। ਕਹਿੰਦਾ ਜੇ ਆਪਣੇ ਵੱਲੋਂ ਤਾਂ ਉਹਨੇ ਛੱਡਿਆ, ਕਹਿੰਦਾ ਉਹਨੇ ਸਿੱਧਾ ਕਿਹਾ ਸੀਗਾ ਕਿਤੇ ਗੇਮ ਫਸ ਗਈ ਉੱਥੇ ਮੈਂ ਗੋਲੀ ਮਾਰ ਦੇਣੀ ਆ। ਤੇ ਫਿਰ ਉਹਨੇ ਕਿਹਾ ਹੈ ਨਾ, ਜਦੋਂ ਉਸੇ ਬੰਦੇ ਨੂੰ ਕਿਹਾ ਜਿਹੜਾ ਬੰਦਾ ਮੇਰੀ ਘਰ ਗੱਲ ਕਰਾਉਂਦਾ ਹੁੰਦਾ ਹੈਗਾ, ਉਹ ਬੰਦਾ ਰਿਵਾਲਵਰ ਲੈ ਕੇ ਆਇਆ ਮੇਰੇ ਕੋਲ। ਤੇ ਜਾਣੀ ਕਿ ਜਦੋਂ ਮੈਂ ਜਿੱਦਾਂ ਕਹਿੰਦੇ ਨਾ ਉਹ ਕੱਲੀ ਚੀਜ਼ ਜਾਣੀ ਕਿ ਫਿਰ ਉਦੋਂ ਇੱਕ ਵਾਰੀ ਮੈਂ ਹਿੱਲ ਗਿਆ। ਮੈਂ ਕਿਹਾ ਪਰਮਾਤਮਾ ਨੇ ਰੋਸ਼ਨੀ ਦਿਖਾ ਕੇ ਨਾ ਦੀਵਾ ਫੇਰ ਬੁਝਾ ਦਿੱਤਾ। ਤੇ ਜਾਣੀ ਕਿ ਉਸ ਟਾਈਮ ਨਾ ਜਾਣੀ ਕਿ ਮੈਂ ਜਾਣੀ ਕਿ ਦੁੱਖ ਦਾ ਕੋਈ ਟਿਕਾਣਾ ਹੀ, ਇੰਨਾ ਦੁੱਖ ਸੀਗਾ ਮੈਨੂੰ, ਬੜਾ ਜਾਣੀ ਕਿ ਉਦਾਸ ਹੋ ਗਿਆ ਦਿਲ। ਜਾਣੀ ਇੱਕ ਆਸ ਦੀ ਕਿਰਨ ਜਗੀ, ਫਿਰ ਤੁਹਾਨੂੰ ਲੱਗਿਆ ਵੀ ਬੁੱਝ ਗਈ ਆ। ਹਾਂਜੀ ਮੈਡਮ, ਉਹ ਫੇਰ ਬੁੱਝ ਗਈ ਤੇ ਜਾਣੀ ਕਿ ਮੈਂ ਹਿੱਲ ਗਿਆ ਪੂਰਾ, ਜਿੱਦਾਂ ਕਹਿੰਦੇ ਨਾ। ਮੈਂ ਕਦੀ ਉਹਦੇ ਮੂੰਹ ਵੱਲ ਦੇਖਾਂ, ਫਿਰ ਉਹ ਬੰਦਾ ਆਇਆ, ਪਰ ਉਹ ਮੈਂ ਖੁਦ ਦੇਖਦਾ ਉਹਨੂੰ ਪਤਾ ਨਹੀਂ ਕਿੰਨੇ ਅੱਗੇ ਗੋਲੀਆਂ, ਉਹ ਹੈਗਾ ਹਿੰਮਤ ਵਾਲਾ ਹੈਗਾ ਬੰਦਾ, ਕਿਉਂਕਿ ਜਿੱਦਾਂ ਉਹ ਮੇਲਾ ਕਰਦਾ ਸੀਗਾ। ਜੇ ਕੋਈ ਉਹਦੀ ਜਗ੍ਹਾ ਮੈਂ ਹੁੰਦਾ, ਮੈਨੂੰ ਕਿਹਾ ਹੁੰਦਾ ਕਿ ਇਹਨੂੰ ਗੋਲੀ ਮਾਰ, ਮੈਂ ਕਦੀ ਵੀ ਨਹੀਂ ਮਾਰਨੀ, ਪਰ ਫਿਰ ਵੀ ਉਹ ਬੰਦੇ ਨੇ ਜਾਣੀ ਕਿ ਨੌਕਰੀ ਆ, ਉਹਨੇ ਰਿਵਾਲਵਰ ਚੱਕਿਆ, ਮੇਰੇ ਤੱਕ ਆਇਆ ਤੇ ਮੈਨੂੰ ਨਾ ਜਿੱਦਾਂ ਕਹਿੰਦੇ ਨੇ ਨਾ ਬੜੇ ਪਿਆਰ ਨਾਲ ਉਹਨੇ ਲਾਇਆ ਕੰਧ ਦੇ ਨਾਲ, ਮੈਨੂੰ ਕਹਿੰਦਾ ਲਾ ਕੇ ਨਾ ਆਪਣੇ ਵੱਲੋਂ, ਤੇ ਉਹਨੇ ਕਰ ਲਿਆ ਰਿਵਾਲਵਰ। ਤੇ ਇੰਨੀ ਗੱਲ ਹੋਈ ਤੇ ਪਿੱਛੋਂ ਆਵਾਜ਼ ਪਈ ਆ, ਕਹਿੰਦੇ ਨਹੀਂ, ਕਹਿੰਦੇ ਸਾਜੀ ਇਹਦਾ 1 ਮਿੰਟ ਕੀ ਰਿਕਾਰਡ ਚੜਿਆ ਹੈ ਨੈੱਟ 'ਤੇ। ਉਹ ਫਿਰ ਅਫਸਰ ਸਾਡੇ ਮੇਰੇ ਵੱਲੋਂ ਹੋ ਗਿਆ, ਉੱਧਰ ਹੋ ਗਿਆ, ਉਹਨੇ ਵੀ ਜਲਦੀ ਰਿਵਾਲਵਰ ਥੱਲੇ ਕਰ ਲਿਆ। ਉਹਨੇ ਜਿੱਦਾਂ ਹੀ ਕੀਤਾ ਨਾ, ਜਿੱਦਾਂ ਉਹਨੇ ਲਾਇਆ ਸੀ ਨੰਬਰ ਵਾਈਜ਼, ਉਹਨੇ ਲਾ ਕੇ ਉਹਨੇ ਇੰਨੀ ਗੱਲ ਦਾ ਪਤਾ, ਉਹਨੇ ਬਾਅਦ ਵਿੱਚ ਕਰਕੇ ਨਾ ਉਹ ਜਿਹੜੀ ਗੋਲੀ ਜਿਹੜੀ ਸੀ ਨਾ, ਉਹ ਜਿਹੜੀ ਪਿਸਟਲ ਦੇ ਵਿੱਚੋਂ ਕੱਢ ਲਈ ਸੀਗੀ ਉਹਨੇ ਉਸੇ ਟਾਈਮ ਹੀ, ਜਦੋਂ ਉਹਨੇ ਕਹਾ ਮਿੰਟਾਂ ਹੀ ਗੋਲੀ ਕੱਢ ਕੇ ਕਰਕੇ ਰਿਵਾਲਵਰ ਫਿਰ ਉਹਨੇ ਜੇਬ 'ਚ ਪਾ ਲਿਆ ਉਸੇ ਟਾਈਮ ਹੀ। ਜਦੋਂ ਉਹਨੇ ਮੈਂ ਰਿਵਾਲਵਰ ਦੇਖਿਆ ਨਾ ਜੇਬ 'ਚ ਪਿਆ, ਫਿਰ ਮੈਨੂੰ ਥੋੜ੍ਹੀ ਠੰਡ ਜਿਹੀ ਪਈ। ਮੈਂ ਕਿਹਾ ਇਹ ਕੀ ਹੋ ਗਿਆ, ਪਰ ਉਮੀਦ ਕੋਈ ਨਹੀਂ ਸੀਗਾ, ਮੈਂ ਕਿਹਾ ਕੋਈ ਹੋਰ ਤਰੀਕੇ ਨਾਲ ਮੰਨ ਲਗੇ ਜਾਂ ਫਿਰ। ਤੇ ਉਹ ਉਹਨੇ ਕਿਹਾ ਕਿ ਰਿਕਾਰਡ ਚੜ੍ਹ ਗਿਆ। ਉਹ ਫਿਰ ਅਫਸਰ ਪੈ ਗਿਆ, ਕਹਿੰਦਾ ਰਿਕਾਰਡ ਕਿੱਦਾਂ ਚੜ੍ਹ ਗਿਆ? ਕਹਿੰਦਾ ਪਹਿਲਾਂ ਵੀ ਤੁਸੀਂ ਰਿਕਾਰਡ ਨਹੀਂ ਚੜ੍ਹੇ। ਕਹਿੰਦਾ ਘੱਟੋ ਘੱਟ ਘੰਟਾ 1.5 ਘੰਟਾ ਲੱਗ ਜਾਂਦਾ। ਕਹਿੰਦੇ ਜੀ ਉਹ ਉਹਨਾਂ ਨੇ ਦੱਸਿਆ, ਕਹਿੰਦੇ ਉਹ ਤਾਂ ਰੇਂਜ ਨਹੀਂ ਆਉਂਦੀ, ਉਹ ਤਾਂ ਰੇਂਜ ਨਹੀਂ ਆਉਂਦੀ, ਉਦੋਂ ਨੈਟ ਦੀ ਸਪੀਡ ਉਹ ਸੀਗਾ, ਤੇ ਅੱਜ ਰੇਂਜ ਵੀ ਕਹਿੰਦਾ 4G ਆ ਰਹੀ ਆ। ਉਹਨੇ ਖੁਦ ਦੇਖਿਆ, ਕਹਿੰਦਾ ਸਰ ਜੀ ਆ ਦੇਖੋ ਆ ਕੇ ਵਾਕਈ 4G ਰੇਂਜ ਆ ਰਹੀ ਫੁੱਲ ਉੱਥੇ। ਕਹਿੰਦਾ 15 ਮਿੰਟਾਂ ਰਿਕਾਰਡ ਚੜ੍ਹ ਗਿਆ, ਹੁਣ ਠੀਕ ਕਰੀਏ। ਉਹ ਫਿਰ ਦੇਖਿਆ ਜਾਣੀ ਕਿ ਅਫਸਰ ਇੱਦਾਂ ਕਹਿੰਦੇ ਨਾ ਕਾਫੀ ਸੁਧਰਿਆ ਜਿਹਾ ਬੰਦਾ ਹੈਗਾ, ਉਹ ਸੁਲਝਿਆ ਜਾਣੀ ਕਿ ਸਾਰਿਆਂ ਤੋਂ ਅਲੱਗ ਹੀ ਟਾਈਪ ਦਾ ਹੈਗਾ। ਉਹਨੇ ਸਾਰਿਆਂ ਨੂੰ ਬਾਜ਼ ਮਾਰੀ,
ਉਹ ਗੋਰੇ ਨੇ ਖੁਦ, ਉਹ ਗੋਰੇ ਦੀ ਜ਼ਬਾਨੀ ਆ, ਕਹਿੰਦੇ ਆਪਾਂ ਕਹਿੰਦੇ ਆ ਕਿ ਇਹ ਆਪਾਂ ਸੋਚਦੇ ਲੋਕ ਕਿ ਪ੍ਰਮਾਤਮਾ ਨੇ ਨਹੀਂ ਲਿਖੀ, ਕਹਿੰਦਾ ਪਰਮਾਤਮਾ ਹੈ, ਪਰਮਾਤਮਾ ਨੇ ਇਕੱਲੇ ਇਕੱਲੇ ਬੰਦੇ ਦੀ ਲਿਖੀ ਆ। ਇਹ ਤਾਂ ਬਹਾਨਾ ਹੀ ਬਣਦਾ ਆ ਕਿ ਅਸੀਂ ਆ ਫਲਾਨਾ ਬੰਦਾ ਮਰ ਗਿਆ ਐਕਸੀਡੈਂਟ ਨਾਲ, ਇੱਦਾਂ ਹੋ ਗਈ, ਜਾਂ ਸ਼ਾਇਦ ਨਾ ਜਾਂਦਾ ਨਾ ਮਰਦਾ। ਕਹਿੰਦਾ ਉਹਨੇ ਮਰਨਾ ਹੀ ਲਿਖੀ ਇੱਦਾਂ। ਕਹਿੰਦਾ ਹੁਣ ਆਹ ਐਗਜ਼ਾਮਪਲ ਸਾਡੇ ਮੂਹਰੇ ਖੜੀ ਆ, ਕਹਿੰਦਾ ਚਾਹਵੇ ਤਾਂ ਹੁਣ ਕਹਿੰਦਾ ਜੇ ਇਹਨੂੰ ਗੋਲੀ ਮਾਰਦੀ, ਕਹਿੰਦਾ ਹੁਣ ਚਾਹ ਵੀ ਨਹੀਂ ਅਸੀਂ ਮਾਰ ਸਕਦੇ, ਜਵਾਬ ਦੇਣਾ ਪੈਣਾ। ਉਹਨੇ ਬਾਕੀ ਉਹਨੇ ਮੋਬਾਈਲ ਫੜਾ ਗਿਆ ਮੈਨੂੰ, ਕਹਿੰਦਾ ਤੇਰਾ ਇਲਾਕੇ ਤੇ 2 ਦਿਨ ਆ। ਕਹਿੰਦਾ ਮੈਂ ਇਹ ਨਾ ਸੋਚੀ ਕਿ ਮੇਰੇ ਕੋ ਹੈ ਨਾ ਕਿ ਕੋਈ ਜਾਣੀ ਕਿ ਰਾਹ ਹੈ ਨਹੀਂ ਤੈਨੂੰ ਮਾਰਨ ਦਾ, ਕਹਿੰਦਾ ਮੇਰੇ ਕੋਲ ਬਹੁਤ ਰਾਹ ਆ ਤੈਨੂੰ ਮਾਰਨ ਦੇ। ਕਹਿੰਦਾ 2 ਦਿਨ ਜੇ ਵੈਸੀ ਨੇ ਗੱਲ ਸੁਣਨੀ ਠੀਕ ਹੈ, ਨਹੀਂ ਤਾਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਆ। ਉਹ ਫੇਰ ਜਾਣੀ ਕਿ ਕਹੇਗਾ ਮੋਬਾਈਲ ਆਪਣਾ ਖੁਦ ਦੇ ਕੇ ਗਿਆ ਮੈਨੂੰ, ਕੀਪ ਸਟਾਰ ਦੀ ਸਿਮ ਭਾਈ ਵਿੱਚ ਕੀਪ ਸਟਾਰ ਸਿਮ ਚੱਲਦੀ ਆ, ਮੋਬਾਈਲ ਹਜੇ ਵੀ ਮੇਰੇ ਕੋਲ ਆ, ਉਹ ਇੰਡੀਆ ਤੱਕ ਲਿਆਉਣ ਨਹੀਂ ਦਿੱਤਾ ਉਹਨਾਂ ਮੈਨੂੰ। ਕਹਿੰਦੇ ਆਹ ਗੱਲਬਾਤ ਆ, ਕਹਿੰਦਾ ਤੂੰ ਆਪਣੇ ਘਰ ਗੱਲ ਕਰ, ਗੱਲ ਕਰ, ਘਰਦਿਆਂ ਨੂੰ ਸਾਰੀ ਗੱਲਬਾਤ ਦੱਸ। ਕਈ ਵਾਰੀ ਹੈ ਨਾ ਕਹਿੰਦਾ ਹੁੰਦਾ ਨਾ ਗੌਰਮੈਂਟ ਹੀ ਹੁੰਦੀ ਆ। ਕਹਿੰਦਾ ਹੁਣ ਤੇਰਾ ਕਿਸੇ ਲਾ ਕੋਈ ਅੱਤਵਾਦੀ ਲਾ ਜਾਂ ਕੋਈ ਲਾ ਲਿੰਕ ਨਹੀਂ, ਗੌਰਮੈਂਟ ਦਾ ਵੱਲੋਂ ਪ੍ਰੈਸ਼ਰ ਪਾ ਦੇ ਕਿ ਜਿਹੜਾ ਹੁਣ ਤੇਰੀ ਗੱਲਬਾਤ ਸੁਣ। ਕਹਿੰਦਾ ਬਹੁਤ ਜਾਣੀ ਤਾਕਤ ਹੁੰਦੀ ਗੌਰਮੈਂਟ ਦੀ। ਤੇ ਇਧਰੋਂ ਵੀ ਭਗਵੰਤ ਮਾਨ ਹੋਣਾ ਵੱਲੋਂ ਵੀ ਸਪੋਰਟ ਮਿਲੀ। ਹਾਂਜੀ ਉਹ ਫੇਰ ਨਾ ਉਹਨੇ ਮੋਬਾਈਲ ਦਿੱਤਾ, ਫਿਰ ਮੈਨੂੰ ਨੰਬਰ ਕੋਈ ਨਹੀਂ ਦਿੱਤੇ ਹੈਗਾ। ਫੇਸਬੁੱਕ ਕੋ ਜਾਣੀ ਕਿ ਮੈਨੂੰ ID ਦਿੱਤੇ ਹੈਗੀ, ਮੈਂ ਫੇਸਬੁੱਕ ਖੋਲੀ, ਉੱਥੋਂ ਮੈਸੇਂਜਰ ਡਾਊਨਲੋਡ ਕੀਤਾ। ਉਹ ਹੁਣ ਮੋਬਾਈਲ ਮੇਰੇ ਕੋਲ ਸ਼ੇਅਰ ਮੇਰਾ ਘਰ ਪਿਆ, ਤੁਹਾਨੂੰ ਮੈਂ ਦਿਖਾਉਣਾ। ਉਹਦੇ ਵਿੱਚ ਮੈਂ ਰਿਕਾਰਡਿੰਗ ਵੀ ਜਾਣੀ ਕਿ ਛੱਡੀ ਆਪਣੇ ਭਰਾ ਨੂੰ ਉਦੋਂ ਕਿ ਵੀ ਮੇਰਾ ਫੋਨ ਚੱਕ। ਉਹ ਪਰ ਮੇਰੇ ਭਰਾ ਨੇ ਉਸ ਟਾਈਮ ਮੇਰਾ ਹੈ ਨਾ ਪਹਿਲਾਂ ਤਾਂ ਚੱਕਿਆ ਨਹੀਂ, ਦੂਜੀ ਵਾਰੀ ਫਿਰ ਫੋਨ ਚੱਕਿਆ, ਹਨੇਰਾ ਕਾਫੀ ਹੋ ਗਿਆ ਹੈਗਾ। ਉਹਨੇ ਫੋਨ ਚੱਕਿਆ ਮੇਰਾ, ਫਿਰ ਮੈਂ ਕਿਹਾ WhatsApp 'ਤੇ ਨੰਬਰ ਸੈਂਡ ਕਰ। ਉਹਨੇ WhatsApp 'ਤੇ ਨੰਬਰ ਸੈਂਡ ਕਰੇ। ਫਿਰ ਮੈਂ ਸਾਰੀ ਗੱਲਬਾਤ ਘਰਦਿਆਂ ਨੂੰ ਦੱਸੀ। ਘਰਦਿਆਂ ਨੇ ਕਿਹਾ ਕਿ ਫਿਰ ਮੰਮੀ ਹੁਣਾਂ ਦੱਸਿਆ, ਕਹਿੰਦਾ ਕੋਈ ਪ੍ਰੈਸ ਆਈ ਸੀ ਸਾਡੇ ਕੋਲ, ਉਹਨਾਂ ਨੇ ਕਿਹਾ ਕਿ ਤੇਰੇ ਬਾਰੇ ਪਤਾ ਲੱਗਾ ਕਿ ਜਾਣੀ ਕਿ ਹੋਰ ਵੀ ਪ੍ਰੈਸਾਂ ਆਈਆਂ। ਅਤੇ ਹੁਣ ਇੰਨੀ ਗੱਲਬਾਤ ਆ ਕਿ ਪ੍ਰੈਸ ਵਾਲਿਆਂ ਨੂੰ ਆਪਾਂ ਕਹਿ ਸਕਦੇ ਕਿ ਸਾਡਾ ਮੁੰਡਾ ਇੱਦਾਂ ਇੱਦਾਂ ਫਸਿਆ, ਉਹਦੀ ਹੈਲਪ 'ਚ ਕਰੀਏ। ਇੱਦਾਂ ਗੌਰਮੈਂਟ ਵੀ ਗੱਲ ਸੁਣ ਗਈ ਹੈ ਨਾ, ਸੁਣੂਗੀ ਗੌਰਮੈਂਟ ਗੱਲ। ਚਲੋ ਜੀ ਘਰਦਿਆਂ ਨੇ ਫਿਰ ਇੱਧਰੋਂ ਪ੍ਰੈਸ ਵਾਲੇ ਆ ਗਏ, ਪ੍ਰੈਸ ਵਾਲਿਆਂ ਨੇ ਫਿਰ ਵੀਡੀਓ ਵਾੜੀਆਂ ਚਾੜਨੀਆਂ ਸ਼ੁਰੂ ਕਰ ਦਿੱਤੀਆਂ। ਗੌਰਮੈਂਟ ਤੱਕ ਗੱਲ ਉੱਦਾਂ ਪਹੁੰਚ ਗਈ, ਇਕੱਲੇ ਤੱਕ ਪ੍ਰੈਸ਼ਰ ਪੂਰਾ ਪੈ ਗਿਆ 2 ਦਿਨਾਂ ਦੇ ਵਿੱਚ। ਜਿੱਦਾਂ ਲਾਸਟ ਦਿਨ ਸੀ ਨਾ, ਉਦੋਂ ਜਾਣੀ ਕਿ ਮਰਨੀ ਸੀਗਾ ਉੱਧਰ ਹੀ ਮੇਰਾ। ਉਦੋਂ ਮੈਂ ਬੁਰਕਾ ਟੁੱਟਾ ਬੈਠਾ, ਮੈਂ ਕਿਹਾ ਲੈ ਵੀ ਜੇ ਕਿਸੇ ਐਮਬੈਸੀ ਵਾਲਿਆਂ ਦਾ ਫੋਨ ਨਾ ਆਇਆ ਤੇ ਫਿਰ, ਕਿਉਂਕਿ ਉਹ ਜਿਹੜੇ ਨੰਬਰ 'ਤੇ ਮੈਂ ਡਾਇਰੈਕਟ ਫੋਨ ਆਇਆ, ਉਹ ਮੇਰਾ ਬਲੈਕ ਲਿਸਟ 'ਚ ਪਾ ਦਿੱਤਾ ਸੀ ਉਹਨਾਂ ਨੇ। ਉਹ ਨੰਬਰ ਜਦੋਂ ਮੈਂ ਲਾਉਣਾ ਬਿਜੀ ਆਉਂਦਾ ਸੀ, ਬਿਜੀ ਲਾਉਂਦਾ, ਹੋਰ ਕਿਸੇ ਨੰਬਰ ਤੋਂ ਲਾਉਣ ਨਹੀਂ ਦਿੰਦੇ ਸੀ ਉਹ। ਹਾਂਜੀ ਪਰ ਉਹ ਨਾ ਜਦੋਂ ਹੁਣ ਤਕਰੀਬਨ ਦੁਪਹਿਰਾਂ ਦਾ ਟਾਈਮ ਹੋਇਆ ਅਤੇ ਉਹ ਇੱਕ ਬੰਦਾ ਆਰਮੀ ਵਾਲਾ ਭੱਜਾ ਆਵੇ ਮੇਰੇ ਵੱਲ ਨੂੰ। ਵੇਖ ਲਓ ਉਹਨਾਂ ਨੇ ਛੋਟੀ ਜੇਲ੍ਹ ਸੀਗੀ, ਛੋਟੀ ਜੇਲ੍ਹ ਦਾ ਬੂਹਾ ਬਿਲਕੁਲ ਖੁੱਲ੍ਹਿਆ ਹੈਗਾ, ਜਦੋਂ ਮਰਜ਼ੀ ਖੋਲ, ਬਾਥਰੂਮ ਕਰ, ਜੋ ਮਰਜ਼ੀ ਕਰ, ਬਾਹਰ ਨਹੀਂ ਜਾਣਾ। ਉਹਨਾਂ ਨੇ ਜੂਸ ਵੀ ਲਿਆ ਕੇ ਦਿੱਤਾ, ਫਰੂਟ ਵੀ ਲਿਆ ਕੇ ਦਿੱਤੇ, ਦੁੱਧ ਵੀ ਆਰਮੀ ਵਾਲਿਆਂ ਨੇ ਲਿਆ ਕੇ ਦਿੱਤਾ। ਇਕੱਲੀ ਚੀਜ਼ ਜਾਣੀ ਕਿ ਵਧੀਆ ਜਾਣੀ ਕਿ ਪੌਣੇ 4 ਸਾਲ ਬਾਅਦ ਸੇਬ ਖਾਧੇ, ਜੂਸ ਪੀਤਾ ਅਤੇ ਜਾਣੀ ਕਿ ਵਧੀਆ ਲੱਗਾ। ਪਰ ਦੂਜੀ ਗੱਲ ਇਹ ਕਹਿ ਗਏ ਕਿ ਉਤੋਂ ਫਿਰ ਨਾ ਜਿੱਦਾਂ ਬੰਦਾ ਖੁਸ਼ ਹੋ ਜਾਂਦਾ, ਬੰਦਾ ਉੱਥੇ ਖੁਸ਼ ਵੀ ਨਹੀਂ ਹੁੰਦਾ। ਐਂਡ 'ਤੇ ਕਹਿ ਦਿੱਤਾ ਉਹਨਾਂ ਨੇ, ਸ਼ਹਿਰ ਕੀ ਪਤਾ ਤੇਰਾ ਆਖਰੀ ਹੋਵੇ। ਉਹ ਖਾਈ ਜਾਵੇ, ਉਹ ਫਿਰ ਜਿਹੜਾ ਸਵਾਦ ਲੱਗਦਾ ਸੀ ਉਹ ਵੀ ਸਵਾਦ ਲੱਗਣੋਂ ਗਿਆ। ਖਾਈ ਤਾਂ ਜਾਂਦਾ ਹੀ ਪਰ ਚੀਜ਼ ਸਵਾਦ ਨਹੀਂ ਲੱਗਦੀ ਸੀ। ਅੱਛਾ, ਉਹ ਅੰਬੈਸੀ ਜਿਹਨੇ ਬਲੈਕ ਲਿਸਟ ਵਿੱਚ ਨੰਬਰ ਪਾਤਾ, ਫਿਰ ਉਹੀ ਅੰਬੈਸੀ ਫੋਨ ਕਰਦੀ ਹੈ। ਹਾਂਜੀ ਉਹ ਫੋਨ ਜਿਹਾ ਲੈ ਕੇ ਆਵੇ, ਹਲਾਉਂਦਾ ਆਵੇ ਆਰਮੀ ਵਾਲਾ, ਅਤੇ ਮਾੜੀ ਸਮਾਈਲ ਜੀ ਦਿੱਤੀ ਉਹਨੇ ਮੈਨੂੰ। ਕਹਿੰਦਾ ਕਿ ਆਹ ਚੱਕ ਫੋਨ ਤੇਰਾ ਹੈ ਨਾ, ਆਹ ਫੋਨ 'ਚ ਚਾਰਜ ਲੱਗਾ, ਅੰਬੈਸੀ ਵਾਲਿਆਂ ਦਾ ਫੋਨ ਆਇਆ ਤੇਰਾ, ਗੱਲ ਕਰ। ਫਿਰ ਮੈਂ ਅੰਬੈਸੀ ਵਾਲੇ ਨਾਲ ਗੱਲ ਕੀਤੀ। ਅੰਬੈਸੀ ਵਾਲਿਆਂ ਨੇ ਕਿਹਾ ਹਮਾਰੇ ਉੱਤੇ ਪ੍ਰੈਸ਼ਰ ਪਿਆ, ਹਿੰਦੀ 'ਚ ਬੋਲੀ ਜਾਣ। ਮੈਂ ਕਿਹਾ ਯਾਰ ਕੌਣ ਪ੍ਰੈਸ਼ਰ ਪਾਉਂਦਾ? ਕਹਿੰਦਾ ਕੀ ਗੱਲ ਫੜਿਆ ਹੈਗਾ? ਬਾਕੀ ਫੜੇ ਕਿ ਤੈਨੂੰ ਕਿਹਾ ਸੁਣਿਆ, ਪਰ ਮੈਂ ਆਪਾਂ ਉਹਨੂੰ ਸਹੀ ਗੱਲ ਦੱਸ ਨਹੀਂ ਸਕਦਾ ਸੀ ਅੰਬੈਸੀ ਵਾਲਿਆਂ ਨੂੰ ਮੇਰੇ ਨਾਲ ਕੀ ਹੋਇਆ, ਕਿਉਂਕਿ ਮੈਂ ਦੱਸ ਦਿੰਦਾ ਨਾ। ਅਤੇ ਜੇ ਉਹ ਜਿੱਦਾਂ ਉਹ ਬੰਦੇ ਨੇ ਬਚਾਇਆ, ਬੰਦੇ ਨੇ ਜੋ ਗੱਲ ਕਹੀ ਆ ਬਈ, ਮੈਂ ਤਾਂ ਉਹਦੀ ਗੱਲ ਮੰਨੂਗਾ, ਕਿਉਂਕਿ ਮੇਰੇ ਲਈ ਰੱਬ ਹੀ ਆ ਉਹ। ਉਹਨੇ ਇੱਕੋ ਗੱਲ ਕਹੀ, ਕਹਿੰਦਾ ਚੁੱਪ, ਜਾਣੀ ਕਿ ਪਤਾ, ਕਹਿੰਦਾ ਤੂੰ ਉਹਨੇ ਪਹਿਲਾਂ ਹੀ ਦੱਸਦਾ ਸੀਗਾ, ਕਹਿੰਦਾ ਇੰਡੀਆ ਵਿੱਚ ਪਤਾ ਤੇਰੇ ਲੱਗ ਗਿਆ ਆ ਕਿ ਤੂੰ ਕਿਹੜੀ ਜੇਲ੍ਹ 'ਚ ਵਿੱਚ ਕਿੱਦਾਂ ਕੱਢਿਆ, ਕਿਉਂਕਿ ਅੰਬੈਸੀ ਵਾਲਿਆਂ ਨੂੰ ਸਭ ਪਤਾ ਲੱਗ ਹੁੰਦਾ ਆ। ਅੰਬੈਸੀ ਵਾਲਿਆਂ ਨੇ ਪੁੱਛਿਆ ਕਿੱਦਾਂ ਆ, ਆਹ ਗੱਲਬਾਤ ਆ। ਅਤੇ ਬਾਕੀ ਹੈ ਨਾ ਉਹ ਕਹਿੰਦਾ ਕਿ ਆਹ ਗੱਲਬਾਤ ਜੋ ਦੱਸੀ ਆ ਉਹਨੂੰ ਮੈਂ ਸਮਝ ਲਈ ਆ। ਅਤੇ ਉਹੀ ਗੱਲ ਹੋਈ, ਅੰਬੈਸੀ ਵਾਲਿਆਂ ਨੇ ਗੱਲ ਸੁਣੀ। ਭਗਵੰਤ ਮਾਨ ਹੋ ਗਿਆ, ਜਾਣੀ ਕਿ ਕਾਂਗਰਸ ਹੋ ਗਏ, ਸਾਰੇ ਲੀਡਰਾਂ ਨੂੰ ਜਾਣੀ ਕਿ ਸਾਰਿਆਂ ਨੇ ਸਪੋਰਟ ਕੀਤੀ, ਠੀਕ ਹੈ ਨਾ। ਅਤੇ ਭਗਵੰਤ ਮਾਨ ਹੋਣਾ ਨੇ ਬਾਹਰ ਵਿੱਚ ਉੱਥੇ ਕਹਿੰਦੇ ਭਗਵੰਤ ਮਾਨ ਹੋਣਾ ਦਾ ਫੋਨ ਆਇਆ, ਇੱਦਾਂ ਉਹਨਾਂ ਨੇ ਅੰਬੈਸੀ ਵਾਲਿਆਂ ਨੂੰ ਦੱਸਿਆ ਮੈਨੂੰ। ਅਤੇ ਪਰ ਉਹਨਾਂ ਨੇ ਐਮਰਜੈਂਸੀ ਜਿਹੜਾ ਪਾਸ ਮੇਰਾ ਜਾਰੀ ਕਰ ਦਿੱਤਾ। ਅਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ 19 ਤਰੀਕ ਦੀ ਟਿਕਟ ਕਰਾ ਲਾ। 19 ਤਰੀਕ ਦੀ ਟਿਕਟ ਕਰਾ ਕੇ ਫਿਰ ਮੈਂ ਘਰ ਆਇਆ 20 ਤਰੀਕ ਨੂੰ। ਇੰਨਾ ਕੁਝ ਸਿਆ, ਫਿਰ ਉੱਥੋਂ ਛੁੱਟ ਕੇ ਪਰਿਵਾਰ ਦੇ ਕੋਲ ਆਏ, ਉਦੋਂ ਕੀ ਜਜ਼ਬਾਤ ਸੀਗੇ? ਮੈਡਮ ਜਦੋਂ ਪਰਿਵਾਰ ਤੋਂ ਕੋਲ ਆਇਆ, ਜਾਣੀ ਕਿ ਬਹੁਤ ਜ਼ਿਆਦਾ ਖੁਸ਼ੀ ਹੋਈ, ਜਿੱਦਾਂ ਨਹੀਂ ਖੁਸ਼ੀ ਦਾ ਟਿਕਾਣਾ ਨਹੀਂ ਸੀਗਾ। ਇੱਕ ਤਾਂ ਜਾਣੀ ਕਿ ਪਹਿਲਾਂ ਤਾਂ ਉਮੀਦ ਨਹੀਂ, ਜਦੋਂ ਏਅਰਪੋਰਟ ਤੋਂ ਬਾਹਰ ਨਿਕਲੇ ਉਮੀਦ ਹੀ ਨਹੀਂ ਸੀਗੀ ਮੈਨੂੰ। ਫਿਰ ਮੈਂ ਆ ਕੇ ਸੁੱਤਾ ਘਰ, ਉਹ ਦਿਮਾਗ ਉਹੋ ਜਿਹਾ ਹੋਇਆ। ਸਵੇਰੇ ਉੱਠ ਕੇ ਫਿਰ ਮੈਨੂੰ ਯਕੀਨ ਹੋਇਆ ਕਿ ਮੈਂ ਘਰ ਆ ਗਿਆ, ਠੀਕ ਆ। ਫਿਰ ਮੈਂ ਸਾਰੇ ਪਰਿਵਾਰ ਨੂੰ ਮਿਲਿਆ, ਜਾਣੀ ਕਿ ਹੁਣ ਵੀ ਇਹ ਕਹਿ ਦੇਵਾਂ ਨਾ ਕਿ ਮੈਂ ਇਹ ਕਹਿ ਦੇਵਾਂ ਕਿ ਹੁਣ ਬਾਹਰ ਜਾਣਾ, ਮੈਂ ਕਹਿੰਦਾ ਵੀ ਜੋ ਕੁਛ ਹੈਗਾ ਨਾ ਮਾਂ ਪਿਓ ਹੀ ਆ। ਮੈਂ ਤਾਂ ਇਹੀ ਗੱਲ ਕਹਿੰਦਾ ਪਿਆ।
ਬਹੁਤ ਸਾਰੇ ਨੌਜਵਾਨ ਇਦਾਂ ਦੇ ਨੇ ਜਿਨ੍ਹਾਂ ਦੀ ਸੋਚ ਇਹ ਹੈ ਕਿ ਬਾਹਰ ਜਾਈਏ, ਉੱਥੇ ਜਾ ਕੇ ਪੈਸੇ ਕਮਾਈਏ। ਉਹਦੇ ਲਈ ਉਹ ਸਹਾਰਾ ਲੈਂਦੇ, 2 ਨੰਬਰ 'ਤੇ ਵੀ ਜਾਂਦੇ, ਲੀਗਲ ਤਰੀਕੇ ਨਾਲ ਵੀ ਜਾਂਦੇ ਆ, ਡੌਂਕੀਆਂ ਵੀ ਲਾਉਂਦੇ ਆ, ਹੈ ਨਾ। ਅਤੇ ਜਾਂ ਫਿਰ ਇੱਦਾਂ ਜਿੱਦਾਂ ਕਿ ਤੁਸੀਂ ਧੋਖੇਬਾਜ਼ ਏਜੰਟ ਦੇ ਧੱਕੇ ਚੜ੍ਹੇ ਆ, ਉਹਦੇ ਹੱਥੇ ਆਏ, ਉੱਦਾਂ ਵੀ ਹੋ ਜਾਂਦਾ ਉਹਨਾਂ ਦੇ ਨਾਲ। ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਡਮ ਮੈਂ ਦੇਖੋ ਜਿੱਦਾਂ ਮੈਂ ਹਰ ਇੱਕ ਦਾ ਸੋਚਣੀ ਅਲੱਗ ਅਲੱਗ ਹੁੰਦੀ ਆ। ਜੇ ਆਪਣੀ ਸੋਚਣੀ ਅਨੁਸਾਰ ਮੈਂ ਕਹਾਂ ਕਿ ਇੱਥੇ ਚਲੋ ਨੌਕਰੀ ਹੈ ਨਹੀਂ, ਜ਼ਿਆਦਾਤਰ ਮੁੰਡੇ ਜਾਂਦੇ ਬਾਹਰ, ਜਾਣਾ ਹੀ ਪੈਂਦਾ ਜੀ, ਸਿੱਧੀ ਗੱਲ। ਮੈਂ ਵੀ ਨਹੀਂ ਇੱਥੇ ਕੋਲ ਸੀਗਾ ਤਾਂ ਹੀ ਜਾਣ ਬਾਰੇ ਸੋਚਿਆ ਸੀਗਾ। ਮੈਂ ਕਹਿੰਦਾ ਜਾਓ ਜ਼ਰੂਰ, ਭਲਾ ਡਾਇਰੈਕਟ ਵੀਜ਼ਾ ਵਧੀਆ ਲਵਾ ਕੇ, ਵਧੀਆ ਤਰੀਕੇ ਨਾਲ ਵੀਜ਼ਾ ਲਵਾ ਕੇ ਜਾਓ। ਜਿੱਦਾਂ ਆਪਾਂ ਕਹਿੰਦੇ ਹਾਂ ਕਿ ਰੋਕ ਕੇ ਜਾਂਦਾ, ਪਹਿਲਾਂ ਆਹ ਕੰਟਰੀ ਰੋਕ ਗਏ, ਉਹ ਕੰਟਰੀ ਰੋਕ ਗਏ, ਉਹ ਕੰਟਰੀ ਜਿੱਦਾਂ ਕਹਿੰਦੇ ਹੁਣ ਆਪਾਂ ਇੱਕ ਕੰਟਰੀ ਖੜਨਾ ਫਿਰ ਦੂਜੀ ਕੰਟਰੀ ਖੜਨਾ, ਉਹ ਜੇ ਤਾਂ ਇੱਕ ਕੰਟਰੀ ਵਿੱਚ ਜਾ ਕੇ ਵੀਜ਼ਾ ਲੱਗਦਾ ਮੈਡਮ ਵੱਧ ਤੋਂ ਵੱਧ ਟੂਰਿਸਟ 15 ਦਿਨਾਂ ਦਾ, ਠੀਕ ਹੈ ਨਾ। ਮਹੀਨੇ 3 ਮਹੀਨੇ ਦੇ ਬਾਅਦ ਦੀ ਗੱਲ ਆ, 15 ਕੁ ਦਿਨ ਦਾ ਵੀਜ਼ਾ ਲੱਗਦਾ ਆ। ਉਹ 15 ਦਿਨਾਂ ਦੇ ਵਿੱਚ ਜੇ ਤਾਂ ਵੀਜ਼ਾ ਲੱਗ ਜਾਂਦਾ, ਠੀਕ ਹੈ। ਜੇ 15 ਦਿਨ ਹੋ ਗਏ ਫਿਰ ਬੰਦਾ ਅਨਲੀਗਲ ਹੋ ਗਿਆ। ਫਿਰ ਜਿਹੜੀ ਕੰਟਰੀ 'ਚ ਬੰਦਾ ਗਿਆ ਹੁੰਦਾ ਉਹ ਕੰਟਰੀ 'ਚ ਫਿਰ ਡੋਂਕੀ ਲਾਉਣੀ ਪੈਂਦੀ ਉਹਨੂੰ। ਆਹ ਕੰਮ ਨਾ ਕਰੋ, ਜਿੱਥੇ ਜਾਣਾ ਡਾਇਰੈਕਟ ਜਾਓ ਅਤੇ ਨਾਲ ਭਰੋਸੇਮੰਦ ਆਦਮੀ ਦੇ ਕੋਲ, ਸਿੱਧੀ ਗੱਲ ਹੈ ਜੀ। ਮੈਂ ਤਾਂ ਹਾਈ ਕਹਿੰਦਾ। ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ। ਜੀ ਬਹੁਤ ਬਹੁਤ ਧੰਨਵਾਦ ਜੀ। ਇਹ ਕਹਾਣੀ ਦਿਖਾਉਣ ਦਾ ਮਕਸਦ ਸਿਰਫ ਇੰਨਾ ਸੀਗਾ ਕਿ ਜਿਹੜੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ, ਇਲੀਗਲ ਤਰੀਕੇ ਨਾਲ ਜਾਂਦੇ ਨੇ, ਡੌਂਕੀਆਂ ਲਾਉਂਦੇ ਨੇ ਜਾਂ ਫਿਰ ਧੋਖੇਬਾਜ਼ ਏਜੰਟਾਂ ਦੇ ਥਰੂ ਜਾਂਦੇ ਨੇ, ਅਤੇ ਉਹ ਇਸ ਧੋਖੇਬਾਜ਼ੀਆਂ, ਇਹਨਾਂ ਧੋਖੇਧੜੀਆਂ, ਇਹੋ ਜਿਹੇ ਧੋਖੇਬਾਜ਼ ਏਜੰਟਾਂ ਦੇ ਹੱਥੇ ਨਾ ਚੜ੍ਹਨ ਔਰ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਉਹ ਵਿਦੇਸ਼ ਜਾਣ, ਉੱਥੇ ਜਾ ਕੇ ਕਮਾਈ ਕਰੇ। ਅਤੇ ਲੋੜ ਸਿਰਫ ਇਹੋ ਜਿਹੇ ਧੋਖੇਧੜੀਆਂ ਤੋਂ ਬਚਣ ਦੀ ਆ। ਇਹੋ ਜਿਹੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।